ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਸਾਰੇ ਵੀਰਾਂ ਭੈਣਾਂ ਨੂੰ ਸਤਿਕਾਰ ਸਹਿਤ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਪਸ ਵਿੱਚ ਸਾਂਝੀ ਕਰ ਰਹੇ ਹਾਂ ਔਰ ਸੁਖਮਨੀ ਸਾਹਿਬ ਰਾਹੀਂ ਜੀਵਨ ਦੀ ਜੁਗਤ ਸਮਝਣ ਦਾ ਯਤਨ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਮੁੱਖ ਭਾਵ ਹੈ, ਕੇਂਦਰੀ ਭਾਵ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਯਾਨੀ ਜੋ ਪ੍ਰਭੂ ਦਾ ਨਾਮ, ਰੱਬ ਦਾ ਹੁਕਮ ਹੈ, ਉਹ ਸਾਰੇ ਸੁਖਾਂ ਦਾ ਸਾਰ ਹੈ, ਸੁਖਾਂ ਦੀ ਮਣੀ ਹੈ, ਸੁਖਾਂ ਦਾ ਮੂਲ ਹੈ। ਜੋ ਵੀ ਰੱਬੀ ਰਜ਼ਾ ਦੇ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹਦੇ ਜੀਵਨ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਹੈ। ਤੇ ਰੱਬ ਦੇ ਪਿਆਰੇ ਜਾਂ ਰੱਬ ਦੇ ਭਗਤ ਉਹ ਨੇ ਜੋ ਰੱਬੀ ਹੁਕਮ ਦੇ ਅੰਦਰ ਚੱਲਦੇ ਨੇ। ਕੱਲ ਤੱਕ ਅਸੀਂ 9 ਅਸ਼ਟਪਦੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 10ਵੀਂ ਅਸ਼ਟਪਦੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਸ਼ਲੋਕ ਉਸਤਤ ਕਰਹਿ ਅਨੇਕ ਜਨ ਅੰਤ ਨਾ ਪਾਰਾਵਾਰ। ਇੱਥੇ ਕਰਹਿ ਕਿਰਿਆਵਾਚੀ ਸ਼ਬਦ ਹੈ। ਕਿਰਿਆਵਾਚੀ ਹਾਹੇ ਦੇ ਨਾਲ ਜਦੋਂ ਵੀ ਅਖੀਰ ਵਿੱਚ ਸਿਹਾਰੀ ਆਉਂਦੀ ਹੈ ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ। ਉਸ ਦਾ ਉਚਾਰਨ ਨਾਸਕੀ ਹੋਏਗਾ। ਕਰਹਿ, ਉਸਤਤ ਕਰਹਿ ਅਨੇਕ ਜਨ, ਅਨੇਕਾਂ ਹੀ ਇਨਸਾਨ, ਅਨੇਕਾਂ ਹੀ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਨੇ, ਉਸਤਤ ਕਰਦੇ ਨੇ, ਵਡਿਆਈ ਕਰਦੇ ਨੇ। ਅੰਤ ਨਾ ਪਾਰਾਵਾਰ, ਪਰ ਉਹਨਾਂ ਗੁਣਾਂ ਦਾ ਹੱਦ ਬੰਨਾ ਨਹੀਂ ਲੱਭਦਾ। ਅਨੇਕਾਂ ਲੋਕ ਨੇ ਜੋ ਪ੍ਰਭੂ ਦੀ ਉਸਤਤ ਕਰ ਰਹੇ ਨੇ, ਗੁਣ ਗਾ ਰਹੇ ਨੇ, ਗੁਣਾਂ ਦਾ ਇਜ਼ਹਾਰ ਕਰ ਰਹੇ ਨੇ, ਉਹਦੀ ਰਚਨਾ ਬਾਰੇ, ਰੱਬ ਦੀਆਂ ਦਾਤਾਂ ਬਾਰੇ, ਜੀਵ ਜਨਤਾ ਬਾਰੇ ਅਨੇਕਾਂ ਐਂਗਲਸ ਤੋਂ ਲੋਕ ਵਿਚਾਰ ਕਰ ਰਹੇ ਨੇ, ਉਸਤਤ ਕਰ ਰਹੇ ਨੇ, ਵਡਿਆਈਆਂ ਕਰ ਰਹੇ ਨੇ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਸਦੇ ਗੁਣ ਅਨੰਤ ਨੇ। ਨਾਨਕ ਰਚਨਾ ਪ੍ਰਭ ਰਚੀ, ਇੱਥੇ ਨਾਨਕ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ। ਇੱਥੇ ਪ੍ਰਭ ਦੇ ਪੱਬੇ ਨਾਲ ਸਿਹਾਰੀ, ਜਿਸ ਦਾ ਮਤਲਬ ਪ੍ਰਭੂ ਨੇ। ਗੁਰੂ ਜੀ ਕਹਿੰਦੇ ਹਨ, ਹੇ ਨਾਨਕ, ਇਹ ਸਾਰੀ ਸ੍ਰਿਸ਼ਟੀ, ਸਾਰੀ ਰਚਨਾ ਪ੍ਰਭੂ ਨੇ ਬਣਾਈ ਹੈ ਔਰ ਕਈ ਢੰਗਾਂ ਦੀ ਬਣਾਈ ਹੈ, ਕਈ ਤਰੀਕਿਆਂ ਦੇ ਨਾਲ ਬਣਾਈ ਹੈ। ਯਾਨੀ ਅਨੇਕਾਂ ਨਿਯਮ ਨੇ ਇਸ ਸੰਸਾਰ ਵਿੱਚ। ਹਰ ਸ਼ੈ ਦਾ ਆਪਣਾ ਆਪਣਾ ਵੱਖਰਾ ਨੇਮ ਹੈ। ਅਨੇਕਾਂ ਕਿਸਮਾਂ ਦੀ ਹੈ, ਅਨੇਕਾਂ ਰੰਗਾਂ ਦੀ ਹੈ, ਅਨੇਕਾਂ ਢੰਗਾਂ ਦੀ ਹੈ। ਯਾਨੀ ਅਨੰਤ ਕਿਸਮ ਦੀ ਸ੍ਰਿਸ਼ਟੀ ਪ੍ਰਭੂ ਨੇ ਅਨੇਕਾਂ ਕਿਸਮਾਂ ਦੇ ਨਾਲ ਰਚੀ ਹੈ। ਹੁਣ ਸਮੁੱਚਾ ਭਾਵ ਜਿਹੜਾ ਇਸ ਅਸ਼ਟਪਦੀ ਦਾ, ਭਿੰਨ ਭਿੰਨ ਨਮੂਨੇ ਦੇ ਆਗੂ ਨੇ। ਦੇਖੋ, ਇਹ ਦੁਨੀਆ ਵਿੱਚ ਹਰ ਇੱਕ ਦੀ ਵਿਚਾਰ ਵੱਖਰੀ ਹੈ ਔਰ ਕਿਸੇ ਦੀ ਵਿਚਾਰ ਦੇ ਬਹੁਤ ਸਾਰੇ ਲੋਕ ਫੋਲੋਅਰ ਹੋ ਜਾਂਦੇ ਨੇ, ਉਹਨੂੰ ਫੋਲੋ ਕਰਦੇ ਨੇ। ਤੇ ਜੈਸੇ ਕਿਸੇ ਆਗੂ ਦੀ ਵਿਚਾਰ ਹੋਏਗੀ ਵੈਸੇ ਹੀ ਉਹਦੇ ਫੋਲੋਅਰ ਹੋ ਜਾਣਗੇ, ਕਿਉਂਕਿ ਉਸ ਵਿਚਾਰ ਨੂੰ ਅਪਣਾਉਣ ਵਾਲੇ ਲੋਕ ਪੈਦਾ ਹੋ ਜਾਂਦੇ ਨੇ। ਇਸ ਕਰਕੇ ਵੱਖਰੇ ਵੱਖਰੇ ਆਗੂ ਹੋਣ ਕਰਕੇ, ਵੱਖਰੇ ਵੱਖਰੇ ਵਿਚਾਰ ਹੋਣ ਕਰਕੇ ਜੋ ਪ੍ਰਭੂ ਨੂੰ ਮੰਨਣ ਵਾਲੇ ਨੇ, ਉਹਨਾਂ ਦੀਆਂ ਵੀ ਵੰਡੀਆਂ ਪੈ ਜਾਂਦੀਆਂ ਨੇ, ਉਹਨਾਂ ਦੇ ਅੰਦਰ ਵੀ ਅਨੇਕਤਾ ਆ ਜਾਂਦੀ ਹੈ। ਤਾਂ ਜਿੰਨੇ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਹੈ, ਜਿੰਨੇ ਵਿਚਾਰਾਂ ਦੇ ਲੋਕ ਨੇ, ਉਸੇ ਤਰ੍ਹਾਂ ਦੇ ਲੋਕਾਂ ਦੇ ਕੁਝ ਧਾਰਮਿਕ ਤਰੀਕੇ ਵੀ ਬਣ ਗਏ ਨੇ, ਧਾਰਮਿਕ ਤੌਰ ਤਰੀਕੇ ਬਣ ਗਏ ਨੇ। ਉਹਨਾਂ ਨੂੰ ਲੋਕਾਂ ਨੇ ਧਰਮ ਸਮਝ ਲਿਆ ਹੈ ਔਰ ਉਹਨਾਂ ਮੁਤਾਬਕ ਉਹ ਜ਼ਿੰਦਗੀ ਜੀ ਵੀ ਜਾਂਦੇ ਨੇ, ਉਹ ਕਰਮ ਕਰੀ ਜਾਂਦੇ ਨੇ। ਗੁਰਦੇਵ ਪਾਤਸ਼ਾਹ ਇਸ ਪਾਵਨ ਸ਼ਬਦ ਅੰਦਰ ਉਸ ਅਨੇਕਤਾ ਦਾ ਬਿਆਨ ਕਰਦੇ। ਕਈ ਕੋਟ ਹੋਏ ਪੁਜਾਰੀ, ਇੱਥੇ ਕੋਟ ਦੇ ਟੈਂਕੇ ਨਾਲ ਹੈ ਸਿਹਾਰੀ। ਜਦੋਂ ਵੀ ਕੋਟ ਦੇ ਟੈਂਕੇ ਨਾਲ ਸਿਹਾਰੀ ਆਵੇ ਤਾਂ ਉਹਦਾ ਅਰਥ ਹੋਏਗਾ ਕਰੋੜਾਂ। ਜੇ ਕੋਟ ਦੇ ਟੈਂਕੇ ਦੇ ਥੱਲੇ ਔਂਕੜ ਆ ਜਾਏ ਤਾਂ ਉਹਦਾ ਅਰਥ ਹੋਏਗਾ ਇੱਕ ਕਿਲਾ। ਜਿਹੜੇ ਕਿਲੇ ਹੁੰਦੇ ਨੇ ਰਾਜਿਆਂ ਮਹਾਰਾਜਿਆਂ ਦੇ, ਇੱਕ ਕਿਲਾ।
ਤੇ ਜੇ ਕੋਟ ਦਾ ਟੈਂਕਾ ਮੁਕਤਾ ਹੋਵੇ ਤਾਂ ਉਹਦਾ ਮੀਨਿੰਗ ਹੋਏਗਾ ਬਹੁਤੇ ਕਿਲੇ। ਕੋਟ ਦੇ ਟੈਂਕੇ ਨਾਲ ਸਿਹਾਰੀ ਹੋਏ ਤਾਂ ਫਿਰ ਇਹਦਾ ਅਰਥ ਹੋਏਗਾ ਕਰੋੜ। ਤਾਂ ਇੱਥੇ ਕੋਟ ਦਾ ਮਤਲਬ ਹੈ ਕਰੋੜਾਂ। ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿੱਚ ਕਈ ਕਰੋੜਾਂ ਪ੍ਰਾਣੀ ਪੁਜਾਰੀ ਨੇ, ਪੂਜਾ ਕਰ ਰਹੇ ਨੇ। ਉਹਨਾਂ ਨੂੰ ਐਸਾ ਵਿਚਾਰ ਮਿਲਿਆ ਹੈ ਕਿ ਉਹ ਰੱਬ ਦੀ ਮੂਰਤੀ ਬਣਾ ਕੇ, ਤਸਵੀਰ ਆਦਿਕ ਰੱਖ ਕੇ ਫੁੱਲ ਚੜਾ ਰਹੇ ਨੇ, ਪੱਤੀਆਂ ਚੜਾ ਰਹੇ ਨੇ, ਭੋਗ ਲਵਾ ਰਹੇ ਨੇ, ਰੱਬ ਨੂੰ ਇਸ਼ਨਾਨ ਕਰਾ ਰਹੇ ਨੇ, ਧੂਪ ਬੱਤੀਆਂ ਤੁਪਾ ਰਹੇ ਨੇ, ਜਾਂ ਹੋਰ ਕਈ ਕਿਸਮ ਦੀ ਪੂਜਾ ਲੋਕ ਕਰ ਰਹੇ ਨੇ। ਤਾਂ ਇੱਥੇ ਹੁਣ ਇਹ ਚੀਜ਼ ਸਮਝ ਲੈਣੀ, ਗੁਰੂ ਜੀ ਇੱਥੇ ਇਸ ਪੂਜਾ ਨੂੰ, ਗੁਰੂ ਜੀ ਦਾ ਇਹ ਵਿਚਾਰ ਨਹੀਂ ਹੈ ਕਿ ਪੂਜਾ ਕਰਨੀ ਚਾਹੀਦੀ ਹੈ ਜਾਂ ਪੁਜਾਰੀ ਹੋਣਾ ਚਾਹੀਦਾ। ਗੁਰੂ ਜੀ ਇੱਥੇ ਪੁਜਾਰੀਆਂ ਦੀ ਗੱਲ ਕਰ ਰਹੇ ਨੇ ਕਿ ਰੱਬ ਦੀ ਇਸ ਰਚਨਾ ਵਿੱਚ ਕਰੋੜਾਂ ਲੋਕ ਪੁਜਾਰੀ ਨੇ ਜੋ ਪੂਜਾ ਅਰਚਨਾ ਕਰਦੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਦਾ ਤਰੀਕਾ ਇਸ ਢੰਗ ਦਾ ਬਣਾ ਲਿਆ। ਕਈ ਕੋਟ ਆਚਾਰ ਵਿਵਹਾਰੀ, ਕੋਟ ਦਾ ਮਤਲਬ ਕਰੋੜਾਂ। ਇੱਥੇ ਆਚਾਰ ਵਿਵਹਾਰੀ ਦਾ ਅਰਥ ਹੈ ਰਸਮੀ ਕਰਮ ਕਰਨ ਵਾਲੇ, ਕਰਮਕਾਂਡੀ। ਸਿਰਫ ਰਸਮੀ ਤੌਰ ਤੇ ਕੋਈ ਕੰਮ ਕਰ ਲਿਆ, ਜਿਨ੍ਹਾਂ ਨੂੰ ਕਰਮ ਕਾਂਡ ਕਿਹਾ ਜਾਂਦਾ ਹੈ। ਰਸਮੀ ਪੂਜਾ, ਰਸਮੀ ਕੰਮ, ਸਿਰਫ ਇੱਕ ਰਸਮ ਨਿਭਾਉਣ ਵਾਸਤੇ, ਹੋਰ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਜਿਵੇਂ ਕਿਸੇ ਨੇ ਕਿਸੇ ਮੰਤਰ ਦਾ ਪਾਠ ਕਰਾ ਲਿਆ ਜਾਂ ਕਰ ਲਿਆ ਰਸਮੀ ਤੌਰ ਤੇ, ਪਰ ਉਸ ਪਾਠ ਵਿੱਚ, ਧਰਮ ਗ੍ਰੰਥ ਵਿੱਚ ਕੀ ਲਿਖਿਆ ਹੈ ਉਹਦੇ ਨਾਲ ਕੋਈ ਪਤਾ ਨਹੀਂ, ਨਾ ਉਹਦੇ ਤੇ ਕੋਈ ਅਮਲ ਹੈ, ਸਿਰਫ ਇੱਕ ਰਸਮ ਨਿਭਾ ਦਿੱਤੀ। ਜਿਵੇਂ ਆ ਸਰਾਧ ਚੱਲ ਰਹੇ ਸਨ ਤਾਂ ਇੱਕ ਰਸਮ ਨਿਭਾ ਦਿੱਤੀ ਕਿ ਅਸੀਂ ਬ੍ਰਾਹਮਣ ਨੂੰ ਜਾਂ ਭਾਈ ਪੁਜਾਰੀਆਂ ਨੂੰ ਜਾਂ ਆਂਢੀਆਂ ਗੁਆਂਢੀਆਂ ਨੂੰ ਇਕੱਠਿਆਂ ਕਰਕੇ ਪ੍ਰਸ਼ਾਦਾ ਪਾਣੀ ਛਕਾਣਾ ਹੈ ਤੇ ਸਾਡੇ ਬਜ਼ੁਰਗਾਂ ਨੂੰ ਮਿਲ ਜਾਏਗਾ। ਇਹ ਇੱਕ ਰਸਮ ਹੈ, ਰਸਮੀ ਤੌਰ ਤੇ ਛਕਾ ਦਿੱਤਾ। ਲੇਕਿਨ ਉਹ ਮਿਲਿਆ ਜਾਂ ਨਹੀਂ ਮਿਲਿਆ, ਮਿਲੇਗਾ ਜਾਂ ਨਹੀਂ ਮਿਲੇਗਾ, ਇਹਦੀ ਅਸਲੀਅਤ ਕੀ ਹੈ ਇਹਦੇ ਬਾਰੇ ਕੁਛ ਨਹੀਂ ਵਿਚਾਰਿਆ। ਰਸਮੀ ਤੌਰ ਤੇ, ਰਸਮੀ ਤੌਰ ਤੇ ਕੋਈ ਵਰਤ ਰੱਖ ਲਿਆ, ਲੋਕ ਰੱਖ ਲਏ ਨੇ, ਮੈਂ ਵੀ ਰੱਖ ਲਿਆ, ਲੇਕਿਨ ਵਰਤ ਕਿਉਂ ਰੱਖ ਰਿਹਾ, ਉਹਦਾ ਲਾਭ ਨੁਕਸਾਨ, ਆਤਮਿਕ ਲਾਭ ਕੀ ਹੋਏਗਾ, ਇਹਦੇ ਬਾਰੇ ਕੋਈ ਵਿਚਾਰ ਨਹੀਂ। ਰਸਮੀ ਤੌਰ ਤੇ ਤੀਰਥਾਂ ਤੇ ਨਹਾਏ, ਪੁੰਨ ਦਾਨ ਕਰ ਲਿਆ ਜਾਂ ਹੋਰ ਬਹੁਤ ਕੁਛ, ਇਹਨੂੰ ਕਹਿੰਦੇ ਨੇ ਆਚਾਰ ਵਿਵਹਾਰੀ। ਯਾਨੀ ਕਰੋੜਾਂ ਹੀ ਲੋਕ ਇਸ ਦੁਨੀਆ ਦੇ ਵਿੱਚ ਕਰਮ ਕਾਂਡ ਕਰਨ ਵਾਲੇ ਨੇ, ਜੋ ਮਿੱਥੀਆਂ ਹੋਈਆਂ ਧਾਰਮਿਕ ਰਸਮਾਂ ਨੇ ਉਹਨਾਂ ਨੂੰ ਨਿਭਾ ਰਹੇ ਨੇ। ਐਸੇ ਵੀ ਕਰੋੜਾਂ ਲੋਕ ਨੇ। ਕਈ ਕੋਟ ਭੈ ਤੀਰਥ ਵਾਸੀ, ਵਾਸੀ ਦਾ ਮਤਲਬ ਵਸਣ ਵਾਲੇ। ਕਈ ਕਰੋੜਾਂ ਬੰਦੇ ਨੇ ਜਿਹੜੇ ਤੀਰਥਾਂ ਦੇ ਵਸਨੀਕ ਨੇ, ਯਾਨੀ ਉਹ ਤੀਰਥ ਯਾਤਰਾ ਨੂੰ, ਤੀਰਥ ਵਿੱਚ ਨਹਾਉਣ ਨੂੰ ਹੀ ਧਰਮ ਸਮਝਦੇ ਨੇ। ਉਹਨਾਂ ਦਾ ਖਿਆਲ ਹੈ ਕਿ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮੁਕਤੀ ਹੋ ਜਾਏਗੀ। ਇਸੇ ਖਿਆਲ ਦੇ ਨਾਲ ਲੋਕ ਰਸਮੀ ਤੌਰ ਤੇ ਤੀਰਥਾਂ ਤੇ ਨਹਾ ਆਉਂਦੇ ਨੇ, ਪਰ ਆਪਣੇ ਜੀਵਨ ਨੂੰ ਨਹੀਂ ਬਦਲਦੇ, ਸੋਚ ਨਹੀਂ ਬਦਲਦੇ। ਉਸੇ ਤਰ੍ਹਾਂ ਗੁੱਸਾ, ਉਸੇ ਤਰ੍ਹਾਂ ਕ੍ਰੋਧ, ਉਵੇਂ ਹੀ ਲੋਭ ਲਾਲਚ, ਉਸੇ ਤਰ੍ਹਾਂ ਦਾ ਵਿਹਾਰ। ਰਸਮੀ ਤੌਰ ਤੇ ਗਏ, ਤੀਰਥ ਤੇ ਗਏ, ਇਸ਼ਨਾਨ ਕੀਤਾ, ਡੁਬਕੀ ਲਗਾਈ ਤੇ ਵਾਪਸ ਆ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਵੀ ਕੀਤਾ ਹੈ, ਕਹਿਣ ਲੱਗੇ ਪਾਪ ਕਰੇ ਪੰਚਾਂ ਕੇ ਬਸ ਰੇ। ਯਾਨੀ ਜੇ ਪੰਜ ਵਿਕਾਰ ਨੇ, ਇਹਨਾਂ ਦੇ ਅਧੀਨ ਬੰਦਾ ਪਾਪ ਕਰਦਾ ਹੈ। ਤੀਰਥ ਨਹਾਏ ਕਹੇ ਸਭ ਉਤਰੇ, ਤੇ ਤੀਰਥਾਂ ਤੇ ਨਹਾ ਕੇ ਆਪ ਹੀ ਸਮਝ ਲੈਂਦੇ ਨੇ ਕਿ ਮੇਰੇ ਹੁਣ ਪਾਪ ਲੈ ਗਏ ਨੇ। ਬਹੁਰ ਕਮਾਵੇਂ ਹੋਈ ਨਿਸੰਕ, ਫਿਰ ਝਾਕਾ ਲਾ ਕੇ ਪਾਪ ਕਰੀ ਜਾਂਦੇ ਨੇ। ਜੰਗਪੁਰ ਬਾਂਧ ਖਰੇ ਕਾਲੰਕ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਕਲੰਕਿਤ ਪੁਰਸ਼ਾਂ ਨੂੰ, ਜਿਹੜੇ ਜਮ ਨੇ, ਜੋ ਆਤਮਿਕ ਮੌਤ ਹੈ, ਉਹ ਆਪਣੇ ਅਧੀਨ ਰੱਖਦੀ ਹੈ, ਭਾਵ ਉਹ ਆਤਮਿਕ ਮੌਤ ਤੇ ਮਰ ਜਾਂਦੇ ਨੇ। ਇਸ ਖਿਆਲ ਅੰਦਰ ਕਾਸ਼ੀ ਦੇ ਅੰਦਰ ਇੱਕ ਆਰਾ ਲਗਾਇਆ ਗਿਆ ਸੀ ਤੇ ਉੱਥੇ ਪੁਜਾਰੀਆਂ ਨੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਸੀ ਕਿ ਜੋ ਬੰਦਾ ਆਪਣਾ ਸਾਰਾ ਸਭ ਕੁਛ ਦਾਨ ਕਰਕੇ, ਧਨ ਦੌਲਤ ਵਗੈਰਾ ਵਗੈਰਾ, ਤੇ ਇਸ ਆਰੇ ਦੇ ਨਾਲ ਆਪਣੇ ਆਪ ਨੂੰ ਚੜਾ ਲਵੇਗਾ, ਉਹ ਸਿੱਧਾ ਸਵਰਗ ਨੂੰ ਜਾਏਗਾ।
ਹੁਣ ਕਈ ਲੋਕਾਂ ਨੇ ਚਰਾ ਲਿਆ ਕਿਉਂਕਿ ਪੁਜਾਰੀ ਨੇ ਪ੍ਰਚਾਰਿਆ, ਉਹਨਾਂ ਦੇ ਦਿਮਾਗ ਵਿੱਚ ਬਹਿ ਗਈ, ਉਹਨਾਂ ਨੇ ਆਪਣਾ ਆਪਣਾ ਚਰਾ ਲਿਆ। ਕਈਆਂ ਨੂੰ ਇਹ ਵਹਿਮ ਹੋ ਗਿਆ ਕਿ ਸ਼ਾਇਦ ਤੀਰਥ ਦੇ ਉੱਤੇ ਜੇ ਮੇਰੀ ਮੌਤ ਹੋ ਜਾਏ ਤੇ ਮੈਂ ਸਿੱਧਾ ਸਵਰਗ ਨੂੰ ਜਾਵਾਂਗਾ। ਕਈ ਤੀਰਥਾਂ ਵਿੱਚ ਆਤਮ ਹੱਤਿਆ ਕਰ ਗਏ। ਕਈਆਂ ਦਾ ਖਿਆਲ ਹੈ ਕਿ ਤੀਰਥ ਦੇ ਉੱਤੇ ਜੇ ਇੱਕ ਵਾਰ ਇਸ਼ਨਾਨ ਕਰਿਆ, ਇੱਕ ਵਾਰੀ ਯਾਤਰਾ ਕਰਨ ਦੇ ਨਾਲ ਮਹੱਤਵ ਮਿਲਦਾ ਹੈ, ਤੇ ਕਿਉਂ ਨਾ ਮੈਂ ਤੀਰਥ ਦੇ ਕਿਨਾਰੇ ਹੀ ਜਾ ਵਸਾਂ। ਉਹਨਾਂ ਨੇ ਵਸੇਬਾ ਹੀ ਤੀਰਥਾਂ ਦੇ ਕਿਨਾਰਿਆਂ ਤੇ ਬਣਾ ਲਿਆ। ਇਹ ਸਾਰਾ ਕੁਝ ਕੀ ਹੈ? ਰਸਮੀ ਤੌਰ ਤੇ ਕਈ ਕੋਟ ਭੈ ਤੀਰਥ ਵਾਸੀ, ਕਰੋੜਾਂ ਹੀ ਲੋਕ ਨੇ ਜੋ ਤੀਰਥਾਂ ਤੇ ਵਸਦੇ ਨੇ, ਵਸਨੀਕ ਨੇ। ਕਈ ਕੋਟ ਬਨ ਭ੍ਰਮੈ ਉਦਾਸੀ। ਉਦਾਸੀ ਦਾ ਮਤਲਬ ਜਗਤ ਵੱਲੋਂ ਉਪਰਾਮ ਹੋ ਕੇ, ਸੰਸਾਰ ਦਾ ਤਿਆਗ ਕਰਕੇ, ਘਰ ਗ੍ਰਸਤੀ ਪਰਿਵਾਰ ਸਾਰਾ ਕੁਝ ਛੱਡ ਕੇ ਤੇ ਜੰਗਲਾਂ ਦੇ ਵਿੱਚ ਭਟਕਦੇ ਫਿਰਦੇ ਨੇ। ਭ੍ਰਮੇ ਦਾ ਮਤਲਬ ਫਿਰਦੇ ਨੇ। ਕਈ ਕਰੋੜਾਂ ਨੇ ਜਗਤ ਵੱਲੋਂ ਉਪਰਾਮ ਹੋ ਕੇ, ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਵਿਚਰ ਰਹੇ ਨੇ। ਅਨੇਕਾਂ ਲੋਕ ਨੇ ਐਸੇ। ਹੁਣ ਜੇ ਸਾਰੇ ਲੋਕ ਘਰ-ਬਾਰ ਨੂੰ ਛੱਡ ਕੇ ਜੰਗਲਾਂ ਵਿੱਚ ਵਿਚਰਨ ਲੱਗ ਜਾਣ ਤਾਂ ਇਹ ਸੰਸਾਰ ਔਰ ਸਮਾਜ ਚੱਲ ਨਹੀਂ ਸਕਦਾ। ਉਹਨਾਂ ਦਾ ਖਿਆਲ ਹੈ ਕਿ ਜੰਗਲਾਂ ਵਿੱਚ ਵਿਚਰਿਆ, ਘਰ-ਬਾਰ ਨੂੰ ਛੱਡਿਆ, ਸ਼ਾਇਦ ਰੱਬ ਮਿਲ ਜਾਏ, ਸ਼ਾਂਤੀ ਆ ਜਾਏ। ਪਰ ਗੁਰੂਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜਹਿ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੈ। ਜੰਗਲਾਂ ਵਿੱਚ ਫਿਰ ਰਹੇ ਨੇ। ਸਮਾਜ ਨੂੰ ਉਹਨਾਂ ਦੀ ਕੋਈ ਦੇਣ ਨਹੀਂ ਹੈ ਕਿ ਉਹਨਾਂ ਨੇ ਸਮਾਜ ਵਾਸਤੇ ਕੋਈ ਭਲਾ ਕੰਮ ਕੀਤਾ ਹੋਵੇ। ਫਿਰੀ ਜਾ ਰਹੇ ਨੇ। ਕਰੋੜਾਂ ਨੇ ਲੋਕ ਐਸੇ। ਕਈ ਕੋਟ ਵੇਦ ਕੇ ਸਰੋਤੇ, ਕਰੋੜਾਂ ਜੀਵ ਐਸੇ ਨੇ ਜੋ ਵੇਦ ਸ਼ਾਸਤਰ ਧਰਮ ਗ੍ਰੰਥਾਂ ਨੂੰ ਸੁਣ ਰਹੇ ਨੇ, ਵੇਦ ਪਾਠ ਸੁਣ ਰਹੇ ਨੇ। ਉਹਨਾਂ ਦਾ ਨੇਮ ਹੈ ਕਿ ਉਹ ਸੁਣੀ ਜਾ ਰਹੇ ਨੇ, ਲੇਕਿਨ ਕੀ ਲਿਖਿਆ ਹੈ ਇਹਦੇ ਬਾਰੇ ਨਹੀਂ ਪਤਾ। ਸੁਣੀ ਜਾ ਰਹੇ ਨੇ, ਰਸਮੀ ਤੌਰ ਤੇ ਸੁਣ ਰਹੇ ਨੇ। ਔਰ ਆਮ ਧਰਮ ਦੀ ਦੁਨੀਆ ਵਿੱਚ ਬਹੁਤਾਤ ਗਿਣਤੀ ਦਾ ਹਾਲ ਇਹੀ ਹੈ। ਪੜ੍ਹਨ ਵਾਲਾ ਪੜ੍ਹੀ ਜਾ ਰਿਹਾ ਹੈ, ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਪੜ੍ਹ ਕੀ ਰਿਹਾ ਹਾਂ, ਵੇਦ ਸ਼ਾਸਤਰ ਵਿੱਚ ਕਿਹਾ ਕੀ ਜਾ ਰਿਹਾ ਹੈ, ਇਹਦਾ ਰਿਜ਼ਲਟ ਕੀ ਹੈ ਮੇਰੇ ਪੜ੍ਹਨ ਦਾ, ਕੀ ਮੈਂ ਇਹਦੇ ਤੇ ਅਮਲ ਕਰ ਰਿਹਾ ਕਿ ਨਹੀਂ ਕਰ ਰਿਹਾ। ਪਰ ਰਸਮੀ ਤੌਰ ਤੇ ਉਹ ਪੜ੍ਹੀ ਜਾ ਰਿਹਾ ਹੈ। ਸੁਣਨ ਵਾਲਾ ਰਸਮੀ ਤੌਰ ਤੇ ਸੁਣੀ ਜਾ ਰਿਹਾ ਹੈ। ਕਰੋੜਾਂ ਹੀ ਲੋਕ ਨੇ ਐਸੇ। ਕਈ ਕੋਟ ਤਪੀਸੁਰ ਹੋਤੇ, ਇਹਨੂੰ ਸੱਸੇ ਦੇ ਥੱਲੇ ਥੋੜਾ ਜਿਹਾ ਔਂਕੜ ਬੁਲਾਣਾ ਹੈ। ਤਪੀਸਰ ਨਹੀਂ ਪੜ੍ਹਨਾ, ਤਪੀਸੁਰ। ਥੋੜਾ ਜਿਹਾ ਔਂਕੜ ਦੀ ਆਵਾਜ਼ ਆਏਗੀ। ਕਈ ਕਰੋੜਾਂ ਨੇ ਜੋ ਵੱਡੇ ਵੱਡੇ ਤਪੀਏ ਬਣੇ ਹੋਏ ਨੇ। ਤਪੀ ਇੱਕ ਤਾਂ ਹੁੰਦਾ ਤਪੀ, ਦੂਜਾ ਹੁੰਦਾ ਤਪੀਸ਼ਰ। ਉਹਨਾਂ ਦਾ ਵੱਡਾ, ਜਿਹਨੇ ਤਪ ਸਾਧਨਾ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੈ। ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ ਕਿ ਕਈ ਲੋਕ ਗਰਮੀਆਂ ਦੇ ਦਿਨਾਂ ਦੇ ਵਿੱਚ, ਮੈਂ ਬਾਬੇ ਕੁਛ ਵੇਖੇ ਨੇ ਜਿਹੜੇ 5-4 ਧੂਣੀਆਂ ਚਫੇਰੇ ਤਾ ਕੇ ਬਾਲ ਕੇ ਤੇ ਆਪ ਵਿੱਚ ਬਹਿ ਜਾਂਦੇ ਨੇ, ਤਨ ਨੂੰ ਦੁੱਖ ਦੇ ਰਹੇ ਨੇ। ਕਈ ਲੋਕ ਐਸੇ ਨੇ ਜੋ ਸਿਆਲ ਦੇ ਅੰਦਰ ਇੱਕ ਤਿੰਨਾਂ ਵਾਲੀ ਕੜਵੰਜੀ ਜੀ ਬਣਾ ਕੇ ਉੱਚੀ, ਤੇ ਉਹਦੇ ਉੱਤੇ ਘੜਾ ਰੱਖ ਕੇ ਘੜੇ ਵਿੱਚ ਨਿੱਕੀ ਜੀ ਮੋਰੀ ਕਰਕੇ ਸਿੱਧਾ ਸਿਰ ਦੇ ਵਿੱਚ ਪਾਣੀ ਦੀ ਧਾਰ ਪਾਉਂਦੇ ਨੇ। ਥੋੜਾ ਥੋੜਾ ਪਾਣੀ ਡਿੱਗਦਾ ਰਹਿੰਦਾ ਤੇ ਸੇਵਕ ਉੱਤੋਂ ਪਾਣੀ ਹੋਰ ਪਾਈ ਜਾਂਦੇ ਨੇ। ਸਿਆਲ ਦੇ ਦਿਨਾਂ 'ਚ 100 ਘੜੇ ਪਾਣੀ ਨਾਲ ਇਸ਼ਨਾਨ ਕਰ ਰਹੇ ਨੇ। ਤਪ। ਕੋਈ ਉਲਟਾ ਲਟਕਿਆ ਹੋਇਆ ਹੈ ਔਰ ਕੋਈ ਪਾਣੀ ਵਿੱਚ ਖੜਾ ਹੈ। ਯਾਨੀ ਐਸੇ ਅਨੇਕਾਂ ਤਪ ਕਰਨ ਵਾਲੇ ਨੇ। ਕਰੋੜਾਂ ਲੋਕ ਨੇ, ਅਨੇਕਾਂ ਲੋਕ ਨੇ। ਜਦੋਂ ਦੀ ਇਹ ਦੁਨੀਆ ਬਣੀ ਹੈ, ਇਹ ਤਪ ਕਰ ਰਹੇ ਨੇ, ਤਨ ਨੂੰ ਦੁੱਖ ਦੇ ਰਹੇ ਨੇ। ਕਈ ਕੋਟ ਆਤਮ ਧਿਆਨ ਧਾਰੇ। ਆਤਮ ਦਾ ਮਤਲਬ ਮਨ ਵਿੱਚ, ਆਪਣੇ ਮਨ ਵਿੱਚ। ਧਿਆਨ ਧਾਰਿਆਂ ਦਾ ਮਤਲਬ ਸੁਰਤ ਜੋੜਦੇ ਨੇ। ਕਈ ਮਨੁੱਖ ਨੇ ਆਪਣੇ ਅੰਦਰ ਸੁਰਤ ਜੋੜਦੇ ਨੇ, ਜਿਹਨੂੰ ਅੱਜ ਕੱਲ੍ਹ ਮੈਡੀਟੇਸ਼ਨ ਕਿਹਾ ਜਾਂਦਾ ਹੈ। ਮੈਡੀਟੇਸ਼ਨ ਕਰਦੇ ਨੇ, ਲੇਕਿਨ ਰਸਮੀ ਕਰੀ ਜਾ ਰਹੇ ਨੇ, ਬੈਠੇ ਨੇ। ਜੀਵਨ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ ਤਾਂ ਉਸ ਮੈਡੀਟੇਸ਼ਨ ਦਾ ਕੋਈ ਲਾਭ ਨਹੀਂ ਹੋਏਗਾ। ਜੇ ਜੀਵਨ ਦਾ ਕੋਈ ਵੱਡਾ ਉੱਚਾ ਗੋਲ ਨਹੀਂ, ਏਮ ਨਹੀਂ। ਲੇਕਿਨ ਕਰੋੜਾਂ ਲੋਕ ਨੇ ਜੋ
ਆਪਣੀ ਸੁਰਤ ਜੋੜ ਰਹੇ ਨੇ, ਧਿਆਨ ਲਗਾ ਰਹੇ ਨੇ, ਯੋਗਾ ਕਰ ਰਹੇ ਨੇ ਜਾਂ ਮੈਡੀਟੇਸ਼ਨ ਕਰ ਰਹੇ ਨੇ। ਅਨੇਕਾਂ ਲੋਕ ਨੇ। ਕਈ ਕੋਟ ਕਾਬ ਵਿਚਾਰੇ। ਕਾਬ ਦਾ ਮਤਲਬ ਹੈ ਕਵੀ, ਤੇ ਕਾਬ ਦਾ ਮਤਲਬ ਹੈ ਕਾਵਯ, ਕਵਿਤਾ। ਕਾਬ ਦਾ ਮਤਲਬ ਕਵੀਆਂ ਦੀਆਂ ਰਚਨਾਵਾਂ, ਕਵੀਆਂ ਦੀਆਂ ਕਵਿਤਾਵਾਂ। ਵਿਚਾਰਿਆਂ ਦਾ ਮਤਲਬ ਵਿਚਾਰਦੇ ਨੇ, ਵਿਚਾਰ ਰਹੇ। ਇਹਨੂੰ ਵਿਚਾਰੇ ਨਹੀਂ ਪੜ੍ਹਨਾ, ਬੱਬੇ ਨਾਲ ਬਿਹਾਰੀ ਲਾ ਕੇ ਵਿਚਾਰ ਰਹੇ। ਕਰੋੜਾਂ ਮਨੁੱਖ ਕਵੀਆਂ ਦੀਆਂ ਰਚੀਆਂ ਕਵਿਤਾਵਾਂ ਦੀ ਵਿਚਾਰ ਕਰਦੇ ਨੇ। ਕਿਸੇ ਕਵੀ ਨੇ ਪੁਸਤਕ ਲਿਖ ਦਿੱਤੀ ਤੇ ਉਹ ਫਿਰ ਉਸ ਕਵਿਤਾ ਦੀ ਵਿਚਾਰ ਕਰ ਰਹੇ ਨੇ। ਬਹੁਤ ਸਾਰੇ ਲੋਕ ਨੇ ਕਵੀਆਂ ਦੀਆਂ ਪੁਸਤਕਾਂ ਉੱਤੇ PhD ਕਰਦੇ ਨੇ। ਬਹੁਤ ਸਾਰੇ ਲੋਕ ਕਿਸੇ ਦੀ ਰਚਨਾ ਦੇ ਉੱਤੇ ਖੋਜ ਕਰਦੇ ਨੇ, PhD ਕਰਦੇ ਨੇ। ਉਹਨਾਂ ਦੀਆਂ ਕਵਿਤਾਵਾਂ ਦੀ ਵਿਚਾਰ ਕਰ ਰਹੇ ਨੇ ਕਿ ਇਹਨੇ ਇਹ ਕਿਹਾ ਹੈ ਜਾਂ ਇਹ ਕਿਹਾ ਹੈ ਜਾਂ ਜੋ ਵੀ। ਕਰੋੜਾਂ ਲੋਕ ਨੇ ਜੋ ਕਵੀਆਂ ਦੀਆਂ ਰਚੀਆਂ ਹੋਈਆਂ ਰਚਨਾ ਦਾ ਵਿਚਾਰ ਕਰ ਰਹੇ ਨੇ। ਕਈ ਕੋਟ ਨਵਤਨ ਨਾਮ ਧਿਆਵਹਿ। ਨਵੇਂ ਨਵੇਂ ਨਾਮ। ਪੁਰਾਣਾ ਦੇ ਵਿੱਚ ਸ਼ੇਸ਼ਨਾਗ ਨੂੰ ਮੰਨਿਆ ਹੈ, ਮੈਥੋਲੋਜੀ ਹੈ ਜੋ ਮੈਂ ਆਪ ਨੂੰ ਸੁਣਾਉਣ ਲੱਗਾ, ਲੇਕਿਨ ਪੁਰਾਣਾ ਵਿੱਚ ਇਹ ਚੀਜ਼ ਲਿਖੀ ਹੈ, ਕਹਾਣੀ ਲਿਖੀ ਹੈ ਜਾਂ ਉਹਨਾਂ ਦੀ ਮਨੌਤ ਹੈ ਆਪਣੀ, ਕਿ ਸ਼ੇਸ਼ਨਾਗ ਹੈ ਜਿਹਦੀਆਂ 1000 ਫਣਾਂ ਨੇ ਤੇ ਉਹ 1000 ਜੀਵਾਂ ਦੇ ਨਾਲ, ਹਰ ਜੀਵ ਨਾਲ ਰੱਬ ਦਾ ਨਵਾਂ ਨਾਮ ਲੈਂਦਾ ਔਰ ਯੁਗਾਂ ਤੋਂ ਲਈ ਜਾ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਰੋੜਾਂ ਲੋਕ ਐਸੇ ਨੇ ਜਿਹੜੇ ਨਵਾਂ ਨਵਾਂ ਨਾਮ ਰੱਬ ਦਾ ਲੈਂਦੇ ਨੇ। ਨਵਾਂ ਨਾਮ, ਹਰ ਰੋਜ਼ ਨਵਾਂ ਗੁਣ ਬਿਆਨ ਕਰਦੇ ਨੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਕਰਤੇ ਕਾ ਅੰਤ ਨਾ ਪਾਵੇ। ਇਹ ਨਾਨਕ, ਇਹ ਸਾਰੇ ਮਿਲ ਕੇ ਜਿਹੜੇ ਪਿੱਛੇ ਗਿਣੇ ਨੇ, ਕਵੀਆਂ ਦੀਆਂ ਕਵਿਤਾਵਾਂ ਵਿਚਾਰਨ ਵਾਲੇ, ਜਪੀ, ਤਪੀਸਵਰ, ਪੁਜਾਰੀ, ਨਵੇਂ ਨਾਮ ਲੈਣ ਵਾਲੇ, ਜਾਂ ਮਤਲਬ ਤੀਰਥਾਂ ਦੇ ਵਾਸੀ, ਜਿੰਨੇ ਵੀ ਇਹ ਗਿਣਤੀ ਕੀਤੀ ਨਾ, ਨਾਨਕ ਕਰਤੇ ਕਾ ਅੰਤ ਨਾ ਪਾਵੇ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਉਸ ਕਰਤੇ ਦਾ ਅੰਤ ਨਹੀਂ ਪਾਉਂਦੇ, ਅੰਤ ਨਹੀਂ ਪਾ ਸਕਦੇ, ਕਿਉਂਕਿ ਉਹ ਕਰਤਾ ਅਨੰਤ ਹੈ। ਐਸੇ ਕਰਮ ਕਰਨ ਦੇ ਨਾਲ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਔਰ ਐਸੇ ਕਰਮ ਕਰਨ ਦੇ ਨਾਲ ਕਈ ਵਾਰ ਮਾਨਸਿਕ ਸ਼ਾਂਤੀ ਔਰ ਸ਼ੁਭ ਗੁਣ ਵੀ ਅੰਦਰ ਨਹੀਂ ਆਉਂਦੇ। ਖੈਰ, ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅਨੰਤ ਨੇ। ਜੇ ਸਾਰੇ ਮਿਲ ਕੇ ਵੀ ਅੰਤ ਪਾਣਾ ਚਾਹਣ ਤਾਂ ਨਹੀਂ ਪਾਇਆ ਜਾਂਦਾ। ਅਗਲਾ ਬਚਨ ਕਰਦੇ ਨੇ, ਕਈ ਕੋਟ ਭੈ ਅਭਿਮਾਨੀ। ਅਭਿਮਾਨੀ ਦਾ ਮਤਲਬ ਹੰਕਾਰੀ। ਇਸ ਦੁਨੀਆ ਵਿੱਚ, ਜਗਤ ਰਚਨਾ ਵਿੱਚ ਕਰੋੜਾਂ ਲੋਕ, ਅਨੇਕਾਂ ਲੋਕ ਐਸੇ ਨੇ ਜਿਹੜੇ ਅਹੰਕਾਰੀ ਨੇ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ, ਅਹੰਕਾਰ ਦੇ, ਈਗੋ ਦੇ ਦੋ ਰੂਪ ਨੇ, ਇੱਕ ਇਨਫੀਰੀਓਰਿਟੀ ਕੰਪਲੈਕਸ ਔਰ ਇੱਕ ਸੁਪਰੀਓਰਿਟੀ ਕੰਪਲੈਕਸ। ਇੱਥੇ ਸੁਪਰੀਓਰਿਟੀ ਕੰਪਲੈਕਸ ਦੀ ਗੱਲ ਕੀਤੀ। ਵੈਸੇ ਇਨਫੀਰੀਓਰਿਟੀ ਕੰਪਲੈਕਸ ਵੀ ਈਗੋ ਦਾ ਹੀ ਇੱਕ ਵਿਗੜਿਆ ਹੋਇਆ ਰੂਪ ਹੈ। ਉਹ ਆਪਣੇ ਬਾਰੇ ਇਹ ਬੋਲਦੇ ਨੇ, ਇਹ ਸੋਚਦੇ ਨੇ ਕਿ ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ, ਮੇਰੀ ਤਾਂ ਯਾਦਦਾਸ਼ਤ ਠੀਕ ਨਹੀਂ ਹੈ, ਮੇਰੇ ਵਿੱਚ ਤਾਕਤ ਨਹੀਂ ਹੈ, ਮੈਂ ਤਾਂ ਫੇਲ ਹੋ ਗਿਆ ਹਾਂ, ਮੈਂ ਜੀਵਨ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ, ਮੈਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ, ਲੋਕ ਅੱਗੇ ਲੰਘ ਗਏ ਨੇ, ਲੋਕ ਮੈਨੂੰ ਮਾੜਾ ਹੀ ਸਮਝਦੇ ਨੇ, ਮੈਨੂੰ ਤੇ ਕੋਈ ਚੰਗਾ ਹੀ ਨਹੀਂ ਸਮਝਦਾ, ਮੈਂ ਤਾਂ ਸਫਲ ਹੋ ਹੀ ਨਹੀਂ ਸਕਦਾ, ਰੱਬ ਇਸ ਗੱਲ ਨਾਲੋਂ ਤੂੰ ਚੁੱਕ ਹੀ ਲਵੇ ਤੇ ਚੰਗਾ ਹੈ। ਉਹ ਉਦਾਸ ਰਹਿੰਦੇ ਨੇ, ਉਹਨਾਂ ਦੇ ਅੰਦਰ ਹਮੇਸ਼ਾ ਨੈਗੇਟਿਵਿਟੀ ਰਹਿੰਦੀ ਹੈ। ਉਹ ਹਰ ਥਾਂ ਦੇ ਉੱਤੇ ਦੋਸ਼ ਖੋਜਦੇ ਨੇ, ਆਪਣੇ ਆਪ ਦੇ ਅੰਦਰ ਦੋਸ਼ ਖੋਜਦੇ ਨੇ। ਕਈ ਵਾਰ ਉਹਨਾਂ ਦੇ ਅੰਦਰ ਆਤਮ ਹੱਤਿਆ ਕਰਨ ਦੀ ਵਿਚਾਰ ਆਉਂਦੀ ਹੈ, ਤਾਂ ਇਹ ਇਨਫੀਰੀਓਰਿਟੀ ਕੰਪਲੈਕਸ ਹੈ। ਜੇ ਕਿਸੇ ਦੇ ਅੰਦਰ ਐਸੀਆਂ ਭਾਵਨਾਵਾਂ ਆਉਂਦੀਆਂ ਨੇ ਤਾਂ ਚਾਹੀਦਾ ਹੈ ਉਹਨੂੰ ਸਾਈਕੋਲੋਜਿਸਟ, ਸਾਈਕੈਟ੍ਰਿਕ ਨੂੰ ਦਿਖਾਇਆ ਜਾਏ, ਕਿਉਂਕਿ ਅੱਜ ਕੱਲ੍ਹ ਇਹਨਾਂ ਚੀਜ਼ਾਂ ਦੀ ਕਾਉਂਸਲਿੰਗ ਵੀ ਹੁੰਦੀ ਹੈ ਔਰ ਦਵਾਈਆਂ ਵੀ ਮਿਲ ਜਾਂਦੀਆਂ ਨੇ ਤੇ ਬੰਦਾ ਇਸ ਚੀਜ਼ ਤੋਂ ਬਾਹਰ ਆ ਜਾਂਦਾ। ਦੂਜਾ ਹੈ ਸੁਪਰੀਓਰਿਟੀ ਕੰਪਲੈਕਸ। ਜਿਸ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ, ਉਹ ਕਹਿੰਦਾ ਕਿ ਜੋ ਕੁਝ ਹਾਂ ਮੈਂ ਹੀ ਹਾਂ, ਹੋਰ ਕੋਈ ਨਹੀਂ, ਮੈਂ ਸਭ ਤੋਂ ਵੱਡਾ ਹਾਂ, ਮੈਨੂੰ ਹੀ ਲੋਕ ਮਾਣ ਆਦਰ ਦੇਣ। ਜਿਹੜੇ ਅਹੰਕਾਰੀ ਹੁੰਦੇ ਨੇ, ਸੁਪਰੀਓਰਿਟੀ ਕੰਪਲੈਕਸ ਦੇ ਸ਼ਿਕਾਰ ਹੋ ਜਾਂਦੇ ਨੇ, ਜਾਂ ਜਿਨ੍ਹਾਂ ਦੇ ਅੰਦਰ
ਪੈਰਾਨਾइड ਪਰਸਨੈਲਿਟੀ ਡਿਸਆਰਡਰ ਆਦਿਕ ਆ ਜਾਂਦਾ ਹੈ ਈਗੋ ਕਰਕੇ, ਤਾਂ ਉਹਨਾਂ ਦੇ ਨਾਲ ਰਹਿਣਾ ਬੜਾ ਮੁਸ਼ਕਲ ਹੋ ਜਾਂਦਾ। ਉਹ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ। ਇਹ ਨਿਸ਼ਾਨੀ ਉਹਨਾਂ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਹਿੰਦੇ ਨੇ ਜੋ ਕੁਝ ਮੈਂ ਕਹਿ ਰਿਹਾ ਇਹ ਹੀ ਠੀਕ ਹੈ, ਬਾਕੀ ਸਾਰਾ ਕੁਝ ਗਲਤ, ਬਾਕੀ ਸਾਰੇ ਗਲਤ ਨੇ, ਮੈਂ ਠੀਕ। ਉਹ ਆਪਣੀ ਰੋਗ ਨੂੰ ਮੰਨ ਕੇ ਰਾਜੀ ਨਹੀਂ ਹੁੰਦੇ, ਦੂਜਿਆਂ ਦੀਆਂ ਭਾਵਨਾਵਾਂ ਦਾ ਉਹ ਕਦਰ ਨਹੀਂ ਕਰਦੇ। ਨਿੱਕਾ ਜੀ ਗੱਲ ਤੋਂ ਲੜਨ ਮਰਨ ਵਾਸਤੇ ਉਹ ਤਿਆਰ ਹੋ ਜਾਂਦੇ ਨੇ। ਉਹ ਡਰਾਈਵਿੰਗ ਜਿਹੜੀ ਹੈ ਉਹ ਕਾਫੀ ਤੇਜ਼ ਕਰਨਗੇ ਔਰ ਆਪਣੇ ਆਪ ਨੂੰ ਉੱਚਾ ਔਰ ਸੁਪੀਰੀਅਰ ਸਮਝਣਗੇ। ਐਸੇ ਲੋਕਾਂ ਦਾ ਪਰਿਵਾਰਕ ਜੀਵਨ ਬੜਾ ਕਸ਼ਟਮਈ ਹੁੰਦਾ ਹੈ ਤੇ ਐਸੇ ਲੋਕਾਂ ਦੇ ਨਾਲ ਰਹਿਣ ਵਾਲਿਆਂ ਨੂੰ ਵੀ ਬੜੀ ਔਖਿਆਈ ਹੁੰਦੀ ਹੈ ਔਰ ਐਸੇ ਲੋਕਾਂ ਨੂੰ ਬਦਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਤਾਂ ਜੇ ਕਿਸੇ ਦੇ ਅੰਦਰ ਐਸੀਆਂ ਚੀਜ਼ਾਂ ਹੈ ਨੇ, ਪਰਸਨੈਲਿਟੀ ਡਿਸਆਰਡਰ, ਪੈਰਾਨਾइड ਪਰਸਨੈਲਿਟੀ ਡਿਸਆਰਡਰ ਹੈ ਜਾਂ ਕੋਈ ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੈ, ਤਾਂ ਇਹਨਾਂ ਲੋਕਾਂ ਦੀ ਵੀ ਕਾਉਂਸਲਿੰਗ ਕੀਤੀ ਜਾ ਸਕਦੀ ਹੈ, ਦਵਾਈ ਵੀ ਦਿੱਤੀ ਜਾ ਸਕਦੀ ਹੈ ਔਰ ਜੇ ਉਹਨਾਂ ਦਾ ਸਹਿਯੋਗ ਕੀਤਾ ਜਾਏ ਲੰਬੇ ਸਮੇਂ ਤੱਕ ਕਾਉਂਸਲਿੰਗ ਵਗੈਰਾ ਤਾਂ ਉਹ ਠੀਕ ਹੋ ਸਕਦੇ ਨੇ। ਪਰ ਜੇ ਬੰਦਾ ਗੁਰਬਾਣੀ ਦੇ ਨਾਲ ਜੁੜੇ ਤਾਂ ਫਿਰ ਇਹ ਚੀਜ਼ਾਂ ਆਉਂਦੀਆਂ ਹੀ ਨਹੀਂ। ਤੇ ਜੇ ਕਿਸੇ ਦੇ ਅੰਦਰ ਆ ਗਈਆਂ ਨੇ ਤੇ ਜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੇ, ਆਪ ਸਮਝੇ, ਉਹਨੂੰ ਪਿਆਰ ਨਾਲ ਸਮਝਾਇਆ ਜਾਏ ਤਾਂ ਇਹ ਚੀਜ਼ਾਂ ਖਤਮ ਹੋ ਸਕਦੀਆਂ ਨੇ। ਇਹ ਇੱਕ ਵੱਖਰਾ ਟੌਪਿਕ ਹੈ। ਪਰ ਇੱਥੇ ਜੋ ਗੱਲ ਹੈ, ਕਈ ਕੋਟ ਪਏ ਅਭਿਮਾਨੀ, ਕਰੋੜਾਂ ਲੋਕ ਨੇ ਜੋ ਹੰਕਾਰੀ ਨੇ, ਜੋ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ, ਦੂਜਿਆਂ ਦੇ ਦੁੱਖ ਨੂੰ ਦੁੱਖ ਨਹੀਂ ਸਮਝਦੇ, ਦੂਜਿਆਂ ਨੂੰ ਨੀਵਾਂ ਵਿਖਾਉਂਦੇ ਨੇ। ਅਨੇਕਾਂ ਲੋਕ ਨੇ ਐਸੇ। ਕਈ ਕੋਟ ਅੰਧ ਅਗਿਆਨੀ, ਅੰਧ ਦਾ ਮਤਲਬ ਅੰਨੇ, ਅਗਿਆਨੀ ਦਾ ਮਤਲਬ ਜਾਹਿਲ, ਮੂੜ। ਅੰਧ ਅਗਿਆਨੀ ਦਾ ਮਤਲਬ ਮਹਾ ਅਗਿਆਨੀ, ਮਹਾ ਅਗਿਆਨੀ। ਕਰੋੜਾਂ ਹੀ ਲੋਕ ਐਸੇ ਨੇ ਜਿਹੜੇ ਪੁੱਜ ਕੇ ਜਾਹਿਲ ਨੇ, ਬੇਸਮਝ ਨੇ, ਕਮਲੇ ਨੇ, ਅਗਿਆਨਤਾ ਵਾਲੇ ਕਰਮ ਕਰੀ ਜਾ ਰਹੇ ਨੇ। ਔਰ ਇਹ ਚੀਜ਼ ਸਮਝਣ ਵਾਲੀ ਹੈ, ਅਗਿਆਨੀ ਬੰਦਾ ਜਿਹੜਾ ਬੇਸਮਝ ਹੈ ਉਹ ਬੋਲਦਾ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਬੋਲ ਕੀ ਰਿਹਾ, ਕੀ ਮੇਰੇ ਬੋਲ ਯੂਨੀਵਰਸਲ ਟਰੁੱਥ ਦੇ ਉੱਤੇ ਪੂਰੇ ਉਤਰਦੇ ਨੇ, ਮੇਰੇ ਬੋਲਾਂ ਦਾ ਜੋ ਸਾਹਮਣੇ ਸੁਣਨ ਵਾਲੇ ਨੇ ਉਹਨਾਂ ਦੇ ਉੱਤੇ ਕੀ ਅਸਰ ਹੋਏਗਾ, ਮੇਰੇ ਬੋਲਾਂ ਦਾ ਰਿਐਕਸ਼ਨ ਕੀ ਹੋਏਗਾ, ਜੋ ਮੈਂ ਕਰਮ ਕਰ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ, ਜੋ ਮੈਂ ਖਾ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ, ਜੈਸਾ ਮੈਂ ਵਿਹਾਰ ਕਰ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ। ਜੇ ਠੀਕ ਇਹੀ ਵਿਹਾਰ ਮੈਂ ਦੂਜਿਆਂ ਦੇ ਨਾਲ ਕਰਾਂ, ਦੂਜੇ ਮੇਰੇ ਨਾਲ ਕਰਨ, ਜਿਹੋ ਜਿਹਾ ਵਿਹਾਰ ਮੈਂ ਦੂਜਿਆਂ ਨਾਲ ਕਰਨਾ, ਜੇ ਠੀਕ ਇਹੀ ਵਿਹਾਰ ਦੂਜੇ ਮੇਰੇ ਨਾਲ ਕਰਨ ਤਾਂ ਮੈਨੂੰ ਕੈਸਾ ਫੀਲ ਹੋਏਗਾ। ਜਿਹੜੇ ਬੋਲ ਮੈਂ ਦੂਜਿਆਂ ਵਾਸਤੇ ਬੋਲਣਾ, ਜੇ ਠੀਕ ਉਹ ਬੋਲ ਮੇਰੇ ਵਾਸਤੇ ਬੋਲਣ, ਮੈਨੂੰ ਕੈਸਾ ਫੀਲ ਹੋਏਗਾ। ਐਸਾ ਬੰਦਾ ਸੋਚਦਾ ਨਹੀਂ, ਉਹਨੂੰ ਅਗਿਆਨੀ ਕਹਿੰਦੇ। ਗੁਰੂ ਜੀ ਕਹਿੰਦੇ ਨੇ ਅਨੇਕਾਂ ਲੋਕ ਇਸ ਦੁਨੀਆ ਵਿੱਚ ਅਗਿਆਨੀ ਨੇ, ਬੇਸਮਝ ਨੇ, ਜੋ ਬੇਸਮਝੀ ਵਾਲੇ ਕਰਮ ਕਰੀ ਜਾ ਰਹੇ ਨੇ ਪਰ ਉਹਨਾਂ ਦੇ ਰਿਜ਼ਲਟ ਬਾਰੇ ਨਹੀਂ ਵਿਚਾਰਦੇ। ਜਿਵੇਂ ਆ ਜਿੰਨੇ ਵੀ ਧਰਮ ਦੇ ਨਾਮ ਦੇ ਉੱਤੇ ਕਰਮ ਕਾਂਡ ਨੇ ਲੋਕ ਕਰੀ ਜਾ ਰਹੇ ਨੇ ਪਰ ਉਹਦੀ ਹਕੀਕਤ ਨਹੀਂ ਵਿਚਾਰਦੇ ਕਿ ਇਹਦੀ ਹਕੀਕਤ ਕੀ ਹੈ, ਇਹਦੀ ਅਸਲੀਅਤ ਕੀ ਹੈ। ਜਿਵੇਂ ਕਿਸੇ ਨੇ ਕਹਿ ਦਿੱਤਾ ਜਾਂ ਸੁਣ ਲਿਆ, ਸਿਰਫ ਉਹਨੂੰ ਮੰਨ ਲਿਆ ਜਾਂਦਾ। ਕਈ ਕਰੋੜਾਂ ਹੀ ਐਸੇ ਨੇ। ਕਈ ਕੋਟ ਕਿਰਪਨ ਕਠੋਰ, ਕਿਰਪਨ ਦਾ ਮਤਲਬ ਕੰਜੂਸ, ਕਠੋਰ ਦਾ ਮਤਲਬ ਸਖਤ, ਕਠੋਰ ਦਾ ਮਤਲਬ ਕਾਠ ਵਰਗਾ, ਲੱਕੜ ਵਰਗਾ, ਸਖਤ। ਕਰੋੜਾਂ ਹੀ ਲੋਕ ਇਸ ਦੁਨੀਆ ਦੇ ਉੱਤੇ ਸ਼ੂਮ ਨੇ, ਕੰਜੂਸ ਨੇ ਔਰ ਸਖਤ ਦਿਲ ਵੀ ਨੇ। ਕਈ ਸਖਤ ਦਿਲ ਨੇ, ਕੰਜੂਸ ਨੇ। ਹੁਣ ਦੇਖੋ, ਇੱਕ ਤਾਂ ਹੁੰਦਾ ਹੈ ਆਪਣੀ ਲਿਮਿਟ ਦੇਖ ਕੇ, ਰਜਾਈ ਵੇਖ ਕੇ, ਚਾਦਰ ਵੇਖ ਕੇ ਪੈਰ ਪਸਾਰਨੇ। ਜਿੰਨੀ ਮੇਰੀ ਇਨਕਮ ਹੈ ਮੈਂ ਉਸ ਇਨਕਮ ਤੋਂ ਉੱਤੇ ਖਰਚ ਨਹੀਂ ਕਰ ਸਕਦਾ। ਜੇ ਮੈਂ ਆਪਣੀ ਇਨਕਮ ਤੋਂ ਜ਼ਿਆਦਾ ਖਰਚ ਕਰਾਂਗਾ ਤਾਂ ਮੈਂ ਕਰਜ਼ਾਈ ਹੋ ਜਾਵਾਂਗਾ ਤੇ ਉਸ ਕਰਜ਼ੇ ਨੂੰ ਉਤਾਰਨਾ ਮੇਰੇ ਵਾਸਤੇ ਮੁਸ਼ਕਲ ਹੋਏਗਾ। ਫਿਰ ਉਹ ਕਰਜ਼ਾ ਮੰਗਣ ਵਾਲੇ ਮੇਰੇ ਕੋਲ ਆਉਣਗੇ, ਉਹਨਾਂ ਨੂੰ ਮੈਂ ਦੇ ਨਹੀਂ ਪਾਵਾਂਗਾ, ਨਮੋਸ਼ੀ ਹੋਏਗੀ, ਹੌਲੇ ਹੌਲੇ ਮੈਂ ਡਿਪਰੈਸ਼ਨ ਵਿੱਚ ਚਲਾ ਜਾਵਾਂ।
अपने इनकम के हिसाब के नाल बजट बनाना, थोड़ी बचत करनी, ये कंजूसपुना नहीं, ये है सियाणप। ये सियाणप। कंजूसपुना उन्होंने कहते ने भी चीज आ तो रही है, जिहड़ी चीज आ गई बस वो हुण पई रहे, उन्होंने मैं वरता ना, होर आई जान ते वो जमा हो जान। कई लोग ऐसे ने समाज विच मिल जाते हैं, ऐसे बहुत सारे लोग कि जिन्हां दे कोल धन दौलत है पर वो चज दे कपड़े नहीं पाते, उन्हां दे कोल पैसा है पर चज दी रोटी नहीं खाते। बहुत लोग ऐसे ने जिन्हां दे कोल ना सारी गुंजाइश है, हम साडे वर्गे ने, सान ते गुरुद्वारा साहब तो लंगर छकना ही पैना है। तो मैं बहुत ऐसे वीरां भैणां नूं जानदा, देखो मैं इतराज नहीं कर रहा, चीज़ नूं थोड़ा जिहा समझना, मैं लंगर की विरोधता नहीं करन लगा। बहुते लोग ऐसे ने पूरी गुंजाइश है, काम करते हैं, कमाते हैं, लेकिन प्रशादा पानी गुरुद्वारे छक छड्डे, लंगर छकन की भावना करके नहीं, इस भावना करके कि अपना खर्चा बच जाएगा। देखो गुरुद्वारा साहब लंगर छकना एक वक्री गल है, पर इस भावना के नाल कि अपना बचा लवीए, जमा हुई जाए, पहली गल। दूजी गल कि खाण पीण की गुंजाइश है लेकिन बंदा पौष्टिक आहार नहीं खा रहा, बीमार हो जाएगा पर खाएगा नहीं, किसी के भले वास्ते वो कुछ देवेगा नहीं, सारे का सारा जमा कर करके अखीर उहदे अपने काम भी नहीं होता। कुछ लोग ऐसे ने, कुछ लोग बड़े कठोर ने, उन्हां दा हिरदा पतीजदा ही नहीं, किसी नूं दुखी वेख के उन्हां दी हेल्प करने वास्ते बिल्कुल तैयार नहीं। वो कहेंगे अपने कर्मां दा फल भोगो, इहदे नाल एवें ही होनी चाहिए सी, मरदा है ते मरे, मैं की करा, मैं ठेका लिया। कई लोग बड़े कठोर ने, निक्कियां निक्कियां वीडियो वायरल होंदियां ने, एक दो बीबियां दियां वायरल होईयां ने, किवें वो निक्के निक्के बच्चों नूं बुरी तरह कुट रहीआं ने, एक दो बंदियां दियां होईयां ने, निक्के निक्के बच्चों नूं किवें बुरी तरह कुट रहे हैं, इन्ने कठोर। एक बीबी की वायरल हुई सी वीडियो, जिहड़ी अपनी बीमार सस नूं बड़ा मारदी सी कि वो मंजे तो थल्ले सुटना, फिर वो पति ने किते कैमरा लगाया होना है, तो वो वायरल हुई वीडियो। इन्नी कठोरता कि एक बजुर्ग माता जिहड़ी उठ बैठ नहीं सकती, उन्होंने इन्ना दुख किया जा रहा। इन्ने कठोर लोग जो अपने बजुर्गों नूं छड्ड आए ने बिरध आश्रमां विच, देखो जिन्हां दा कोई नहीं, उन्होंने तो उत्थे जाना मजबूरी भी है, हक भी है, पर जिन्हों के वैल सैटल्ड बच्चे ने वो भी बिरध आश्रमां विच, कठोरता है ना, इस तो कठोरता होर की होएगी। वो कोई अजकल अपने बजुर्ग नूं मिलण गया सी बिरध आश्रम विच, मास्क बन्निया सी नक मूंह ते, ते जिहड़े बिरध आश्रम दा अगे सेवादार सी, वो कहण लगा भी सजना किवें आया, कहंदा अपने पिता नूं मिलना है, कहना यार तैनूं ते सारा मूंह ढक के आउणा चाहीदा सी, तैनूं ते अखां भी ढक के आउणियां चाहीदियां। शर्म वाली गल है ना, चंगा भला बंदा होए, इन्नी कठोरता, इन्नी कठोरता कि खाण पीण वाली चीज़ों में मिलावटां, इन्नी कठोरता कि 80-90 हज़ार तनख्वाह लैण वाला बंदा ते 250-300 तनख्वाह लैण मजदूरी वाले बंदे तो रिश्वत लवे। कठोर ने ना इस दुनिया विच, इन्नी कठोरता कि एटम बम सुट के लखां लोकां नूं बर्बाद कर देना, इन्नी कठोरता कि मजदूर नूं पूरी मजदूरी ना देनी, मजदूर का हक किसी भी रूप दे विच खा जाना। करोड़ों लोग ने जिहड़े इन्ने कंजूस ने, इन्ने कठोर ने, ऐसी जिंदगी जी रहे हैं, उन्हां दी विचार बन गई ऐसी। कई कोट अभिग आत्म निकोर, अभिग का मतलब ना भिजन वाले, जिन्हां दा सुभाव बड़ा खुश्क, जिवें पत्थर नहीं पानी में सुटिए, 10 दिन प्यार है, महीना प्यार है, 6 महीने प्यार है, कड्डो थोड़ी देर बाद फिर सुक्का। अभिज नहीं भिजदा, ना भिजन वाले, अभिग का मतलब खुश्क, निकोर का मतलब कोरे रहन वाले, जिन्हां दे उत्ते कदे प्रेम रंग दा चढ़े ही ना। निकोर का मतलब जिन्हां ते रंग ना चढ़े, रुखे, कोरे, बड़े रुखे। कई करोड़ों लोग अंदरों महा कोरे ने, किसी का दुख तक के भी नहीं पसीजदे। याद रखना, किसी दुखी बंदे नूं दुखी वेख के
जिस बंदे का हिरदा नहीं ना पसीजदा वो बंदा अखवान के हकदार नहीं। ਉਹਦੇ ਵਿੱਚ ਤੇ ਪੱਥਰ ਵਿੱਚ ਕੋਈ ਫਰਕ ਨਹੀਂ ਹੈ। ਕਿਸੇ ਦੇ ਦੁੱਖ ਨੂੰ ਵੇਖ ਕੇ ਦੁੱਖ ਹੀ ਨਹੀਂ ਆਉਂਦਾ, ਕਿਸੇ ਦੇ ਦਰਦ ਨੂੰ ਸਮਝ ਕੇ ਉਹ ਦਰਦ ਉਹਦਾ ਸਮਝਦਾ ਹੀ ਨਹੀਂ। ਮੈਂ ਕੈਸੀ ਜ਼ਿੰਦਗੀ ਜੀ ਰਿਹਾ, ਦੂਜਾ ਕੈਸੀ ਜ਼ਿੰਦਗੀ ਜੀ ਰਿਹਾ ਹੈ, ਕਦੇ ਕਿਸੇ ਦੇ ਦੁੱਖ ਦਰਦ ਨੂੰ ਸਮਝੇ ਹੀ ਨਹੀਂ। ਅਭਿੱਗ ਨੇ, ਕੋਰੇ ਨੇ, ਨਾ ਭਿੱਜਣ ਵਾਲੇ ਨੇ, ਨਾ ਨਰਮ ਹੋਣ ਵਾਲੇ ਨੇ, ਨਾ ਹਿਰਦਾ ਨਰਮ ਹੁੰਦਾ ਜਿੰਨਾ ਮਰਜ਼ੀ ਤਰਲੇ ਲਈ ਜਾਏ। ਨਹੀਂ ਨਹੀਂ ਸੀ, ਬਿਲਕੁਲ ਕੋਰੇ ਅਭਿੱਗ। ਕਰੋੜਾਂ ਲੋਕ ਨੇ ਐਸੇ ਜਿਹੜੇ ਐਸੀ ਜ਼ਿੰਦਗੀ ਜੀ ਰਹੇ ਨੇ, ਇਸ ਦੁਨੀਆ ਦੇ ਵਿੱਚ ਮੌਜੂਦ ਨੇ, ਸਾਨੂੰ ਸਮਾਜ ਦੇ ਵਿੱਚ ਫੇਰੇ ਦਿਸ ਜਾਂਦੇ ਨੇ। ਔਰ ਕਈ ਵਾਰ ਅਸੀਂ ਆਪ ਵੀ ਐਸੇ ਹੁੰਦੇ ਹਾਂ। ਇਹ ਤਾਂ ਹਰ ਬੰਦੇ ਨੂੰ ਆਪਣਾ ਪਤਾ ਹੈ ਭਾਈ, ਮੈਨੂੰ ਆਪਣਾ, ਤੁਹਾਨੂੰ ਆਪਣਾ। ਮੈਂ ਤੁਹਾਡਾ ਜੱਜ ਨਹੀਂ ਹੋ ਸਕਦਾ, ਤੁਸੀਂ ਮੇਰੇ ਜੱਜ ਨਹੀਂ ਹੋ ਸਕਦੇ, ਕਿਉਂਕਿ ਆਪਣੇ ਅੰਦਰ ਦੀ ਅਵਸਥਾ ਨੂੰ, ਸੋਚ ਨੂੰ, ਮੈਂਟੈਲਿਟੀ ਨੂੰ, ਮਾਨਸਿਕਤਾ ਨੂੰ ਮੈਂ ਜਾਣਨਾ ਕਿ ਮੈਂ ਅੰਦਰੋਂ ਕੈਸਾ ਹਾਂ। ਤੁਹਾਨੂੰ ਮੇਰੀ ਅੰਦਰ ਦੀ ਸੋਚ ਦਾ ਨਹੀਂ ਪਤਾ, ਕਿਉਂਕਿ ਤੁਸੀਂ ਅੰਤਰਜਾਮੀ ਨਹੀਂ। ਤੇ ਤੁਹਾਡੇ ਅੰਦਰ ਦੀ ਸੋਚ ਦਾ ਭਾਈ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਅੰਤਰਜਾਮੀ ਨਹੀਂ ਨਾ। ਤੁਹਾਡੀ ਸੋਚ ਦਾ ਤੁਹਾਨੂੰ ਪਤਾ ਹੈ। ਅਸੀਂ ਗੁਰਬਾਣੀ ਰਾਹੀਂ ਆਪਣੇ ਆਪ ਨੂੰ ਪਰਖ ਸਕਦੇ ਹਾਂ ਕਿ ਕਿਤੇ ਆਪ ਅਸੀਂ ਤਾਂ ਨਹੀਂ ਖੜੇ ਇੱਥੇ। ਕਈ ਕੋਟ ਪਰ ਦਰਬ ਕੋ ਹਿਰੇ। ਹਿਰੇ ਦਾ ਮਤਲਬ ਚੁਰਾਉਂਦੇ ਨੇ, ਪਰ ਦਰਬ ਦਾ ਮਤਲਬ ਪਰਾਇਆ ਧਨ। ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਨੇ। ਹੁਣ ਧਨ ਚੁਰਾਉਣ ਦਾ ਮਤਲਬ ਇਹ ਨਹੀਂ ਕਿ ਚੋਰੀ ਹੀ ਕਰਨ ਜਾਂਦੇ ਨੇ। ਧਨ ਕਈ ਢੰਗਾਂ ਦੇ ਨਾਲ ਚੁਰਾਇਆ ਜਾਂਦਾ ਹੈ। ਬੇਗਾਨਾ ਹੱਕ ਖਾਣਾ, ਮਜ਼ਦੂਰ ਨੂੰ ਪੂਰੀ ਮਜ਼ਦੂਰੀ ਨਾ ਦੇਣੀ, ਇਹ ਵੀ ਤਾਂ ਚੋਰੀ ਹੈ ਨਾ। ਕਿਸੇ ਦਾ ਹੱਕ ਖਾ ਜਾਣਾ, ਰਿਸ਼ਵਤ ਲੈ ਲੈਣੀ, ਡੁਪਲੀਕੇਟ ਕੋਈ ਸ਼ੈ ਦੇ ਦੇਣੀ, 4 ਰੁਪਏ ਦੀ ਚੀਜ਼ 200 ਵਿੱਚ ਵੇਚ ਦੇਣੀ, ਇਹ ਪੁਰਾਣਾ ਜਿਹੜਾ ਹੈ ਪੁਰਾਣਾ ਧਨ ਚੁਰਾਉਣ ਦੀ ਗੱਲ ਹੀ ਹੈ ਨਾ। ਕਿਸੇ ਵੀ ਢੰਗ ਨਾਲ, ਨਜਾਇਜ਼ ਢੰਗ ਦੇ ਨਾਲ ਦੂਜੇ ਦਾ ਹੱਕ ਖਾਣਾ, ਇਹਨੂੰ ਕਹਿੰਦੇ ਨੇ ਪਰਾਇਆ ਧਨ ਚੁਰਾਉਣਾ। ਕਈ ਕਰੋੜਾਂ ਲੋਕ ਐਸੇ ਨੇ ਜੋ ਪਰਾਇਆ ਧਨ ਚੁਰਾ ਰਹੇ ਨੇ, ਪਰਾਏ ਹੱਕ ਖਾ ਰਹੇ ਨੇ, ਪਰਾਈ ਪ੍ਰੋਪਰਟੀ ਖਾ ਰਹੇ ਨੇ। ਕਈ ਕੋਟ ਪਰ ਦੁੱਖ ਨਾ ਕਰੇ। ਪਰ ਦੂਖਣਾ ਦਾ ਮਤਲਬ ਪਰਾਈ ਨਿੰਦਿਆ। ਦੂਖਣਾ ਦਾ ਮਤਲਬ ਹੁੰਦਾ ਨਿੰਦਿਆ। ਕਰੋੜਾਂ ਲੋਕ ਨੇ ਜੋ ਦੂਜਿਆਂ ਦੀ ਨਿੰਦਿਆ ਕਰਦੇ ਨੇ, ਸਾਰਾ ਦਿਨ, ਸਾਰੀ ਜ਼ਿੰਦਗੀ ਨਿੰਦਿਆ ਕਰਦਿਆਂ ਹੀ ਲੰਘ ਜਾਂਦੀ ਹੈ। ਇਹ ਨਿੰਦਾ ਬਾਰੇ ਥੋੜਾ ਜਿਹਾ ਸਮਝ ਲੈਣਾ। ਕਈ ਵਾਰ ਅਸੀਂ ਸੱਚ ਬੋਲਣ ਨੂੰ ਵੀ ਨਿੰਦਿਆ ਕਹਿ ਦਿੰਦੇ ਹਾਂ ਕਿ ਸਾਨੂੰ ਕੀ ਲੋੜ ਹੈ ਨਿੰਦਿਆ ਕਰਨ ਦੀ। ਨਿੰਦਿਆ ਔਰ ਸੱਚਾਈ ਵਿੱਚ ਫਰਕ ਹੈ। ਨਿੰਦਿਆ ਤੋਂ ਬਚਣਾ ਹੈ ਤੇ ਸੱਚ ਬੋਲਣਾ ਹੈ। ਦੇਖੋ, ਨਿੰਦਾ, ਸੱਚ ਔਰ ਉਸਤਤ ਕੀ ਹੈ? 2 ਤੇ 2 ਕਿੰਨੇ ਹੁੰਦੇ ਨੇ ਜੀ? 4। 2 ਤੇ 2 4, ਇਹ ਸੱਚਾਈ ਹੈ। ਕਹਿਣਾ ਚਾਹੀਦਾ 2 ਤੇ 2 4। 2 ਤੇ 2 3 ਕਹਿਣਾ ਇਹ ਨਿੰਦਿਆ ਹੈ। 2 ਤੇ 2 3 ਨਹੀਂ ਨਾ ਹੁੰਦੇ। ਜੇ ਕੋਈ ਕਹੇ 2 ਤੇ 2 3, ਇਹ ਹੈ ਨਿੰਦਿਆ। ਤੇ 2 ਤੇ 2 5 ਹੁੰਦੇ ਨੇ, ਇਹ ਉਸਤਤ ਹੈ। 2 ਤੇ 2 4, ਇਹ ਸੱਚਾਈ ਹੈ। ਕਿਸੇ ਦੇ ਗੁਣਾਂ ਨੂੰ ਆਪਣੇ ਸਵਾਰਥ ਵਾਸਤੇ ਔਗਣ ਬਣਾ ਕੇ ਪੇਸ਼ ਕਰਨਾ, ਇਹ ਉਹਦੀ ਨਿੰਦਿਆ ਹੈ। ਆਪਣੇ ਸਵਾਰਥ ਵਾਸਤੇ ਜਾਂ ਈਰਖਾ ਵਸ ਕਿਸੇ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਨਾ, ਇਹ ਹੈ ਨਿੰਦਿਆ। ਤੇ ਆਪਣੇ ਸਵਾਰਥ ਵਾਸਤੇ ਜਾਂ ਵੈਸੇ ਹੀ ਕਿਸੇ ਦੇ ਔਗਣਾਂ ਨੂੰ ਗੁਣ ਬਣਾ ਕੇ ਪੇਸ਼ ਕਰਨਾ, ਇਹ ਉਹਦੀ ਹੈ ਉਸਤਤ, ਜਿਹਨੂੰ ਅਸੀਂ ਚਾਪਲੂਸੀ ਕਹਿ ਦਿੰਦੇ ਹਾਂ। ਪਰ ਜੋ ਜੈਸਾ ਹੈ, ਸੱਚੀ ਭਾਵਨਾ ਦੇ ਨਾਲ ਉਹਨੂੰ ਵੈਸਾ ਹੀ ਪੇਸ਼ ਕਰਨਾ, ਇਹ ਸੱਚਾਈ ਹੈ। ਤਾਂ ਸੱਚ ਇੱਕ ਵੱਖਰੀ ਚੀਜ਼ ਹੈ, ਨਿੰਦਿਆ ਇੱਕ ਵੱਖਰੀ ਚੀਜ਼ ਹੈ, ਉਸਤਤ ਇੱਕ ਵੱਖਰੀ ਚੀਜ਼ ਹੈ। ਅਸੀਂ ਉਸਤਤ ਤੋਂ ਵੀ ਬਚਣਾ ਹੈ ਤੇ ਨਿੰਦਾ ਤੋਂ ਵੀ ਬਚਣਾ ਹੈ, ਸੱਚ ਬੋਲਣਾ ਹੈ। ਮੈਂ ਇੱਕ ਸ਼ਬਦ ਆਪ ਨਾਲ ਸਾਂਝਾ ਕਰਦੇ ਹਾਂ। ਅਸੀਂ ਜਦੋਂ ਆਨੰਦ ਕਾਰਜ ਹੁੰਦਾ, ਇੱਕ ਸ਼ਬਦ ਪੜ੍ਹਦੇ ਹਾਂ ਨਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਛ ਤਿਆਗੀ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਛ ਤਿਆਗੀ। ਹੱਬੇ ਸਾਖ ਉਡਾਵੇ ਡਿੱਠੇ, ਤੋਂ ਪੱਲੇ ਪੈਂਦੇ ਲੱਗ।
ਆਮ ਕਰਕੇ ਕਹਿ ਦਿੱਤਾ ਜਾਂਦਾ ਕਿ ਪੱਲੇ ਦਾ ਸ਼ਬਦ ਪੜੋ। ਇਸ ਸ਼ਬਦ ਦਾ ਪੱਲੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੇ ਜਦੋਂ ਰਹਿਤ ਮਰਿਆਦਾ ਪੜੋਗੇ ਨਾ, ਰਹਿਤ ਮਰਿਆਦਾ ਵਿੱਚ ਵੀ ਇਹ ਸ਼ਬਦ ਪੜਨ ਵਾਸਤੇ ਨਹੀਂ ਲਿਖਿਆ ਹੋਇਆ। ਮੇਰਾ ਮਤਲਬ ਇਹ ਨਹੀਂ ਕਿ ਨਾ ਪੜੋ, ਮੇਰਾ ਮਤਲਬ ਉਹ ਨਹੀਂ ਹੈ। ਮੇਰੇ ਭਾਵ ਨੂੰ ਸਮਝਣਾ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਸ ਤਿਆਗੀ, ਹੱਬੇ ਸਾਖ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਸ਼ਬਦ ਜਦੋਂ ਪੜਿਆ ਜਾਂਦਾ ਹੈ ਤੇ ਉਹਦਾ ਭਾਵ ਇਹ ਸਮਝਿਆ ਜਾਂਦਾ ਹੈ ਕਿ ਜਿਵੇਂ ਬੱਚੀ ਜਿਹਦਾ ਵਿਆਹ ਹੋ ਰਿਹਾ ਹੈ, ਉਹ ਆਪਣੇ ਪਤੀ ਨੂੰ ਕਹਿ ਰਹੀ ਹੋਵੇ ਕਿ ਮੈਂ ਸਾਰੇ ਸਾਖ ਝੂਠੇ ਵੇਖੇ ਨੇ ਤੇ ਸਾਰੇ ਝੂਠੇ ਸਾਖ ਛੱਡ ਕੇ ਮੈਂ ਤੇਰੇ ਪੱਲੇ ਲੱਗੀ ਹਾਂ। ਉਹਦਾ ਭਾਵ ਐਵੇਂ ਦਾ ਸਾਡੀ ਸਮਝ ਵਿੱਚ ਆਉਂਦਾ ਹੈ ਤੇ ਐਵੇਂ ਸਮਝਿਆ ਗਿਆ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ। ਹੁਣ ਦੇਖੋ, ਜੇ ਇਹਦਾ ਮਤਲਬ ਇਹ ਲਿਆ ਜਾਵੇ ਔਰ ਅਸੀਂ ਲੈਂਦੇ ਵੀ ਹਾਂ ਵੀ ਬਾਕੀ ਦੇ ਸਾਖ ਸਾਰੇ ਝੂਠੇ ਨੇ, ਪਤੀ ਦਾ ਸਾਖ ਸੱਚਾ ਹੈ। ਹੁਣ ਜੇ ਫਿਰ ਜਿਹੜੀ ਨੂੰਹ ਰਾਣੀ ਹੈ ਘਰ ਜਾ ਕੇ ਆਪਣੇ ਸੱਸ ਸਹੁਰੇ ਨਾਲੋਂ ਭਾਂਡੇ ਵੱਖਰੇ ਕਰ ਲਏ, ਦਰਾਣੀਆਂ ਜਠਾਣੀਆਂ ਨਾਲ ਨਾ ਮਿਲੇ, ਨਨਾਨਾਂ ਨਾਲ ਨਾ ਮਿਲੇ, ਤੇ ਫਿਰ ਉਹਦਾ ਦੋਸ਼ ਤੇ ਨਹੀਂ ਨਾ, ਕਿਉਂਕਿ ਬਾਕੀ ਸਾਖ ਤੇ ਝੂਠੇ ਨੇ। ਉਹ ਛੱਡ ਦਿੱਤੇ ਨੇ, ਉਹ ਪਤੀ ਦੇ ਲੜ ਲੱਗ ਗਈ, ਉਹ ਆਪਣੇ ਪਤੀ ਦੇ ਭਾਂਡੇ ਚੁੱਕ ਕੇ ਵੱਖਰੇ ਲੈ ਗਈ, ਫਿਰ ਦੋਸ਼ ਤੇ ਨਾ ਹੋਇਆ। ਇਹਦਾ ਭਾਵ ਇਹ ਨਹੀਂ ਹੈ। ਇਹਦਾ ਭਾਵ ਹੈ ਕਿ ਸਾਡੇ ਦੋ ਤਰ੍ਹਾਂ ਦੇ ਰਿਸ਼ਤੇ ਨੇ ਇਸ ਦੁਨੀਆ ਵਿੱਚ ਜੋ ਅਸੀਂ ਬਣਾਏ ਹੋਏ ਨੇ। ਇੱਕ ਰਿਸ਼ਤਾ ਹੈ ਉਸਤਤ ਦਾ, ਇੱਕ ਰਿਸ਼ਤਾ ਹੈ ਨਿੰਦਿਆ ਦਾ। ਇੱਕ ਵੀਰ ਦੀ ਮੈਂ ਨਿੰਦਿਆ ਕਰਦਾ ਹਾਂ, ਕੁਛ ਵੀਰਾਂ ਨੂੰ ਮੈਂ ਮਾੜਾ ਕਹਿਣਾ ਕਿ ਸਾਡਾ ਫਲਾਂ ਬੰਦਾ ਨਾ ਜੀ ਉਹ ਗਲਤ ਹੈ, ਉਹ ਫਲਾਣਾ ਗਲਤ, ਉਹਦੇ ਵਿੱਚ ਇਹ ਚੀਜ਼ਾਂ ਨੇ, ਉਹਦੇ ਗੁਣਾਂ ਨੂੰ ਵੀ ਮੈਂ ਔਗਣ ਬਣਾ ਕੇ ਪੇਸ਼ ਕਰਨਾ, ਉਹਦੇ ਨਾਲ ਤੇ ਮੇਰਾ ਨਿੰਦਿਆ ਦਾ ਰਿਸ਼ਤਾ ਬਣਿਆ। ਦੂਜਾ ਬੰਦਾ ਹੈ ਜਿਹਦੀ ਮੈਂ ਚਾਪਲੂਸੀ ਕਰਨਾ ਜੀ ਉਹ ਬੰਦਾ ਬੜਾ ਚੰਗਾ ਹੈ, ਉਹਦੇ ਵਰਗਾ ਤੇ ਬੰਦਾ ਹੀ ਹੈ ਨਹੀਂ। ਕੁਛ ਲੋਕਾਂ ਦੇ ਨਾਲ ਅਸੀਂ ਨਿੰਦਿਆ ਵਾਲਾ, ਨਫ਼ਰਤ ਵਾਲਾ ਰਿਸ਼ਤਾ ਬਣਾਈ ਬੈਠੇ ਹਾਂ ਤੇ ਕੁਛ ਲੋਕਾਂ ਦੇ ਨਾਲ ਅਸੀਂ ਉਸਤਤ ਵਾਲਾ ਰਿਸ਼ਤਾ ਬਣਾਈ ਬੈਠੇ ਹਾਂ। ਗੁਰੂ ਜੀ ਕਹਿੰਦੇ ਨੇ ਮੈਂ ਉਸਤਤ ਔਰ ਨਿੰਦਿਆ ਵਾਲੇ ਇਹ ਦੋਵੇਂ ਰਿਸ਼ਤੇ ਛੱਡ ਦਿੱਤੇ ਨੇ। ਨਾ ਮੈਂ ਕਿਸੇ ਦੀ ਨਿੰਦਿਆ ਕਰਨਾ, ਨਾ ਮੈਂ ਕਿਸੇ ਦੀ ਉਸਤਤ ਕਰਨਾ, ਮੈਂ ਸੱਚ ਦੇ ਨਾਲ ਜੁੜਿਆ ਹਾਂ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਛ ਤਿਆਗੀ। ਹੱਬੇ ਸਾਖ ਜਿਹੜੇ ਉਸਤਤ ਔਰ ਨਿੰਦਿਆ ਵਾਲੇ ਬਣਾਏ ਸਨ, ਕੁੜਾਵੇ ਡਿੱਠੇ ਮੈਂ ਝੂਠੇ ਵੇਖ ਲੈਣੇ ਕਿ ਕਿਸੇ ਦੀ ਨਿੰਦਿਆ ਕਰਨੀ ਐਵੇਂ ਬਕਵਾਸ ਸੀ ਤੇ ਕਿਸੇ ਦੀ ਐਵੇਂ ਚਾਪਲੂਸੀ ਕਰਨੀ ਵੀ ਬਕਵਾਸ ਸੀ। ਤੋ ਪੱਲੇ ਟੈਂਡੇ ਲੱਗੀ, ਤਾਂ ਮੈਂ ਤੇਰੇ ਪੱਲੇ ਲੱਗੀ ਹਾਂ, ਤਾਂ ਮੈਂ ਰੱਬ ਦੇ ਪੱਲੇ ਲੱਗੀ ਹਾਂ, ਤਾਂ ਮੇਰਾ ਰੱਬ ਦੇ ਨਾਲ ਮਿਲਾਪ ਹੋ ਗਿਆ, ਸੱਚ ਨਾਲ ਮਿਲਾਪ। ਪਰ ਗੁਰੂ ਜੀ ਕਹਿੰਦੇ ਨੇ ਕਈ ਕੋਟ ਪ੍ਰਦੂਖ ਨਾ ਕਰੇ, ਕਰੋੜਾਂ ਲੋਕ ਨੇ ਜੋ ਪਰਾਈ ਨਿੰਦਿਆ ਹੀ ਕਰੀ ਜਾਂਦੇ ਨੇ, ਦੋ ਤੇ ਦੋ ਤਿੰਨ ਨਹੀਂ ਕਹੀ ਜਾਂਦੇ। ਕਈ ਕੋਟ ਮਾਇਆ ਸ਼ਰਮ ਮਾਹੇ, ਇਹਨੂੰ ਸ਼ਰਮ ਨਹੀਂ ਪੜਨਾ, ਸ਼ਰਮ ਪੜਨਾ ਹੈ ਸੱਸੇ ਦੇ ਪੈਰ ਥੱਲੇ ਅੱਧਾ ਰਾਰਾ ਹੈ। ਸ਼ਰਮ, ਸ਼ਰਮ ਦਾ ਮਤਲਬ ਹੈ ਉਦਮ। ਮਾਇਆ ਸ਼ਰਮ ਮਾਹੇ, ਮਾਇਆ ਇਕੱਠੀ ਕਰਨ ਦੇ ਉਦਮ ਵਿੱਚ। ਸ਼ਰਮ ਦਾ ਮਤਲਬ ਮਿਹਨਤ, ਉਦਮ। ਕਰੋੜਾਂ ਮਨੁੱਖ ਨੇ ਜੋ ਧਨ ਪਦਾਰਥ ਨੂੰ ਇਕੱਠਿਆਂ ਕਰਨ ਵਿੱਚ ਹੀ ਜੁਟੇ ਨੇ, ਇਕੱਠਾ ਕਰੀ ਜਾ ਰਹੇ ਨੇ। ਇਹਦਾ ਮਤਲਬ ਇਹ ਨਹੀਂ ਕਿ ਧਨ ਨਾ ਕਮਾਓ। ਦੇਖੋ, ਪੈਸਾ ਸਾਡੀ ਲੋੜ ਹੈ, ਮੇਰੀ ਵੀ, ਤੁਹਾਡੀ ਵੀ, ਹਰ ਇੱਕ ਦੀ ਲੋੜ ਹੈ। ਰੋਟੀ, ਕੱਪੜਾ, ਮਕਾਨ ਇਹ ਸਾਡੀ ਜ਼ਰੂਰਤ ਹੈ। ਪਰ ਇਹ ਪੈਸਾ, ਰੋਟੀ, ਕੱਪੜਾ, ਮਕਾਨ ਜੋ ਵੀ ਹੈ, ਇਹ ਜ਼ਿੰਦਗੀ ਜੀਣ ਵਾਸਤੇ ਹੈ, ਜ਼ਿੰਦਗੀ ਇਹਨਾਂ ਵਾਸਤੇ ਨਹੀਂ। ਕਈ ਲੋਕਾਂ ਨੇ ਆਪਣੀ ਜ਼ਿੰਦਗੀ ਹੀ ਇਹਨਾਂ ਵਾਸਤੇ ਲਾ ਦਿੱਤੀ ਹੈ। ਬਾਕੀ ਸਾਰਾ ਕੁਝ ਭੁੱਲ ਗਏ ਨੇ, ਰਿਸ਼ਤੇ ਵੀ ਭੁੱਲ ਗਏ ਨੇ, ਇਨਸਾਨੀਅਤ ਵੀ ਭੁੱਲ ਗਏ ਨੇ, ਸੱਚ ਨੂੰ ਵੀ ਛੱਡ ਬੈਠੇ ਨੇ, ਦਇਆ ਵੀ ਉਹਨਾਂ ਦੇ ਅੰਦਰ ਨਹੀਂ ਹੈ, ਔਰ ਪਿਆਰ ਮੁਹੱਬਤ ਵੀ ਨਹੀਂ ਹੈ। ਕੇਵਲ ਪਦਾਰਥਾਂ ਦੇ ਵਿੱਚ ਖਚਤ ਹੋ ਗਏ। ਉਹਨਾਂ ਨੇ ਧਨ ਦੌਲਤ ਵਾਸਤੇ ਆਪਣਾ ਧਰਮ ਈਮਾਨ ਵੀ ਵੇਚ ਦਿੱਤਾ ਹੈ, ਜ਼ਮੀਰ ਵੀ ਮਾਰ ਲਈ ਹੈ, ਇਨਸਾਨੀਅਤ ਵੀ ਖਤਮ ਕਰ ਲਈ ਹੈ। ਕਰੋੜਾਂ ਲੋਕ ਐਸੇ ਨੇ, ਅਸੀਂ ਸਮਾਜ ਵਿੱਚ ਵੇਖ ਸਕਦੇ ਹਾਂ। ਹੋ ਸਕਦਾ ਹੈ ਮੇਰਾ ਆਪਣਾ ਇਹ ਹਾਲ ਹੋਵੇ, ਅਸੀਂ ਵੀ ਇਸ ਕੈਟੇਗਰੀ ਵਿੱਚ ਆ ਸਕਦੇ ਹਾਂ। ਤਾਂ ਕਈ ਲੋਕ ਨੇ, ਕਰੋੜਾਂ ਲੋਕ ਨੇ, ਜਿਨ੍ਹਾਂ ਨੇ ਮਾਇਆ ਨੂੰ ਹੀ, ਧਨ ਦੌਲਤ ਨੂੰ ਹੀ ਆਪਣੀ ਜ਼ਿੰਦਗੀ ਦਾ ਗੋਲ ਬਣਾ ਲਿਆ, ਔਰ ਇਹਦੇ ਵਿੱਚ ਹੀ ਖਚਤ ਨੇ। ਇਸ ਤੋਂ ਉੱਤੇ ਉਹ ਸੋਚਦੇ ਹੀ ਨਹੀਂ, ਇਨਸਾਨੀਅਤ ਉਹਨਾਂ ਦੇ ਅੰਦਰ ਕਦੇ ਵਿਚਾਰ ਹੀ ਨਹੀਂ ਆਉਂਦੀ। ਕਈ ਕੋਟ ਪਰਦੇਸ ਪ੍ਰਮਾਹੇ, ਪ੍ਰਮਾਹੇ ਦਾ ਮਤਲਬ ਭਟਕ ਰਹੇ ਨੇ।
ਕਰੋੜਾਂ ਲੋਕ ਨੇ ਜੋ ਦੂਜੇ ਦੇਸ਼ਾਂ ਵਿੱਚ ਭਟਕ ਰਹੇ ਨੇ, ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਵਿੱਚ ਚਲੇ ਗਏ ਨੇ, ਇੱਕ ਦੇਸ਼ ਤੋਂ ਦੂਜੇ ਵਿੱਚ ਚਲੇ ਗਏ ਨੇ। ਜਿਵੇਂ ਅਸੀਂ ਇੰਡੀਆ ਛੱਡ ਕੇ ਇੰਗਲੈਂਡ ਆ ਗਏ, ਕਈ ਇੰਗਲੈਂਡ ਪੱਕੇ ਹੋ ਕੇ ਫਿਰ ਕੈਨੇਡਾ ਚਲੇ ਗਏ, ਕਈ ਕੈਨੇਡਾ ਤੋਂ ਅਮਰੀਕਾ ਚਲੇ ਗਏ, ਕੋਈ ਨਿਊਜ਼ੀਲੈਂਡ ਚਲਾ ਗਿਆ, ਇੱਕ ਦੇਸ਼ ਤੋਂ ਦੂਜੇ ਦੇਸ਼। ਕੁਛ ਤੇ ਐਸੇ ਨੇ ਪ੍ਰਵਾਸੀ ਹੋ ਗਏ ਨੇ। ਕੁਛ ਲੋਕ ਉਹ ਨੇ ਜਿਨ੍ਹਾਂ ਨੇ ਆਪਣੇ ਘਰ-ਬਾਰ ਨੂੰ ਛੱਡ ਦਿੱਤਾ ਹੈ ਕਿ ਉਹ ਜੰਗਲਾਂ ਵਿੱਚ ਭਟਕੀ ਜਾ ਰਹੇ ਨੇ, ਲੇਕਿਨ ਭਟਕ ਰਹੇ ਨੇ। ਦੇਖੋ, ਦੇਸ਼ ਬਦਲਣ ਦੇ ਨਾਲ ਸਹੂਲਤਾਂ ਬਦਲ ਸਕਦੀਆਂ ਨੇ। ਇੰਡੀਆ ਵਿੱਚ ਜਿਹੜੀਆਂ ਸਹੂਲਤਾਂ ਨਹੀਂ ਸਨ, ਸਾਨੂੰ ਇੱਥੇ ਇੰਗਲੈਂਡ, ਕੈਨੇਡਾ, ਅਮਰੀਕਾ ਵਿੱਚ ਆਣ ਕੇ ਉਹ ਸਹੂਲਤਾਂ ਮਿਲ ਗਈਆਂ। ਹੁਣ ਇੰਡੀਆ ਹਾਲੇ ਵੀ ਕੱਟ ਲੱਗਦੇ ਨੇ। ਅਸੀਂ ਉੱਥੇ ਮੋਹਾਲੀ ਤਾਂ ਬੜਾ ਸੋਹਣਾ ਸ਼ਹਿਰ ਹੈ, ਪਰ ਫਿਰ ਵੀ 3-3 4-4 ਘੰਟੇ ਦੇ ਕੱਟ ਲੱਗ ਜਾਂਦੇ ਨੇ ਬਿਜਲੀ ਦੇ, ਜਦੋਂ ਮਰਜ਼ੀ ਭੱਜ ਜਾਂਦੀ। ਕਈ ਵਾਰੀ 2-2 3-3 ਦਿਨ ਪਾਣੀ ਹੀ ਨਹੀਂ ਆਉਂਦਾ। ਇੱਥੇ ਇਹ ਸਹੂਲਤਾਂ ਹੈ ਨੇ, ਬਿਜਲੀ ਪਾਣੀ ਦੀ ਕੋਈ ਸਮੱਸਿਆ ਨਹੀਂ। ਇੱਥੇ ਹਰ ਬੰਦੇ ਨੂੰ ਕੰਮ ਮਿਲ ਜਾਂਦਾ ਹੈ, ਕਾਰੋਬਾਰ ਦੇ ਸਾਧਨ ਇੱਥੇ ਹੈ ਨੇ। ਬੰਦਾ ਦਿਹਾੜੀ ਮਜ਼ਦੂਰੀ ਇੱਥੇ ਕਰੇ ਤਾਂ ਉਹ ਚੰਗੀ ਰੋਟੀ ਖਾ ਸਕਦਾ ਹੈ, ਆਪਣਾ ਘਰ ਲੈ ਸਕਦਾ ਹੈ, ਰੋਟੀ ਖਾ ਸਕਦਾ ਹੈ ਚੰਗੀ। ਇੰਡੀਆ ਵਿੱਚ ਸਾਡੇ ਕੋਲੇ ਸਹੂਲਤਾਂ ਨਹੀਂ ਸਨ, ਇੱਥੇ ਸਹੂਲਤਾਂ ਮਿਲ ਗਈਆਂ। ਲੇਕਿਨ ਸਹੂਲਤਾਂ ਮਿਲਣ ਦੇ ਨਾਲ ਮੈਂਟੈਲਿਟੀ ਚੇਂਜ ਨਹੀਂ ਹੁੰਦੀ। ਦੇਸ਼ ਬਦਲਣ ਦੇ ਨਾਲ ਮੈਂਟੈਲਿਟੀ ਚੇਂਜ ਨਹੀਂ ਹੁੰਦੀ। ਦੇਸ਼ ਛੋੜ ਪਰਦੇਸਾਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੁੱਕਾ। ਕਿ ਜਿਹੜੇ ਕਾਮ ਕ੍ਰੋਧ ਸਨ, ਜਿਹੜੀ ਮੈਂਟੈਲਿਟੀ ਸੀ, ਜੋ ਮਾਨਸਿਕਤਾ ਸੀ, ਜੋ ਸੋਚ ਸੀ, ਉਹ ਤੇ ਨਾਲ ਹੀ ਆ ਗਈ। ਜੰਗਲ ਵਿੱਚ ਸੋਚ ਚਲੀ ਗਈ। ਇੰਗਲੈਂਡ ਤੋਂ ਕੈਨੇਡਾ ਚਲੇ ਗਏ, ਲੇਕਿਨ ਸੋਚ ਵੀ ਨਾਲ ਹੀ ਚਲੀ ਗਈ। ਕੈਨੇਡਾ ਤੋਂ ਅਮਰੀਕਾ ਚਲੇ ਗਏ, ਸੋਚ ਚਲੀ ਗਈ। ਇੰਡੀਆ ਚਲੇ ਗਏ, ਸੋਚ ਦੇ ਨਾਲ ਹੀ ਜਾ ਰਹੀ ਹੈ ਨਾ। ਗੱਲ ਤਾਂ ਸੋਚ ਬਦਲਣ ਦੀ ਸੀ। ਸੋਚ ਅੰਦਰ ਇਨਸਾਨੀਅਤ ਲਿਆਉਣ ਦੀ ਗੱਲ ਸੀ। ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੈ, ਸੱਚ ਹੈ, ਉਹ ਇੰਗਲੈਂਡ, ਕੈਨੇਡਾ, ਅਮਰੀਕਾ ਵਿੱਚ ਵੀ ਸੁਖੀ ਸ਼ਾਂਤ ਨੇ, ਚੰਗੇ ਨੇ। ਉਹ ਇੰਡੀਆ, ਪਾਕਿਸਤਾਨ ਵਿੱਚ ਵੀ ਚੰਗੇ ਨੇ। ਤੇ ਜਿਨ੍ਹਾਂ ਦੀ ਸੋਚ ਨਹੀਂ ਬਦਲੀ, ਸਹੂਲਤਾਂ ਤਾਂ ਮਿਲ ਗਈਆਂ, ਲੇਕਿਨ ਚੰਗਿਆਈ ਤਾਂ ਨਹੀਂ ਆਈ। ਈਰਖਾ ਦਵੈਸ਼ ਉਸੇ ਤਰ੍ਹਾਂ। ਇੰਡੀਆ ਵਿੱਚ ਵੀ ਲੜਾਈ ਝਗੜਾ ਸੀ, ਇੱਥੇ ਵੀ। ਉੱਥੇ ਵੀ ਈਰਖਾ ਦਵੈਸ਼ ਸੀ, ਇੱਥੇ ਵੀ। ਉੱਥੇ ਵੀ ਚੁਗਲੀ ਨਿੰਦਾ ਸੀ, ਇੱਥੇ ਵੀ। ਕਈ ਕਰੋੜਾਂ ਲੋਕ ਪ੍ਰਦੇਸ਼ਾਂ ਵਿੱਚ ਭਟਕ ਰਹੇ ਨੇ। ਜਿਤ ਜਿਤ ਲਾਭੋ ਤਿਤ ਤਿਤ ਲਗਨਾ। हे ਪ੍ਰਭੂ, ਆਪਣੇ ਹੁਕਮ ਦੇ ਅੰਦਰ ਜਿੱਧਰ ਜਿੱਧਰ ਤੁਸੀਂ ਲਾ ਦਿੰਦੇ ਹੋ, ਉਧਰ ਉਧਰ ਜੀਵ ਲੱਗ ਜਾਂਦਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਇੱਥੇ ਸਾਨੂੰ ਭੁਲੇਖਾ ਪੈਂਦਾ ਹੈ। ਔਰ ਬੰਦਾ ਬੜਾ ਚਲਾਕ ਹੈ, ਬੰਦਾ ਬਹੁਤ ਚਲਾਕ ਹੈ, ਕਿਉਂਕਿ ਇਹਨੇ ਆਪਣੇ ਭੈਣਾਂ ਭਰਾਵਾਂ ਨਾਲ, ਸਮਾਜ ਨਾਲ ਚਲਾਕੀਆਂ ਕੀਤੀਆਂ ਨੇ। ਚਲਾਕੀਆਂ ਕਰਕੇ ਇਹਨੇ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦਾ ਯਤਨ ਕੀਤਾ ਹੈ। ਚਲਾਕੀਆਂ ਦੇ ਨਾਲ ਇਹ ਦੂਜੇ ਨੂੰ ਦੋਸ਼ ਦੇਣਾ ਚਾਹੁੰਦਾ ਹੈ, ਆਪ ਨਿਰਦੋਸ਼ ਹੋ ਜਾਂਦਾ ਹੈ। ਚਲਾਕੀਆਂ ਦੇ ਨਾਲ ਇਹ ਬੇਗਾਨਾ ਹੱਕ ਖਾ ਜਾਂਦਾ ਹੈ। ਚਲਾਕੀਆਂ ਦੇ ਨਾਲ ਇਹ ਅੱਗੇ ਵੱਧ ਜਾਂਦਾ ਹੈ, ਕਿਸੇ ਨੂੰ ਠਿੱਬੀ ਮਾਰ ਜਾਂਦਾ ਹੈ, ਆਪ ਅਗਾਂਹ ਲੰਘ ਜਾਂਦਾ ਹੈ। ਚਲਾਕੀਆਂ ਕਰਦਾ ਨਾ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਬੰਦੇ ਦੀ ਚਲਾਕੀ ਇਹ ਹੀ ਹੈ ਕਿ ਬੰਦਾ ਅੰਦਰੋਂ ਹੋਰ ਹੈ, ਬਾਹਰੋਂ ਹੋਰ ਹੈ। ਜੋ ਕੁਛ ਮੈਂ ਕਹਿ ਰਿਹਾ ਅੰਦਰੋਂ ਨਹੀਂ ਆ ਤਾਂ ਚਲਾਕੀ ਹੋ ਗਈ। ਇੱਥੇ ਵੀ ਬੰਦਾ ਚਲਾਕੀ ਵਰਤਦਾ ਵੀ ਯਾਰ ਫਿਰ ਇਹਦਾ ਮਤਲਬ ਰੱਬ ਨੇ ਮੈਨੂੰ ਚੰਗੇ ਪਾਸੇ ਲਾਇਆ ਹੀ ਨਹੀਂ, ਮੈਂ ਤਾਂ ਨਹੀਂ ਲੱਗਾ, ਯਾਨੀ ਦੋਸ਼ ਰੱਬ ਦਾ ਹੈ। ਇੱਥੇ ਵੀ ਬੰਦਾ ਬਰੀ ਹੋ ਜਾਂਦਾ। ਹੁਣ ਜਿਤ ਲਾਵੋ ਦਾ ਮਤਲਬ ਕਿ ਜੈਸਾ ਹੁਕਮ ਹੈ ਨਾ ਰੱਬ ਦਾ, ਸਿਸਟਮ ਹੈ, ਜਿਹੜੇ ਸਿਸਟਮ ਨੂੰ ਫੋਲੋ ਕਰੋਗੇ ਉਧਰ ਹੀ ਲੱਗ ਜਾਓਗੇ। ਹੁਣ ਤੁਸੀਂ ਆਪਣੇ ਮਨ ਨੂੰ ਕਿੱਧਰ ਲਾਣਾ ਚਾਹੁੰਦੇ ਹੋ? ਰੱਬ ਅੰਦਰ ਬੈਠਾ ਨਾ, ਘਟ ਘਟ ਮੈਂ ਹਰ ਦੀ ਵਸੇ। ਮਨ ਤੁਹਾਡਾ ਹੈ, ਮਨ ਮੇਰਾ ਹੈ, ਤੇ ਇਸ ਮਨ ਨੂੰ ਕਿੱਧਰ ਲਾਣਾ ਚਾਹੁੰਦੇ ਹੋ? ਸੱਚ ਵੱਲ ਜਾਂ ਝੂਠ ਵੱਲ? ਤੁਹਾਡੀ ਮਰਜ਼ੀ ਹੈ। ਜਿੱਧਰ ਲੱਗਣਾ ਚਾਹੋਗੇ ਲੱਗ ਜਾਏਗਾ, ਰੱਬ ਉਧਰ ਹੀ ਲਾ ਦੇਗਾ। ਸਿਸਟਮ ਹੈ ਨਾ। ਤੁਸੀਂ ਬੁੱਲ 'ਚ ਬੈਠੇ ਹੋ ਤੇ ਬੁੱਲ 'ਚ ਤੋਂ ਤੁਸੀਂ ਗ੍ਰੇਵਲੈਂਡ ਵੱਲ ਨੂੰ ਕਾਰ ਚਲਾਓ ਤੇ ਗ੍ਰੇਵਲੈਂਡ ਵੱਲ ਨੂੰ ਚੱਲ ਪਵੇਗੀ। ਜੇ ਬਰਮਿੰਘਮ ਵੱਲ ਨੂੰ ਚਲਾਓ, ਬਰਮਿੰਘਮ ਵੱਲ ਨੂੰ ਚੱਲ ਪਵੇਗੀ। ਤੁਹਾਡੀ ਮਰਜ਼ੀ ਹੈ ਨਾ। ਕਾਰ ਤਾਂ ਕਾਰ ਹੈ, ਉਹਨੂੰ ਤੇ ਜਿੱਧਰ ਨੂੰ ਰੇਸ ਦਿਓਗੇ, ਸਟੀਅਰਿੰਗ ਮੋੜੋਗੇ, ਜਿਹੜੇ ਗੇਅਰ 'ਚ ਪਾਓਗੇ ਉਹਨੂੰ ਉਹਦੇ ਚੱਲੀ ਜਾਣਾ, ਉਧਰ ਨੂੰ ਚੱਲੀ ਜਾਣਾ, ਉਧਰ ਉਹਨੇ ਲੈ ਜਾਣਾ। ਉਹਦਾ ਕੋਈ ਲੈਣਾ ਦੇਣਾ ਨਹੀਂ ਕਿ ਤੁਸੀਂ ਗ੍ਰੇਵਲੈਂਡ ਜਾਣਾ ਚਾਹੁੰਦੇ ਹੋ ਕਿ ਬਰਮਿੰਘਮ। ਤੁਹਾਨੂੰ ਕਿੱਧਰ ਖਤਰਾ ਹੈ, ਕਿੱਧਰ ਖਤਰਾ ਨਹੀਂ, ਕਿੱਧਰ ਚੰਗਿਆਈ ਹੈ, ਕਿੱਧਰ ਬੁਰਾਈ ਨਹੀਂ, ਉਹਨੇ ਚੱਲੀ ਜਾਣਾ।
ਮਨ ਹੈ ਤੁਹਾਡਾ। ਹੁਣ ਮਨ ਨੂੰ ਜੈਸਾ ਤੁਸੀਂ ਕਹੋਗੇ ਸਿਸਟਮ ਹੈ, ਮਨ ਨੇ ਉਸੇ ਤਰ੍ਹਾਂ ਚੱਲ ਪੈਣਾ। ਤੁਹਾਡਾ ਜੀ ਕਰਦਾ ਝੂਠ ਬੋਲਣ ਤੇ, ਉਹਨੇ ਝੂਠ ਬੋਲੀ ਜਾਣਾ। ਜ਼ਬਾਨ ਹੈ ਵਿਚਾਰੀ, ਇਹਨੇ ਤੇ ਚੱਲਣਾ ਹੈ। ਚਾਹੇ ਝੂਠ ਬੋਲ ਲਓ, ਇਹਨੇ ਝੂਠ ਬੋਲ ਦੇਣਾ ਹੈ। ਸੱਚ ਬੋਲਣਾ ਚਾਹੁੰਦੇ ਹੋ ਸੱਚ, ਤੇ ਫਿਰ ਉਹਦਾ ਰਿਜ਼ਲਟ ਜਿਹੜਾ ਹੈ ਹੁਕਮ ਦੇ ਵਿੱਚ ਮਿਲੇਗਾ। ਤਾਂ ਜਿਵੇਂ ਪ੍ਰਭੂ ਦਾ ਹੁਕਮ ਹੈ, ਉਸ ਸਿਸਟਮ ਦੇ ਅੰਦਰ ਇਹ ਜੀਵ ਚੱਲ ਰਹੇ ਨੇ। ਜਿੱਧਰ ਕਿਸੇ ਨੇ ਲਾ ਲਿਆ ਹੈ ਉਧਰ ਹੀ ਉਹ ਲੱਗ ਗਿਆ ਹੈ, ਵੈਸਾ ਹੀ ਉਹਦਾ ਸੁਭਾਅ ਬਣ ਗਿਆ ਹੈ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਆਪਣੀ ਰਚਨਾ ਬਾਰੇ ਪ੍ਰਭੂ ਆਪ ਜਾਣਦਾ ਹੈ ਕਿ ਕਦੋਂ ਉਹਨੇ ਰਚਨਾ ਰਚੀ, ਕਿਵੇਂ ਰਚੀ, ਕਿੱਡੀ ਵੱਡੀ ਰਚਨਾ ਹੈ, ਕਿਵੇਂ ਇਹ ਹੋਂਦ ਵਿੱਚ ਆਈ, ਕਿੱਡੀ ਵੱਡੀ ਹੈ, ਕਿੰਨਾ ਵੱਡਾ ਇਹ ਖਲਰਗਨ ਹੈ, ਕਿੰਨਾ ਪ੍ਰਭੂ ਦਾ ਆਪਣਾ ਵਿਸਥਾਰ ਹੈ, ਕਿੰਨਾ ਉਹਦਾ ਸਿਸਟਮ ਹੈ। ਇਹਦਾ ਅੰਤ ਨਹੀਂ ਪਾਇਆ ਜਾਂਦਾ, ਅਨੰਤ ਹੈ ਉਹ ਪ੍ਰਭੂ ਪਰਮਾਤਮਾ। ਤੇ ਅਖੀਰਲੇ ਬਚਨ, ਕਈ ਕੋਟ ਸਿੱਧ ਜਤੀ ਜੋਗੀ। ਇਸ ਦੁਨੀਆ ਵਿੱਚ ਸਿੱਧ ਦਾ ਮਤਲਬ ਪੁੱਗੇ ਹੋਏ ਯੋਗੀ। ਕਈ ਤੇ ਨੇ ਯੋਗ ਸਾਧਨਾ ਵਿੱਚ ਲੱਗੇ ਨੇ, ਤੇ ਸਿੱਧ ਉਹਨੂੰ ਕਹਿੰਦੇ ਨੇ ਜਿਨ੍ਹਾਂ ਨੇ ਸਿੱਧੀ ਹਾਸਲ ਕਰ ਲਈ, ਸਫਲਤਾ ਹਾਸਲ ਕਰ ਲਈ, ਯੋਗ ਸਾਧਨਾ ਦੇ ਵਿੱਚ ਸਫਲ ਹੋ ਗਏ, ਉਹ ਮਾਸਟਰ ਹੋ ਗਿਆ ਉਹਦੇ ਵਿੱਚ, ਉਹਨੂੰ ਸਿੱਧ ਕਹਿੰਦੇ। ਜਤੀ ਦਾ ਮਤਲਬ ਕਾਮ ਨੂੰ ਵਸ ਕਰਨ ਦੇ ਜਿਹੜੇ ਯਤਨ ਵਿੱਚ ਲੱਗੇ ਨੇ। ਜੋਗੀ ਦਾ ਮਤਲਬ ਯੋਗਾ ਕਰਨ ਵਾਲੇ। ਇਸ ਦੁਨੀਆ ਵਿੱਚ ਕਈ ਲੋਕ ਜੋਗੀ ਨੇ, ਕਰੋੜਾਂ ਲੋਕ ਜਤੀ ਨੇ, ਔਰ ਕਰੋੜਾਂ ਹੀ ਸਿੱਧ ਨੇ, ਯਾਨੀ ਯੋਗਾ ਦੇ ਅੰਦਰ ਉਹਨਾਂ ਨੇ ਮਾਸਟਰੀ ਹਾਸਲ ਕਰ ਲਈ। ਕਰੋੜਾਂ ਲੋਕ ਨੇ ਜੋ ਇਹ ਕਰਮ ਕਰਦੇ। ਕਈ ਕੋਟ ਰਾਜੇ ਰਸ ਭੋਗੀ। ਰਸ ਭੋਗੀ ਦਾ ਮਤਲਬ ਐਸ਼ ਕਰਨ ਵਾਲੇ। ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਨੇ, ਜਿਹੜੇ ਮੌਜਾਂ ਹੀ ਮਾਣ ਰਹੇ ਨੇ, ਵਿਕਾਰ ਕਮਾ ਰਹੇ ਨੇ, ਪੈਸਾ ਬਹੁਤ ਹੈ, ਬਾਦਸ਼ਾਹ ਨੇ, ਜਾਂ ਅੱਜ ਦੇ ਹਿਸਾਬ ਵਿੱਚ ਉਹ MLA MP ਪ੍ਰਧਾਨ ਮੰਤਰੀ ਨੇ, ਜਾਂ ਕੋਈ ਵੀ ਪਦਵੀ ਹੈ। ਗੱਲ ਸਾਰਿਆਂ ਦੀ ਨਹੀਂ। ਅਨੇਕਾਂ ਐਸੇ ਕਰੋੜਾਂ ਲੋਕ ਨੇ ਜਿਹੜੇ ਮੌਜਾਂ ਹੀ ਮਾਣ ਰਹੇ ਨੇ, ਐਸ਼ੋ ਇਸ਼ਰਤੀ ਕਰ ਰਹੇ ਨੇ। ਇਤਿਹਾਸ ਪੜ੍ਹ ਕੇ ਦੇਖ ਲਓ ਕਿਵੇਂ ਰਾਜੇ ਪਾਪ ਕਮਾ ਰਹੇ ਸਨ, ਤੇ ਗੁਰਦੇਵ ਜੀ ਨੇ ਕਿਹਾ ਵੀ ਇਹ ਰਾਜੇ ਸ਼ਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਮੌਜਾਂ ਮਾਣੀ ਜਾ ਰਹੇ ਨੇ। ਕਈ ਕੋਟ ਪੰਖੀ ਸਰਪ ਉਪਾਏ। ਕਰੋੜਾਂ ਪੰਛੀ ਨੇ, ਸੱਪ ਨੇ, ਇਸ ਸ੍ਰਿਸ਼ਟੀ ਦੇ ਅੰਦਰ ਜੀਵ ਜਨਤਾ ਦਾ ਵੀ ਕੋਈ ਅੰਤ ਨਹੀਂ। ਕਈ ਕੋਟ ਪਾਥਰ ਬਿਰਖ ਨਿਪਜਾਏ। ਨਿਪਜਾਏ ਦਾ ਮਤਲਬ ਪੈਦਾ ਕੀਤੇ ਨੇ, ਰੁੱਖ ਬਿਰਖ। ਨਿਪਜਾਏ ਦਾ ਮਤਲਬ ਉਗਾਏ। ਕਰੋੜਾਂ ਹੀ ਪੱਥਰ ਨੇ, ਕਈ ਕਿਸਮ ਦੇ ਪੱਥਰ ਨੇ, ਅਨੇਕਾਂ ਇਸ ਦੁਨੀਆਂ ਦੇ ਵਿੱਚ ਰੁੱਖ ਨੇ। ਕਈ ਕੋਟ ਪਵਨ ਪਾਣੀ ਬੈਸੰਤਰ। ਅਨੇਕਾਂ ਕਿਸਮ ਦੀ ਅੱਗ ਹੈ, ਹਵਾ ਹੈ, ਪਾਣੀ ਹੈ। ਇਹਨਾਂ ਚੀਜ਼ਾਂ ਦਾ ਕੋਈ ਅੰਤ ਨਹੀਂ ਨਾ। ਕਿੰਨੀ ਅੱਗ ਹੈ, ਕਿੰਨੀ ਹਵਾ ਹੈ, ਕਿੰਨਾ ਪਾਣੀ ਹੈ, ਇਸ ਦੁਨੀਆ ਵਿੱਚ ਅੰਤ ਹੀ ਨਹੀਂ। ਨਿੱਕੀ ਦੀ ਤੀਲੀ ਦੇ ਅੰਦਰ ਇੰਨੀ ਅੱਗ ਸਮਾਈ ਹੋਈ ਹੈ ਕਿ ਸਾਰੀ ਦੁਨੀਆ ਨੂੰ ਗਾਲ ਕੇ ਰਾਖ ਕਰ ਦੇਵੇ, ਕਿਉਂਕਿ ਸਾਰੀ ਵਨਸਪਤੀ ਦੇ ਵਿੱਚ ਅੱਗ ਹੈ ਨਾ, ਅੰਦਰੋਂ ਹੀ ਬਲ ਪੈਣੀ। ਪਾਣੀ ਹੈ, ਪੌਣ ਹੈ। ਕਈ ਕੋਟ ਦੇਸ਼ ਭੂ ਮੰਡਲ। ਭੂ ਦਾ ਮਤਲਬ ਪ੍ਰਿਥਵੀ, ਮੰਡਲ ਦਾ ਮਤਲਬ ਦੇਸ਼। ਭੂ ਮੰਡਲ ਦਾ ਮਤਲਬ ਧਰਤੀ ਦੇ ਚੱਕਰ। ਕਰੋੜਾਂ ਦੇਸ਼ ਤੇ ਧਰਤੀਆਂ ਦੇ ਚੱਕਰ ਨੇ। ਅਨੇਕਾਂ ਦੇਸ਼ ਨੇ, ਅਨੇਕਾਂ ਧਰਤੀਆਂ ਨੇ, ਯਾਨੀ ਖੰਡ ਨੇ, ਟੁਕੜੇ ਨੇ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਅਨੰਤ ਆਕਾਸ਼ ਗੰਗਾਵਾਂ ਵਗੈਰਾ ਨੇ। ਕਈ ਕੋਟ ਸਸੀਅਰ ਸੂਰ ਨਖੇਤਰ। ਸਸੀਅਰ ਦਾ ਮਤਲਬ ਚੰਦਰਮਾ, ਸ਼ਸ਼ੀ। ਸੂਰ ਦਾ ਮਤਲਬ ਸੂਰਜ, ਤੇ ਨਖੇਤਰ ਦਾ ਮਤਲਬ ਤਾਰੇ। ਇਸ ਸ਼ਬਦ ਨੂੰ ਪੜਾਂਗੇ ਨਖੇਤਰ। ਇਹ ਅੱਧਾ ਯਈਆ ਹੈ ਖੱਖੇ ਦੇ ਥੱਲੇ। ਜਦੋਂ ਇਹਦਾ ਮੂੰਹ ਸੱਜੇ ਹੱਥ ਵਾਲੇ ਪਾਸੇ ਖੁੱਲਿਆ ਹੋਏ ਨਾ, ਉਦੋਂ ਇਹ ਯਈਆ ਹੋਏਗਾ, ਤੇ ਜਦੋਂ ਇਸ ਦਾ ਮੂੰਹ ਖੱਬੇ ਹੱਥ ਵੱਲ ਖੁੱਲਿਆ ਹੋਏ ਉਦੋਂ ਇਹ ਅੱਧਾ ਹਾਹਾ ਹੁੰਦਾ ਹੈ। ਕਈਆਂ ਨੂੰ ਭੁਲੇਖਾ ਲੱਗ ਜਾਂਦਾ ਹਾਹੇ ਦਾ ਔਰ ਯਈਏ ਦਾ, ਮੈਂ ਤਾਂ ਬੋਲਦੀ। ਸੱਜੇ ਹੱਥ ਵਾਲੇ ਪਾਸੇ ਖੁੱਲਿਆ ਹੋਏ ਤਾਂ ਇਹ ਯਈਆ ਹੋਏਗਾ ਅੱਧਾ, ਖੱਬੇ ਹੱਥ ਵਾਲੇ ਪਾਸੇ ਖੁੱਲਿਆ ਹੋਏ ਇਹ ਅੱਧਾ ਹਾਹਾ ਹੋਏਗਾ। ਤੱਤੇ ਥੱਲੇ ਵੀ ਅੱਧਾ ਰਾਰਾ ਹੈ। ਨਖੇਤਰ ਹਿੰਦੀ ਦਾ ਸ਼ਬਦ ਹੈ ਨਕਸ਼ਤਰ। ਕਈ ਕਰੋੜਾਂ ਚੰਦਰਮਾ ਨੇ, ਸੂਰਜ ਨੇ, ਔਰ ਨਖੇਤਰ ਦਾ ਮਤਲਬ ਤਾਰੇ ਨੇ। ਕਈ ਕਰੋੜਾਂ ਹੀ ਸੂਰਜ ਨੇ,
कई करोड़ा चंद्रमा ने, तारे ने, कई कोट देव दानव, इंद्र सिर छत्र, करोड़ा देवते ने, दानव ने, राक्षस ने, जिन्हां दे सिर ते छत्र ने। क्योंकि ये मनौतां ने, देवियां देवते, कई लोग कहते ने भी 33 करोड़ ने। गुरु जी कहते ने इस सृष्टि का कोई अंत नहीं ने, करोड़ा ने, कोई एक इंद्र की गल नहीं, इत्थे करोड़ा बदल ने, कई कोट देव दानव, इंद्र सिर छत्र। पर गुरु जी कहते ने सगल समग्री अपने सूत तारै। जो गल गुरु जी कहना चाहते हैं, क्योंकि लोगों दी विचारां ने ना कि इन्ना कुछ है और है भी है। अपने सूत तारे का मतलब अपने सूत्र दे विच परोया होया है। समग्री का मतलब पदार्थ, जो भी जगत की रचना है, रब ने उन्होंने अपने सूत्र विच परोया होया है। सूत्र का मतलब धागा। हुण देखो कोई धागा तो है नहीं ना जिहदे विच परोया है। इत्थे धागा दा सूत का मतलब है हुक्म, सिस्टम। सारे जीव जन जिन्ने भी असीं पिछे गिने ने, पुजारी ने जां कुछ भी ने, जां सगल समग्री है, जां पदार्थ ने, जां देवी देवते, जो भी दिसता अणदिसता जगत है, प्रभु ने उन्होंने अपनी मर्यादा विच परो के रखा हुआ है। हुक्म अंदर, हुक्म का मतलब सिस्टम के अंदर ये सारा कुछ चल रहा है। सारी कुछ नूं अपने सिस्टम विच रखा है। नानक जिस जिस भावै तिस तिस निस्तारै। जिस जिस भावै का मतलब जो जो जिस जिस नूं रब पा जांदा है, जिस जिस भावै जिन्हों रब पाउंदा है, जो रब दे भाने विच तुरदा है, तिस तिस निस्तारै। रब ओदा पार उतारा कर दिंदा है। जां जो जो रब नूं पाउंदा है ओदा पार उतारा कर दिंदा है। कोई भी शब्द वरत लो, जिन्हों जिन्हों रब पाउंदा है ओदा पार उतारा कर दिंदा है, जां जो जो रब नूं पाउंदा है ओदा पार उतारा कर दिंदा है। दोवें इंटर रिलेटेड शब्द ने, क्योंकि पाएगा कौन? जिहड़ा भाने विच तुरेगा। रब नूं ओह चंगा लगेगा जो भाने विच तुरेगा। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਦੇ ਵਿੱਚੋਂ ਜਿੰਨੇ ਵੀ ਪੁਜਾਰੀ ਜਾਂ ਤੀਰਥਾਂ ਤੇ ਜਾਂ ਜੰਗਲਾਂ ਵਿੱਚ ਵਰਤਣ ਵਾਲੇ ਜਾਂ ਸਿੱਧ ਜਤੀ ਜੋਗੀ ਜਾਂ ਆਚਾਰ ਵਿਵਹਾਰੀ ਜਾਂ ਜਤੀ ਸਤੀ ਆਦਿਕ ਨੇ, ਇਹਨਾਂ ਸਾਰਿਆਂ ਦੇ ਵਿੱਚੋਂ ਤਰਦਾ ਉਹ ਹੈ ਜੋ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ। ਉਹ ਵਿਕਾਰਾਂ ਤੋਂ ਬਚ ਜਾਂਦਾ ਹੈ। ਉਹਦੀ ਜ਼ਿੰਦਗੀ ਦੇ ਅੰਦਰ ਪਾਪ ਵਿਕਾਰ ਨਹੀਂ ਹੁੰਦੇ। ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਉਹ ਔਗਣਾ ਤੋਂ ਬਚ ਜਾਂਦਾ ਹੈ, ਨੈਗੇਟਿਵਿਟੀ ਤੋਂ ਬਚ ਜਾਂਦਾ ਹੈ, ਉਹ ਇਨਫੀਰੀਓਰਿਟੀ ਕੰਪਲੈਕਸ ਤੋਂ ਬਚ ਜਾਂਦਾ ਹੈ, ਸੁਪਰੀਓਰਿਟੀ ਕੰਪਲੈਕਸ ਤੋਂ ਬਚ ਜਾਂਦਾ ਹੈ, ਵਿਕਾਰਾਂ ਤੋਂ ਬਚ ਜਾਂਦਾ ਹੈ, ਉਹ ਆਤਮਿਕ ਮੌਤੇ ਮਰਨ ਤੋਂ ਬਚ ਜਾਂਦਾ ਹੈ। ਕੌਣ? ਜੋ ਰੱਬ ਦੇ ਹੁਕਮ ਵਿੱਚ ਤੁਰਦਾ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤਾਂ ਇਹ ਪ੍ਰਭੂ ਦੀ ਸ੍ਰਿਸ਼ਟੀ ਹੈ, ਇਹਦੇ ਵਿੱਚ ਅਨੰਤਤਾ ਹੈ। ਹਰ ਇੱਕ ਦੀ ਆਪਣੀ ਆਪਣੀ ਵਿਚਾਰ ਹੈ। उस विचार मुताबिक वो जिंदगी जी रहा है। जिस विचार करने वाले लोग फॉलो करते हैं वो जे उन्हों के विचार बन जाते हैं। पर गुरु नानक पातशाह जी जो अपनी विचार दे रहे हैं, धन गुरु अर्जन पातशाह जी, वो ये दे रहे हैं कि पार उतारा ओदा होएगा जो रब्बी रजा के अंदर तुरेगा। सुखमनी सुख अमृत प्रभ नाम, भगत जना के मन विश्राम। नाम का मतलब हुक्म। सारे सुखों का जो मूल है वो है हुक्म। बीज मंत्र सर्व को ज्ञान। बीज मंत्र का मतलब सारे ज्ञान का मूल रब का हुक्म है। जो रब्बी हुक्म के अंदर तुरेगा, रजा भाने विच तुरेगा, उहदा पार उतारा हो जाएगा। तो अज दी विचार इत्थे समाप्त करते हैं। अज दी इस 3 पदियां दे विच जो आपां विचार कीती है, इन्हां पदियां विचों किसी वीर भैन का कोई सवाल होवे तां ओह सवाल कर सकता है। जे किसी ने अपने विचार देने ने तो वह अपने व्यू विचार जिहड़ा है दे सकता है। फेसबुक पे जो मेरे वीर भैन सरवण कर रहे हैं उन्हों का भी धन्यवाद। आप क्लास वाले वीरों का भी धन्यवाद। वाहिगुरू जी का खालसा, वाहिगुरू जी। वाहिगुरू जी का खालसा, वाहिगुरू जी की फतेह। धन्यवाद जी ज्ञानी जी, बहुत बहुत। तो जिदा आपने सुन लिया जी सारे ने, तो तुसी अनम्यूट हो जाओ जे किसी ने कोई अज की कथा जी हुई है वो कोई सवाल पूछना हो ज्ञानी जी जवाब दे सकते हैं। तो प्लस अपने कोई व्यू देने तो वह भी तुसी अनम्यूट होकर दे सकते हैं। तो
जल्दी करो जी, फिर जे कोई जे नहीं हैगा तो ਆਪਾਂ ਸਮਾਪਤੀ ਕਰ ਦਿਆਂਗੇ ਕਿਉਂਕਿ ਅਨਮਿਊਟ नहीं कोई भी होया। भाई गगनदीप सिंह जी। जी वाहे खालसा जी फतेह जी। फतेह जी हाँ जी, जो आप पहला गल कर रहे थे ना बाबा अमनदीप सिंह जी खालसा जी, जो आए ने कर्नाटक उतों जिन्हों ने जन्म लेना होवे उन्हां दा तां ओह प्राप्त कर सकदा ते जो दवाई दे रहे हैं ਉਹਦੀ लिस्ट भी है मेरे को विधि जिक्र बननी है तो मैं ਤੁਹਾਨੂੰ ਭੇਜ ਸਕਦਾ WhatsApp ਤੇ ਤੁਹਾਨੂੰ। ठीक है जी, ਆਪਾਂ ਇਹਦੇ ਬਾਰੇ ਡਿਸਕਸ ਕਰ ਲਵਾਂਗੇ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਕੁਲਦੀਪ ਕੌਰ ਜੀ ਤੁਸੀਂ ਕੁਝ ਕਹਿਣਾ? ਹਾਂਜੀ ਭੇਜ ਦਿਓ ਬੇਟਾ। ਮੈਂ ਇਹੀ ਸੋਚ ਰਹੀ ਸੀ ਕਿ ਅਗਰ ਇਹ ਭੇਜੇ ਤੇ ਜਿੱਦਾਂ ਦੁਬਾਰਾ ਮੈਂ ਉਹ ਵਾਲੀ ਵੀਡੀਓ ਦੇਖਾਂ ਤੇ ਥੱਲੇ ਕਮੈਂਟਸ ਹੁੰਦੇ ਆ ਨਾ, ਉਹ ਕਮੈਂਟਸ ਦੇ ਵਿੱਚ ਉਹ ਨਾਂ ਤੇ ਨੰਬਰ ਪਾ ਸਕਦੇ ਆ। ਠੀਕ ਹੈ, ਜਿੱਦਾਂ ਵੀ ਮਤਲਬ ਉਹਦਾ ਤੁਸੀਂ ਲੱਭਣਾ ਹੋਵੇ ਤਾਂ ਠੀਕ ਹੈ ਜੀ। ਉਹਦਾ ਆਪਣਾ ਗਾਹਾਂ ਤੇ ਗਾਹਾਂ ਇੰਟਰਨੈਟ ਤੇ ਸਾਰਾ ਕੁਝ ਪਿਆ ਹੈ ਜੀ। ਉਹਨਾਂ ਦੀ ਵੀਡੀਓ ਵੀ ਪਈ ਹੈ ਤੇ ਆਪਣੇ ਹੋਰ ਕਮੈਂਟਸ ਵਗੈਰਾ ਵੀ ਉਹਨਾਂ ਦੇ ਨੰਬਰ ਲੱਭ ਲੈਣੇ ਜੇ ਤੁਸੀਂ ਚਾਹੋ ਤਾਂ। ਤੇ ਹਾਂ ਜਸਵੀਰ ਕੌਰ ਸੇਖੋਂ ਜੀ ਤੁਸੀਂ। ਮੈਂ ਕਹਿੰਦੀ ਸੀ ਵੀ ਭੇਜ ਦੇਣਾ ਵੀਡੀਓ ਤੇ ਕੀ ਦਵਾਈ ਕਿਹੜੀ ਕਿਹੜੀ ਮਿਕਸ ਕਰਕੇ ਤੇ ਬਣਾਉਣੀ ਆ। ਠੀਕ ਹੈ ਨਹੀਂ ਮੇਰੇ ਕੋ ਪਰਚਾ ਪਿਆ ਦੇਖੋ ਜੀ ਉਹਨਾਂ ਦਾ, ਪ੍ਰਿੰਟਿੰਗ ਕੀਤਾ ਹੋਇਆ ਉਹਨਾਂ ਨੇ। ਦਵਾਈ ਹੈ ਸ਼ੂਗਰ ਦੀ ਵੀ ਆ ਦੇਖੋ। ਅੱਛਾ ਤੇ ਉਹ ਮੈਨੂੰ ਦੱਸ ਦਿਓ, ਮੈਂ ਤੁਹਾਨੂੰ WhatsApp ਤੇ ਫੋਟੋ ਖਿੱਚ ਕੇ ਪਾ ਦਊਂਗਾ। ਤੁਸੀਂ ਗਿਆਨੀ ਮੋਰ ਸਿੰਘ ਦੇ ਪਾ ਦਿਓ ਤੇ ਫਿਰ ਉੱਥੋਂ ਮੈਂ ਆਪੇ ਲੈ ਲਾਂਗੀ। ਹੈਲੋ ਠੀਕ ਹੈ ਜੀ, ਗਿਆਨੀ ਮੋਰ ਸਿੰਘ ਦੇ ਪਾ ਦਿਓ ਤੇ ਫਿਰ ਉੱਥੋਂ ਮੈਂ ਉਹ ਭੇਜ ਦੇਣਗੇ ਮੈਨੂੰ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਠੀਕ ਹੈ ਜੀ, ਸਾਰੀਆਂ ਦਵਾਈਆਂ ਪਾ ਦਿਓ। ਓਕੇ ਥੈਂਕ ਯੂ ਜੀ, ਥੈਂਕ ਯੂ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਜੀ, ਉਹ ਇਹ ਹੈ ਕਿ ਮੇਕ ਸ਼ੋਰ ਕਰਿਓ ਕਿ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਆਪਣੇ ਕੰਸਲਟ ਜ਼ਰੂਰ ਕਰ ਲਿਓ ਆਪਣੇ ਮੈਡੀਕਲ ਡਾਕਟਰਾਂ ਦੇ ਨਾਲ ਜਾਂ ਕਿੱਦਾਂ, ਕਿਉਂਕਿ ਡਾਕਟਰ ਦੇ ਕੋਲ ਤੁਹਾਡਾ ਸਾਰਾ ਰੈਕੋਰਡ ਹੁੰਦਾ, ਤੁਹਾਡਾ ਸਾਰਾ A to Z ਦਾ ਉਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਉਹਨਾਂ ਨੂੰ ਵੀ ਦੱਸ ਕੇ। ਹਾਂਜੀ ਇੱਕ ਮੈਂ ਗੱਲ ਕਰਨਾ ਚਾਹੁੰਦੀ ਹਾਂ ਵੀ ਆਪਾਂ ਕਿੰਨਾ ਲੜਕੀਆਂ ਬਾਰੇ ਕੀਤੀ ਸੀ ਕਨਵੈਂਟ, ਪਰ ਮੇਰੇ ਤੇ ਤਾਂ ਬਹੁਤ ਪ੍ਰਭਾਵ ਪਿਆ ਹੈ ਨਾ। ਵੀ ਜਿੱਦਾਂ ਤੁਸੀਂ ਆਪਣੇ ਬੇਟਿਆਂ ਨੂੰ ਪ੍ਰਾਪਰਟੀਆਂ ਹਰ ਇੱਕ ਚੀਜ਼ ਦਿੰਦੇ ਆ ਹਨਾ, ਜੇ ਸਾਨੂੰ ਪ੍ਰਚਾਰ ਤੇ ਸਾਨੂੰ ਸਿੱਖਣ ਦਾ ਇੱਕੋ ਫਾਇਦਾ ਆ ਵੀ ਜੇ ਤੁਹਾਡੇ ਦਿਮਾਗਾਂ ਤੇ ਅਸਰ ਕਰੇ ਤੇ ਮੈਂ ਤਾਂ ਆਪਣੀ ਬੇਟੀ ਦੇ ਤੀਜਾ ਹਿੱਸਾ ਨਾ ਲਵਾ ਦਿੱਤਾ ਸਿਰਫ। ਹਾਂਜੀ ਕਰੋ। ਹਾਂ ਕਿਉਂਕਿ ਇਹ ਜਿਹੜਾ ਅਸਰ ਆ ਨਾ ਜੀ ਕਰਨ ਦੇ ਨਾਲ ਹੋਣਾ ਆ, ਨਾ ਕਿ ਸੁਣਨ ਨਾਲ ਹੋਣਾ। ਹੁਣ ਬਾਰ-ਬਾਰ ਸਚਾਰ ਤਾਂ ਕਰਨ ਦੇ ਨਾਲ ਹੀ ਹੋਊਗਾ ਨਾ। ਹੁਣ ਕਈ ਇਨਸਾਨ ਬੇਟੀਆਂ ਨੂੰ ਕਹਿੰਦੇ ਬੜਾ ਚੰਗਾ ਸਮਝਦੇ ਆ ਤੇ ਦੇ ਕੇ ਉਹਨਾਂ ਨੂੰ ਪਾਉਣ ਵੀ ਖੁਸ਼ ਨਹੀਂ ਹੁੰਦੇ। ਤੇ ਮੈਂ ਤਾਂ ਕਹਿੰਦੀ ਆ ਵੀ ਸ਼ਾਬਾਸ਼ ਜਿਹੜਾ ਇਨਸਾਨ ਬਾਂਹ ਕੱਢ ਕੇ ਤੀਜਾ ਹਿੱਸਾ ਚੌਥਾ ਜਿੰਨਾ ਕੁੜੀ ਦਾ ਹਿੱਸਾ ਬਣਦਾ ਦੇਣ, ਫੇਰ ਪਤਾ ਲੱਗਦਾ ਵੀ ਤੁਸੀਂ ਉਹਨਾਂ ਕਦਮਾਂ ਤੇ ਚੱਲੇ ਜਾਂ ਨਹੀਂ ਚੱਲੇ। ਬਿਲਕੁਲ ਸਹੀ ਗੱਲ ਕੀਤੀ ਹੈ ਜੀ ਤੁਸੀਂ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ ਜੀ। ਮੈਂ ਅੱਗੇ ਆਪਾਂ ਗੱਲ ਕੀਤੀ ਸੀਗੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇੱਕ ਤਾਂ ਤੁਸੀਂ ਗੱਲ ਕੀਤੀ ਹੈ ਕਿ ਆਪਣੀਆਂ ਲੜਕੀਆਂ ਦੇ ਨਾਲ ਏਦਾਂ ਫਰਕ ਨਹੀਂ ਰੱਖਣਾ ਚਾਹੀਦਾ। ਤੇ ਥੋੜਾ ਜਿਹਾ ਸੋਚ ਕੇ ਦੇਖੋ, ਜਦੋਂ ਬੱਚੇ ਛੋਟੇ ਹੁੰਦੇ ਆ, ਚਾਹੇ ਲੜਕੀ ਆ ਤੇ ਚਾਹੇ ਲੜਕਾ ਆ ਜਾਂ ਲੜਕੀ ਲੜਕਾ ਆ, ਤੁਸੀਂ ਉਹਨਾਂ ਨੂੰ ਰੇਜ਼ ਕਰਨ ਦੇ ਵਿੱਚ ਕੋਈ ਡਿਫਰੈਂਸ ਥੋੜਾ ਰੱਖਦੇ ਆ? ਨਹੀਂ, ਤੁਸੀਂ ਰੋਟੀ ਪਾਣੀ ਦੀ ਡਿਫਰੈਂਸ ਦਿੰਦੇ ਆ? ਆਪਾਂ ਕਿਸੇ ਚੀਜ਼ ਦਾ ਤੁਸੀਂ ਡਿਫਰੈਂਸ ਨਹੀਂ ਦਿੰਦੇ, ਠੀਕ ਹੈ ਜੀ। ਹਾਂ ਤੇ ਜੇ ਫਿਰ ਵੱਡੇ ਹੋ ਜਾਂਦੇ ਆ ਫਿਰ ਪ੍ਰਾਪਰਟੀਆਂ ਵਾਰੀ ਤੁਸੀਂ ਕਿਉਂ ਕੁੜੀਆਂ ਤੇ ਆਪਣਾ ਕਹਿੰਦੇ ਆ ਵੀ ਮੁੰਡਿਆਂ ਨੂੰ ਦੇਣ, ਉਹ ਭਾਵੇਂ ਨਿਕੰਮਾ ਹੀ ਹੋਵੇ, ਕਿਉਂ? ਗਲਤ ਗੱਲ ਆ। ਬਾਕੀ ਇੱਥੇ ਇੰਗਲੈਂਡ ਵਾਲਿਆਂ ਨੂੰ ਮੈਂ ਤਾਂ ਰਿਕੁਐਸਟ ਕਰਦੀ ਹਾਂ, ਦੇਖੋ ਇੰਡੀਆ ਤੇ ਗੱਲਾਂ ਹੋਰ ਸੀ, ਚਲੋ ਠੀਕ ਆ, ਧੀਆਂ ਪੇਕੇ ਜਾਂਦੀਆਂ ਜੇ ਉਹ। ਇੱਥੇ ਤਾਂ ਪੇਕੇ ਕੋਈ ਮੁੰਡੇ ਜਾਂ ਕੁੜੀਆਂ ਨੂੰ, ਕੋਈ ਨਾ ਕੁੜੀਆਂ ਮੁੰਡਿਆਂ ਨੂੰ ਪੁੱਛਦੀਆਂ ਨੇ। ਮਾਂ ਪਿਓ ਦਾ ਫਰਜ਼ ਆ ਵੀ ਲੜਕੀਆਂ ਨੂੰ ਬਰਾਬਰ ਹਿੱਸਾ ਦੇ ਕੇ ਉਹਨਾਂ ਨੂੰ ਬਰਾਬਰ ਤੇ ਖੜਿਆ ਕਰ। ਠੀਕ ਹੈ ਜੀ। ਤੇ ਦੂਸਰਾ ਪੁਆਇੰਟ ਜਿਹੜਾ ਤੁਸੀਂ ਰੇਜ਼ ਕੀਤਾ ਨਾ, ਉਹ ਹੈਗਾ ਮੰਨਣ ਤੇ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਜਿੱਦਾਂ ਹੁਣ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ, ਉਹਦੇ ਵਿੱਚ ਆਪਾਂ ਕਿੰਨਾ ਚਿਰ ਸਾਨੂੰ ਸੁਣਦਿਆਂ ਨੂੰ ਹੋ ਗਿਆ, ਜੇ ਇਕੱਲਾ ਸੁਣਨ ਤੱਕ ਹੀ ਹੋਊਗਾ ਤੇ ਫਿਰ ਉਹ ਇੱਕ ਕੰਨ ਤੋਂ ਪੈ ਕੇ ਦੂਏ ਕੰਨ ਦੇ ਵਿੱਚ ਹੀ ਨਿਕਲ ਜਾਣੀ ਹੈ ਤੇ ਉਹ ਤੁਹਾਡੇ ਸਟੇ ਨਹੀਂ ਕਰਨੀ। ਉਹਦੇ ਗਾਹਾਂ ਦੀ ਸਟੇਜ ਹੈਗੀ ਮੰਨਣ ਦੀ।
ਤੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਤੁਸੀਂ ਇਹ ਕਹ ਲਓ ਕਲਾਸ ਦੇ ਵਿੱਚ ਅਟੈਂਡ ਕਰਨ ਦੇ ਬਾਅਦ ਤੁਸੀਂ ਕੋਈ ਡਿਸੀਜਨ ਲਿਆ ਜਿਹਦੇ ਵਿੱਚ ਤੁਸੀਂ ਬਹੁਤ ਖੁਸ਼ ਆ ਔਰ ਇਹ ਹਰੇਕ ਨੂੰ ਤੁਸੀਂ ਰეკਮੈਂਡ ਕਰਦੇ ਆ ਕਿ ਫਿਊਚਰ ਦੇ ਹੁਣ ਮੈਂ ਤਾਂ ਕਹਿੰਦੀ ਜਿਹੜੇ 40-50 ਆ ਉਹਨਾਂ ਦੀਆਂ ਲੜਕੀਆਂ ਨੇ ਉਹ ਸੋਚਣ, ਭਾਵੇਂ ਉਹ ਅਮੀਰ ਆ ਘਰ ਦੇ ਵਿੱਚੋਂ ਭਾਵੇਂ ਗਰੀਬ ਆ, ਹਨਾ, ਉਹਨਾਂ ਨੂੰ ਬਰਾਬਰ ਤੇ ਹੇਠਾਂ ਦੇ ਕੇ ਉਹਨਾਂ ਨੂੰ ਉੱਪਰ ਲੈ ਕੇ ਆਓ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਅਰਵਿੰਦਰ ਸਿੰਘ ਨੈਂਦਰਾ ਸਾਹਿਬ। ਹਾਂਜੀ ਹਾਂਜੀ ਭਾਜੀ, ਮੈਂ ਥੋੜਾ ਉਹਦੇ ਕਮੈਂਟ ਹੀ ਹੈ ਜਿਹੜੇ ਤੁਸੀਂ ਕਰੋ ਜੀ, ਕੋਈ ਨਹੀਂ। ਉਹ ਇੱਕ ਜਦੋਂ ਕਹਿੰਦੇ ਕਿ ਜਦੋਂ ਬੱਚੇ ਛੋਟੇ ਹੁੰਦੇ ਆ ਤੇ ਉਦੋਂ ਅਸੀਂ ਇੱਕੋ ਜਿਹਾ ਰੱਖਦੇ ਹਾਂ, ਤੇ ਇੱਥੇ ਸਵਾਲ ਵੈਸੇ ਮੈਂ ਇਹੋ ਪੁੱਛਾਂਗਾ ਕਿ 50 ਸਾਲ ਦੇ ਬਾਅਦ ਸਡਨਲੀ ਚੇਂਜ ਹੋ ਜਾਂਦੇ ਪੇਰੈਂਟਸ ਕਿ ਸਾਰੀ ਉਮਰ ਹੀ ਰਹੇ ਸੀ ਉਦਾਂ? ਉਹ ਤੁਸੀਂ ਦੇਖ ਲਓ ਜੀ, ਤੁਹਾਨੂੰ ਪਤਾ ਵੀ ਇਹਦਾ ਜਵਾਬ ਕੀ ਹੋ ਸਕਦਾ। ਜੇ ਆਪਾਂ ਕਹਿੰਦੇ ਆ ਕਿ ਪਹਿਲਾਂ ਸਾਰੇ ਇੱਕੋ ਜਿਹੇ ਹੀ ਸੀਗੇ ਤੇ ਬਾਅਦ ਚ ਹੋ ਗਏ, ਫਿਰ ਇਹਦਾ ਮਤਲਬ 50-60 ਸਾਲ ਬਾਅਦ ਸਡਨਲੀ ਬਦਲ ਗਿਆ ਸੀ? ਉਹ ਨਹੀਂ ਭਾਜੀ, ਪਤਾ ਕੀ ਆ, ਬਦਲਦੇ ਨੇ ਮਾਂ ਪਿਓ, ਫਿਰ ਜ਼ਿਆਦਾ ਕੁੜੀਆਂ ਨੂੰ ਬਰਾਬਰ ਤੇ ਦਿਓ ਤਾਂ ਫਿਰ ਵੇਖਾਂਗੇ ਵੀ ਹਾਂ ਤੁਸੀਂ ਨਹੀਂ ਬਦਲੇ। ਇਹਦਾ ਜਵਾਬ ਮੇਰੇ ਕੋਲ ਆ, ਜਦੋਂ ਹੁਣ 60 ਸਾਲ ਦੇ 70 ਦੇ ਹੋ ਗਏ, ਤੁਸੀਂ ਹਿੱਸੇ ਬਰਾਬਰ ਦੇ ਲੜਕੀਆਂ ਨੂੰ ਦਿਓ। ਹਾਂ ਨਹੀਂ, ਜੇ ਤੁਸੀਂ ਪਹਿਲੋਂ ਦਿੱਤਾ ਹੁੰਦਾ, ਜੇ ਜਦੋਂ ਜੰਮੇ ਆ ਨਗਰ ਤੇ ਫਰਕ ਨਹੀਂ ਸੀ ਪਾਉਣਾ ਕੋਈ। ਨਹੀਂ, ਜੇ ਜਿਹੜਾ ਜਨਮ ਉਹਨਾਂ ਨੇ ਲਿਆ ਸਾਡੇ ਘਰ, ਉਹ ਸਾਡਾ ਫਰਜ਼ ਹੈ। ਅਸੀਂ ਉਹਨਾਂ ਨੂੰ ਤਿੰਨਾਂ ਨੂੰ ਬਰਾਬਰ ਤੇ ਪਾਲਿਆ, ਐਜੂਕੇਟਡ ਉਹਨਾਂ ਤਿੰਨਾਂ ਨੂੰ। ਸੋ ਲੜਕੀ ਨੂੰ ਵੱਧ ਦਿੱਤੀ ਆ ਕਿਉਂਕਿ ਉਹ ਆਪਣੇ ਆਪ ਹੀ ਗਾਂਹ ਚਲੇਗੀ, ਤੇ ਜੇ ਮੁੰਡੇ ਨਹੀਂ ਪੜ੍ਹੇ ਨਾ ਸਹੀ, ਠੀਕ ਹੈ। ਤੁਸੀਂ ਹੁਣ ਹੱਕ ਜਿਹੜਾ ਆ ਉਹਨਾਂ ਨੂੰ ਤਿੰਨਾਂ ਨੂੰ ਬਰਾਬਰ ਦੇ ਰਹੇ ਆ। ਇਹ ਗੱਲ ਮੈਂ ਤੁਹਾਨੂੰ ਪੁੱਛਦੀ। ਭੈਣ ਜੀ, ਜਿਨ੍ਹਾਂ ਨੇ ਦੇਣਾ ਉਹ ਦੇ ਰਹੇ ਆ। ਹਾਂਜੀ ਬਿਲਕੁਲ, ਜਿਨ੍ਹਾਂ ਨੇ ਉਹ ਦੇ ਰਹੇ ਆ। ਅਸੀਂ ਦਿੱਤਾ, ਅਸੀਂ ਵੀ ਦਿੱਤਾ, ਸਾਡੇ ਮਾਂ ਪਿਓ ਨੇ ਵੀ ਸਾਨੂੰ ਦਿੱਤਾ। ਸਾਨੂੰ ਦਿੱਤਾ, ਅਸੀਂ ਦਿੰਦੇ ਆ, ਇੱਥੇ ਕੋਈ ਫਰਕ ਹੈ? ਸਾਡੇ ਮਾਂ ਪਿਓ ਨੇ ਇੰਡੀਆ 'ਚ ਵੀ ਆਪਣੀਆਂ ਜ਼ਮੀਨਾਂ ਵੇਚੀਆਂ ਸੀ, ਸਾਨੂੰ ਵੀ ਦਿੱਤਾ ਸੀ, ਪਰ ਅਸੀਂ ਭੈਣਾਂ ਚਲੋ ਵੈਲ ਆਫ ਸੀਗੀਆਂ, ਅਸੀਂ ਉਹਨਾਂ ਦੀ ਅਸੀਂ ਲਿਆ ਜਿੰਨਾ ਕੁ ਅਸੀਂ ਠੀਕ ਸਮਝਿਆ, ਪਰ ਅਸੀਂ ਆਪਣੇ ਬੱਚਿਆਂ ਨੂੰ ਬਿਲਕੁਲ ਦਿੱਤਾ। ਇੱਥੇ ਕੁੜੀਆਂ ਨੂੰ ਬਿਲਕੁਲ ਦਿੱਤਾ। ਕੁੜੀਆਂ ਨੂੰ ਰੋਟੀ ਪਹਿਲਾਂ ਖਵਾਈ ਦੀ ਸੀ, ਸਾਨੂੰ ਵੀ ਘਰਾਂ ਦੇ ਵਿੱਚ ਏਦਾਂ ਹੀ ਸੀ। ਅਸੀਂ ਤੇ ਇੱਥੇ ਆ ਕੇ ਸੁਣਿਆ ਕਿ ਕੁੜੀਆਂ ਨੂੰ ਮਾੜਾ ਸਮਝਦੇ, ਰੋਟੀਆਂ ਘੱਟ ਬਾਅਦ ਚ ਖਿਲਾਉਂਦੇ ਸੀ। ਨਹੀਂ, ਮੇਰਾ ਖਿਆਲ ਇਹ ਨਹੀਂ ਗੱਲ ਕਰ ਰਿਹਾ ਜੀ ਉਹ। ਜਿਹੜੀ ਜਸਵੀਰ ਕੌਰ ਦੀ ਜਿਹੜੇ ਪੁਆਇੰਟ ਸੀਗਾ ਨਾ, ਉਹਦਾ ਪੁਆਇੰਟ ਵੈਲਿਡ ਆ। ਉਹ ਇਸ ਕਰਕੇ ਵੈਲਿਡ ਆ, ਦੇਖੋ ਸਾਰਿਆਂ ਦੀ ਗੱਲ ਨਹੀਂ ਹੋ ਰਹੀ, ਸਾਰਿਆਂ ਤੋਂ ਪਹਿਲਾਂ ਤਾਂ ਇਹ ਗੱਲ ਕਲੀਅਰ ਹੋ ਗਈ ਹੈ, ਠੀਕ ਹੈ ਜੀ। ਇਹ ਸਾਰਿਆਂ ਦੀ ਗੱਲ ਨਹੀਂ ਹੋ ਰਹੀ, ਪਰ ਆਪਣੇ ਸੁਸਾਇਟੀ ਦੇ ਵਿੱਚ ਮੁੰਡੇ ਕੁੜੀ ਦਾ ਫਰਕ ਰਿਹਾ, ਇਹ ਤੁਸੀਂ ਮੰਨਣ ਨੂੰ ਤਿਆਰ ਹੋਣੇ ਚਾਹੀਦੇ ਸਾਰੇ, ਕਿਉਂਕਿ ਜੇ ਏਦਾਂ ਨਹੀਂ ਹੁੰਦਾ ਸੀਗਾ ਤਾਂ ਕੁੜੀਆਂ ਨੂੰ ਜੰਮਦੀਆਂ ਨੂੰ ਕਾਹਤੇ ਮਾਰ ਦਿੰਦੇ ਹੁੰਦੇ ਸੀ। ਇਹ ਤਾਂ ਫੈਕਟ ਹੈ ਨਾ, ਆਪਣੇ ਉੱਥੇ ਹੁੰਦਾ, ਠੀਕ ਹੈ ਜੀ। ਤੋ ਇਦਾਂ ਹੀ ਹੌਲੀ ਹੌਲੀ ਇਦਾਂ ਹੋ ਜਾਂਦੇ ਸੀ ਕਿ ਮੁੰਡੇ ਨੇ ਤਾਂ ਸਾਡੇ ਘਰੇ ਰਹਿਣਾ, ਇਹ ਤਾਂ ਗਾਹਾਂ ਸਾਡੀ ਕੁੱਲ ਚੱਲੂਗੀ, ਕੁੜੀ ਨੇ ਅੱਗੇ ਚਲੇ ਜਾਣਾ। ਉਹਦੇ ਵਿੱਚ ਹੁਣ ਗੌਰਮੈਂਟ ਨੇ ਵੀ ਉੱਥੇ ਕਹਿ ਲਓ ਕਾਨੂੰਨ ਦੇ ਮੁਤਾਬਕ ਵੀ ਇਹ ਚੀਜ਼ਾਂ ਹੋ ਗਈਆਂ ਕਿ ਕੁੜੀ ਦਾ ਵੀ ਉਹ ਹੱਕ ਹੈਗਾ। ਪਰ ਇਹ ਮਨੌਤ ਸੀਗੀ ਜਿਹੜੀ ਸਾਡੇ ਦਿਮਾਗਾਂ 'ਚ ਬੈਠੀ ਹੋ ਸੀਗੀ ਕਿ ਕੁੜੀ ਗਈ ਆ, ਭਾਵੇਂ ਕਾਨੂੰਨ ਇਸ ਲਈ ਕਹਿ ਰਿਹਾ ਆ ਕਿ ਕੁੜੀ ਦਾ ਹੱਕ ਹੈਗਾ, ਉਹਦੇ ਕੋਲ ਦਸਤਖਤ ਕਰਵਾ ਲਓ ਤੇ ਮੁੰਡੇ ਨੂੰ ਹੱਕ ਦੇ ਦਿਓ, ਆਪਣੇ ਮੁੰਡਿਆਂ ਨੂੰ ਦੇ ਦਿਓ ਸਾਰਾ ਕੁਝ। ਕੁੜੀ ਗਾਹਾਂ ਜਾ ਕੇ ਆਪਣੇ ਘਰ ਜਿੱਦਾਂ ਵੀ ਹੈਗੀ ਆ, ਉਹ ਉੱਥੇ ਜਾ ਕੇ ਉਹਦੇ ਹੱਕ ਆ, ਠੀਕ ਹੈ ਜੀ। ਤੇ ਇਹਨਾਂ ਦਾ ਜਿਹੜਾ ਜਸਵੀਰ ਕੌਰ ਦਾ ਜੀ ਪੁਆਇੰਟ ਵਧੀਆ ਸੀਗਾ, ਜਿਹਦੇ ਵਿੱਚ ਸਾਡੀ ਜਿਹੜੀ ਮਨੌਤ ਸੀਗੀ ਨਾ, ਸੁਸਾਇਟੀ ਵੱਲੋਂ ਦਿੱਤੀ ਹੈ ਮਨੌਤ, ਉਹ ਸਾਨੂੰ ਥੋੜੀ ਜਿਹੀ ਮਜਬੂਰ ਕਰਦੀ ਸੀ ਇਹਨਾਂ ਗੱਲਾਂ ਕਰਕੇ। ਪਰ ਹੁਣ ਬਹੁਤ ਜਾਗਰਤੀ ਆ ਰਹੀ ਹੈ ਜੀ, ਤੇ ਉਹਦੇ ਵਿੱਚ ਜੇ ਅੱਗੇ 5% 10% ਹੁੰਦੇ ਤੇ ਹੁਣ ਮਤਲਬ ਪਰਸੈਂਟੇਜ ਬਹੁਤ ਹਾਈ ਹੋ ਗਈ ਆ, ਸਪੈਸ਼ਲੀ ਇਸ ਮੁਲਕ ਦੇ ਵਿੱਚ। ਤੇ ਜਿਹਦੇ ਵਿੱਚ ਹਰ ਕੋਈ ਮਤਲਬ ਆਪਣੇ ਧੀ ਪੁੱਤ ਨੂੰ ਦੋਹਾਂ ਨੂੰ ਸਪੋਰਟ ਦਿੰਦਾ ਪੂਰੀ ਤਰ੍ਹਾਂ। ਹਾਂਜੀ, ਕੁਝ ਹੋ ਸਕਦੇ ਸਾਡੇ ਏਜ ਗਰੁੱਪ ਦੇ ਜਾਂ ਉਹ ਤੋਂ ਵੀ ਸਾਤੋਂ ਵੀ ਵੱਡੇ ਜਿਹੜੇ ਹੋਏ ਹੈਗੇ ਆ, ਜਿਹੜੇ ਉਹੋ ਹੀ ਮਨੌਤਾਂ ਲੈ ਕੇ ਬੈਠੇ ਆ, ਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਨਿਕਲ ਨਹੀਂ ਰਹੀ। ਜਿੱਦਾਂ ਜਾਤ ਪਾਤ ਦੀ ਕਈ ਵਾਰੀ ਚੀਜ਼ ਦਿਮਾਗ 'ਚ ਬੈਠੀ, ਉਹ ਨਿਕਲ ਨਹੀਂ ਰਹੀ। ਗਾਹਾਂ ਦੀਆਂ ਜਨਰੇਸ਼ਨਾਂ ਉਹ ਜਾਤ ਪਾਤ ਨੂੰ ਬਿਲਕੁਲ ਨਹੀਂ ਮੰਨਦੀਆਂ। ਇੱਦਾਂ ਹੀ ਇਹ ਜਿਹੜੀ ਚੀਜ਼ ਸੀਗੀ, ਇਹ ਸਾਡੇ ਘਰ ਬੈਠੀ ਹੋ ਸੀਗੀ, ਪਰ ਉਹ ਜਾ ਰਹੀ ਹੈ ਜੀ। ਇਹ 1-2 ਜਨਰੇਸ਼ਨਾਂ ਦੇ ਬਾਅਦ ਇਹ ਤਾਂ ਖਤਮ ਹੀ ਹੋ ਜਾਣਾ ਸਾਰਾ ਕੁਝ। ਤੇ ਸੁਰਿੰਦਰ ਕੌਰ ਟੂ ਜੀ। ਹਾਂਜੀ, ਹੋ ਤਾਂ ਰਿਹਾ, ਫਰਕ ਪੈ ਤਾਂ ਰਿਹਾ, ਪਰ ਬਹੁਤ ਸਲੋ ਪੈ ਰਿਹਾ। ਹਾਲੇ ਵੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਇਸ ਕੰਟਰੀ ਦੇ ਵਿੱਚ ਵੀ ਹੋ ਰਹੀ ਹੈ। ਤੁਸੀਂ ਕੰਮਾਂ ਤੇ ਜਾਓ, ਕੰਮਾਂ ਤੇ ਵੀ ਹੋ ਰਹੀ ਹੈ। ਨਹੀਂ ਤਾਂ ਫਿਰ ਜੈਂਡਰ ਇਕੁਐਲਿਟੀ ਦਾ ਹੁਣ ਲਾਅ ਜਿਹੜਾ ਹੈ, ਉਹਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ, ਇੰਗਲਿਸ਼ ਪੀਪਲ ਦੇ ਵਿੱਚ ਵੀ ਕੁੜੀਆਂ ਨੂੰ ਉਹਨੇ ਹੱਕ ਨਹੀਂ ਹਨ, ਜਾਂ ਫੀਮੇਲ ਨੂੰ ਉਹਨੇ ਹੱਕ ਨਹੀਂ ਮਿਲ ਰਹੇ ਜਿੰਨੇ ਮੇਲ ਨੂੰ ਮਿਲ ਰਹੇ ਆ। ਮੇਰਾ ਖਿਆਲ ਪਤਾ ਨਹੀਂ ਕਿੰਨੇ ਹੋਰ 100 ਸਾਲ ਲੱਗ ਜਾਣ, ਸ਼ਾਇਦ 50 ਸਾਲ ਲੱਗ ਜਾਣ,
ਟਾਈਮ ਲੱਗੇਗਾ, ਫਰਕ ਪੈ ਰਿਹਾ, ਪੋਜ਼ਿਟਿਵ ਸਟੈਪਸ ਚੱਕ ਰਹੇ ਆ ਆਪਾਂ, ਪਰ ਬਹੁਤ ਸਲੋ ਹੈ। ਪਰ ਨਹੀਂ, ਜੇ ਅਸੀਂ 50% ਅਸੀਂ ਜ਼ੂਮ ਦੇਖਦੇ ਹਾਂ, 50% ਹੀ ਅਸੀਂ ਇਸ ਤਰ੍ਹਾਂ ਕੀਤੀ ਤਾਂ ਸਮਝੋ ਵੀ 2 ਸਾਲਾਂ ਨੂੰ 100% ਹੋ ਜੂਗੀ। ਇਹ ਤਾਂ ਆਪਾਂ ਹੀ ਬਣਾਉਣਾ, ਔਰਤਾਂ ਆਦਮੀ ਨੇ ਬਣਾਉਣਾ। ਹਾਂਜੀ, ਦੇਖੋ ਇਹ ਇੱਥੇ 2 ਗੱਲਾਂ ਆ ਗਈਆਂ, ਇੱਕ ਸਾਡੀਆਂ ਆਪਣੀਆਂ ਮਨੌਤਾਂ ਸੀਗੀਆਂ, ਇੱਕ ਇੱਥੇ ਦੇ ਕਾਨੂੰਨ ਦੇ ਹੋਗਾ, ਜਿਹੜੇ ਆ ਨਾ ਮੁਲਕਾਂ ਦੇ ਕਾਨੂੰਨ ਆ ਨਾ, ਉਹ ਸਾਨੂੰ ਪੂਰਾ ਹੱਕ ਦੇ ਰਹੇ ਆ ਜਾਂ ਨਹੀਂ ਦੇ ਰਹੇ। ਤੁਸੀਂ ਇਸ ਹੱਕ ਤੇ ਵੀ ਆ ਜਾਓ ਨਾ। ਅੱਜ ਤੋਂ ਕਿੰਨੇ ਸਾਲ ਪਹਿਲਾਂ ਜਦੋਂ ਇਸ ਮੁਲਕ ਦੇ ਵਿੱਚ ਵੀ, ਹੋਰਨਾਂ ਮੁਲਕਾਂ ਦੇ ਵਿੱਚ ਵੀ, ਇਸ ਵੇਲੇ ਹੋ ਸਕਦਾ ਅਰਬ ਕੰਟਰੀਆਂ ਜਿਹੜੀਆਂ ਹੈਗੀਆਂ, ਉਹਨਾਂ ਮੁਲਕਾਂ ਦੇ ਵਿੱਚ ਕਿੰਨੀ ਰਿਸਟ੍ਰਿਕਸ਼ਨ ਆ ਲੇਡੀਜ਼ ਤੇ ਅਜੇ ਵੀ ਆ। ਜੇ ਥੋੜਾ ਚਿਰ ਹੋਇਆ, ਮੇਰਾ ਖਿਆਲ 2 ਸਾਲ ਹੀ ਹੋਏ ਆ, ਜਦੋਂ ਉੱਥੇ ਇੱਕ ਲੇਡੀ ਨੂੰ ਕਾਰ ਚਲਾਉਣ ਦੇ ਹੱਕ ਦਿੱਤੇ ਗਏ ਆ। ਹਾਂਜੀ, ਹੁਣ ਇਸ ਮੁਲਕ ਦੇ ਵਿੱਚ ਇਹ ਚੀਜ਼ ਜਦੋਂ ਕੋਈ ਸੁਣਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਵੀ ਹੈ ਇੱਕ ਜਨਾਨੀ ਨੂੰ, ਮਤਲਬ ਇੱਕ ਲੇਡੀ ਨੂੰ ਕਾਰ ਵੀ ਨਹੀਂ ਚਲਾਉਣ ਦਿੰਦੇ ਆ। ਪਰ ਇਹ ਐਗਜ਼ਿਸਟ ਕਰਦੀ ਹੈ ਇਸ ਜ਼ਮਾਨੇ ਦੇ ਵਿੱਚ। ਇਹ ਮਨੌਤਾਂ ਆ, ਇਹ ਸਾਡੇ ਸਮਾਜ ਨੇ, ਜਿਸ ਸਮਾਜ 'ਚ ਆਪਾਂ ਰਹਿੰਦੇ ਆ ਨਾ, ਉਹਦੇ ਵਿੱਚ ਇਹ ਮਨੌਤਾਂ ਹੈਗੀਆਂ। ਤੇ ਜਿੱਥੋਂ ਤਾਈਂ ਇਸ ਕੰਟਰੀ ਦਾ ਉੱਦਾਂ ਕੰਸਰਨ ਹੈ ਜੀ, ਇਹਦੇ ਵਿੱਚ ਲੇਡੀਜ਼ ਨੂੰ ਬਹੁਤ ਅਧਿਕਾਰ ਤਕਰੀਬਨ ਮਿਲ ਗਏ ਹੋ ਆ, ਪਰ 100% ਤੁਸੀਂ ਕਹੋਗੇ ਵੀ 100% ਸਾਰੇ ਹੈਪੀ ਆ, ਉਹਦੇ ਵਿੱਚ ਤਾਂ ਹੋਣਾ ਮੁਸ਼ਕਿਲ ਆ। ਪਰ ਫਿਰ ਵੀ ਡਿਸਕ੍ਰਿਮੀਨੇਸ਼ਨ ਵੀ ਚੱਲਦਾ ਰਹਿਣਾ, ਔਰ ਇਹ ਅਧਿਕਾਰ ਹਮੇਸ਼ਾ ਹੀ ਇਹਨਾਂ ਤੇ ਹੱਕ ਕਰਨ ਵਾਸਤੇ ਤੁਹਾਨੂੰ ਜਿੱਥੇ ਜਿੱਥੇ ਕੋਈ ਲੈਕਿੰਗ ਆ ਰਹੀ ਆ, ਉੱਥੇ ਤੁਸੀਂ ਪ੍ਰੋਟੈਸਟ ਕਰਨੇ, ਆਪਣੇ ਹੱਕ ਮੰਗਣੇ ਹੀ ਆ, ਹਰ ਇੱਕ ਨੇ ਮੰਗਣੇ ਆ। ਹਾਂਜੀ ਸੁਰਿੰਦਰ ਕੌਰ ਜੀ। ਹਾਂਜੀ, ਇਹ ਇੰਪਲੀਮੈਂਟ ਹੋਣ ਤੇ ਟਾਈਮ ਲੱਗ ਰਿਹਾ, ਮਤਲਬ ਕਿ ਇੰਪਲੀਮੈਂਟ ਹੋਣ ਵੇਲੇ ਘਪਲਾ ਹੁੰਦਾ ਹੈ। ਲਾਅ ਤਾਂ ਹੈਗਾ, ਲਾਅ ਤਾਂ 76 ਤੋਂ ਬਣਿਆ ਹੋਇਆ ਹੈ। ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਪਰ ਅੱਜ ਤੱਕ ਵੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਦੀ ਹਾਂ, ਮੈਂ 30 ਸਾਲ ਲੋਕਲ ਗਵਰਨਮੈਂਟ ਦੀ ਜੌਬ ਕੀਤੀ ਹੈ। ਉੱਥੇ ਜਦੋਂ ਮੈਂ ਇਕੁਅਲ ਪੇ ਦਾ ਕੇਸ ਪਾਇਆ ਤੇ ਮੇਰੇ ਹੱਕ ਨਹੀਂ ਸੁਣੇ ਗਏ। ਅਖੀਰ ਦੇ ਵਿੱਚ ਮੈਂ ਸੋਚਿਆ ਕਿ ਆਪਣੀ ਸਿਹਤ ਵਿਗਾੜਨ ਨਾਲੋਂ ਬਿਹਤਰ ਹੈ ਕਿ ਐਡੀ ਵੱਡੀ ਆਰਗੇਨਾਈਜੇਸ਼ਨ ਨਾਲ ਫਾਈਟ ਕਰਨਾ ਬਹੁਤ ਮੁਸ਼ਕਲ ਹੈ। ਠੀਕ ਹੈ ਜੀ, ਠੀਕ ਹੈ। ਹਾਂਜੀ, ਹੋਰ ਕਿਸੇ ਨੇ ਕੋਈ ਕਮੈਂਟ ਦੇਣਾ ਤਾਂ ਕਰ ਸਕਦੇ। ਨੈਂਦਰਾ ਸਾਹਿਬ, ਪਰ ਮੈਂ ਦੇਣਾ ਇੱਕ ਕਮੈਂਟ ਕਿ ਲਾਸਟ ਐਸੇ ਵੀਕ ਇੱਕ ਭੈਣ ਨੇ ਇਹ ਵੀ ਕਿਹਾ ਸੀਗਾ ਕਿ ਤੀਵੀਆਂ ਨੂੰ ਆਪ ਐਕਸੈਪਟ ਕਰ ਰਹੀਆਂ ਅਸੀਂ ਕਿ ਤੀਵੀਆਂ ਨੂੰ ਆਦਮੀਆਂ ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਉਹਨਾਂ ਦੀ ਕੁਛ ਏਦਾਂ ਦੀ ਡੈਫੀਨੇਸ਼ਨ ਸੀਗੀ ਕਿ ਤੀਵੀਆਂ ਫੇਰ ਵੀ ਆਦਮੀਆਂ ਨਾਲੋਂ ਥੋੜੀਆਂ ਥੱਲੇ ਆ। ਐਸੇ ਵੀਕ ਹੁਣ ਮੈਨੂੰ ਪਤਾ ਨਹੀਂ ਕਿਹੜੀ ਭੈਣ ਨੇ ਕਿਹਾ ਸੀ, ਮੈਂ ਬਹੁਤ ਉਹਦਾ ਸ਼ੌਕਡ ਸੀਗੀ ਉਹਨਾਂ ਦੀ ਗੱਲ ਸੁਣ ਕੇ ਕਿ ਜਿੰਨਾ ਮਰਜ਼ੀ ਤੀਵੀਆਂ ਬਰਾਬਰ ਹੋ ਜਾਣ ਪਰ ਫੇਰ ਵੀ ਆਪਾਂ ਉਹਨਾਂ ਤੋਂ ਥੋੜਾ ਘੱਟ ਆ, ਮੰਨਣਾ ਵੀ ਚਾਹੀਦਾ। ਇੱਥੇ ਹੀ ਕਿਹਾ ਸੀਗਾ। ਤੇ ਜੇ ਅਸੀਂ ਲੇਡੀਜ਼ ਹੀ ਇਸ ਚੀਜ਼ ਨੂੰ, ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਤੁਸੀਂ ਬੰਦਿਆਂ ਦੇ ਸਿਰਾਂ ਦੇ ਉੱਤੇ ਚੜ੍ਹ ਕੇ ਬੈਠ ਜਾਣਾ, ਪਰ ਜਿਹੜੇ ਆਪਣੇ ਰਾਈਟਸ ਹੈਗੇ ਆ ਭੈਣ ਜੀ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਜੀ। ਇੱਕ ਮਿੰਟ ਮੇਰੀ ਗੱਲ ਸੁਣੋ। ਸੌਰੀ, ਇਸ ਗੱਲ ਇਸ ਕਰਕੇ ਨਹੀਂ ਸੀ ਕਿਹਾ ਵੀ ਲੇਡੀ ਘੱਟ ਆ। ਅਸੀਂ ਇਸ ਕਰਕੇ ਕਿਹਾ ਸੀ ਵੀ ਲੇਡੀ ਜਿੰਨੀ ਮਰਜ਼ੀ ਵੀ ਸਟਰੋਂਗ ਹੋ ਜੇ, ਉਹ ਲੇਡੀਜ਼ ਰਹਿਣਾ। ਉਹ 70 ਸਾਲ ਦੀ ਵੀ ਹੋ ਜੇ, ਉਹਦੀ ਰਿਸਪੈਕਟ ਬਹੁਤ ਉੱਚੀ ਆ। ਮੈਂ ਇਹ ਗੱਲ ਕਰਕੇ ਕਹਿੰਦੀ ਸੀ ਵੀ ਆਦਮੀ ਦਾ ਵੀ ਹੋਣਾ ਜ਼ਰੂਰੀ ਆ, ਔਰਤ ਦਾ ਵੀ ਹੋਣਾ ਚਾਹੀਦਾ। ਕਿਉਂਕਿ ਏਦਾਂ ਨਹੀਂ ਮੈਂ ਕਿਹਾ ਵੀ ਉਹ ਬੰਦੇ ਵੀ ਉਹਨਾਂ ਦਾ ਨੰਬਰ 1 ਹੈ। ਨਹੀਂ, ਪਰ ਫਿਰ ਤੁਸੀਂ ਕਿਹਾ ਸੀ ਨਾ ਲੇਡੀਜ਼ ਜਾਨੀ ਬੰਦਿਆਂ ਦੇ ਬਰਾਬਰ ਆਉਣਾ ਚਾਹੁੰਦੀਆਂ, ਪਰ ਫੇਰ ਵੀ ਇਹ ਨਹੀਂ, ਇਹ ਨਹੀਂ ਬਰਾਬਰ ਤੇ ਤਾਂ ਹੈਗੀਆਂ ਨੇ, ਬਰਾਬਰ ਤੇ ਤਾਂ ਹੈਗੀਆਂ ਨੇ। ਪਰ ਤੁਸੀਂ ਸੋਚੋ, ਜਿੱਥੇ ਆਦਮੀ ਨੇ ਗੱਲ ਕਰਨੀ ਆ, ਫਰਜ਼ ਕੀਤਾ ਔਰਤ ਗੱਲ ਕਰਦੀ ਆ, ਆਦਮੀ ਗਾਲ ਕੱਢ ਕੇ ਪਰਾਂ ਚਲ ਜਾਂਦਾ। ਤੇ ਜੇ ਆਦਮੀ ਦੇ ਅੱਗੇ ਬਰਾਬਰ ਆਦਮੀ ਖੜਾ ਹੋਵੇ, ਯਕੀਨ ਕਰੋ ਸਾਡੇ ਆਦਮੀ ਘਰ ਹੁੰਦੇ ਨੇ ਤਾਂ ਕੋਈ ਡੋਰ ਨਹੀਂ ਕਰ ਸਕਦਾ। ਨਹੀਂ, ਇਹ ਕੋਈ ਗੱਲ ਨਹੀਂ ਹੈਗੀ। ਜਿਹੜੀਆਂ ਔਰਤਾਂ ਮੈਂ ਤੁਹਾਨੂੰ ਦੂਜੀ ਇਦਾਂ ਨਹੀਂ ਹੈ ਕਿ ਜਿਹੜਾ ਕੱਲੀਆਂ ਰਹਿੰਦੀਆਂ, ਇਹਦਾ ਮਤਲਬ ਇਹ ਗੱਲ ਨਹੀਂ ਹੈਗੀ ਤੁਸੀਂ ਕਿ ਆਦਮੀ ਤੇ ਫਿਰ ਤੁਸੀਂ ਤਾਂ ਡਿਪੈਂਡੈਂਟ ਦੀ ਗੱਲ ਕਰਦੇ ਆ ਨਾ। ਡਿਪੈਂਡੈਂਟ ਸਾਨੂੰ ਜਿਸ ਚੀਜ਼ ਲਈ ਆਦਮੀਆਂ ਤੇ ਹੋਣਾ ਪੈਣਾ, ਉਹ ਹੋਣਾ ਪੈਣਾ ਆ। ਉਹ ਇੱਕ ਦੋਨਾਂ ਦੀ ਸੂਝ ਸਮਝ ਦੇ ਨਾਲ ਇੱਕ ਪਰਿਵਾਰ ਨੂੰ ਚਲਾਉਣ ਦੀ ਦੂਸਰੀ ਹੁੰਦੀ ਆ, ਅਕਲ ਹੁੰਦੀ ਆ। ਜੇ ਤੁਸੀਂ ਇਹ ਕਹੋ ਕਿ ਕਈ ਵਾਰੀ ਜੇ ਹੋ ਸਕਦਾ ਲੇਡੀ ਜਿਹੜੀ 2 ਤੀਵੀਂ ਆਦਮੀ ਗੱਲ ਕਰਦੇ ਹੋਣ, ਉਹਦੇ ਵਿੱਚ ਹੋ ਸਕਦਾ ਜਿਹੜੀ ਲੇਡੀ ਆ ਉਹਦੇ ਕੋਲ ਆਦਮੀ ਦੇ ਨਾਲ ਵੀ ਵਧੀਆ ਪੁਆਇੰਟ ਹੋਵੇ ਦੱਸਣ ਵਾਸਤੇ, ਉਸ ਵੇਲੇ ਗੱਲ ਕਰਨ ਵਾਸਤੇ। ਤੇ ਸਿਰਫ ਲੇਡੀ ਇਸ ਕਰਕੇ ਕਰ ਜਾਵੇ ਕਿ ਮੇਰਾ ਆਦਮੀ ਗੱਲ ਕਰ ਰਿਹਾ ਆ ਤੇ ਮੈਂ
ਇਹ ਆਪਣਾ ਪੁਆਇੰਟ ਆਫ ਵਿਊ ਨਹੀਂ ਦੇ ਸਕਦੀ। ਮੈਂ ਤੁਹਾਡੇ ਨਾਲ ਇਸ ਚੀਜ਼ 'ਚ ਅਗਰੀ ਨਹੀਂ ਕਰਦੀ ਹੈਗੀ ਨਾ। ਹੁਣ ਜਿੱਦਾਂ ਭੈਣ ਜੀ ਕੁਲਦੀਪ ਕਹਿੰਦੇ ਕਿ ਕਈ ਲੇਡੀਜ਼ ਵਿਚਾਰੀਆਂ ਕੱਲੀਆਂ ਆ, ਇਹਦਾ ਮਤਲਬ ਆਪਣਾ ਪੁਆਇੰਟ ਆਫ ਵਿਊ ਨਾ ਦੇਣ। ਹਾਂ, ਕਈ ਸ਼ਾਦੀ ਨਹੀਂ ਕਰਾਉਂਦੀਆਂ। ਹਾਂ, ਇਹ ਭੈਣ ਜੀ ਤੁਹਾਡੀ ਜਿਹੜੀ ਸੋਚ ਆ ਇਹ ਥੋੜੀ ਜਿਹੀ ਚੇਂਜ ਹੋਣ ਵਾਲੀ ਆ। ਤੁਹਾਡੀਆਂ ਗੱਲਾਂ ਬਹੁਤ ਨਾਈਸ ਆ, ਪਰ ਥੋੜੀਆਂ ਪਰ ਮੈਂ ਗੱਲ ਸੁਣੋ, ਸੱਚੀ ਗੱਲ ਕਹਿੰਦੀ ਆ ਨਾ, ਮੈਂ ਰਿਸਪੈਕਟ ਇੰਨੀ ਕਰਦੀ ਨਾ ਆਦਮੀਆਂ ਦੀ, ਆਪਣੇ ਬੱਚਿਆਂ ਬੇਟਿਆਂ ਦੀ ਵੀ ਕਰਦੀ ਆ ਤੇ ਔਰਤਾਂ ਦੀ ਵੀ ਕਰਦੀ, ਏਦਾਂ ਨਹੀਂ ਗੱਲ। ਪਰ ਜੋ ਸੂਝਵਾਨ ਆਦਮੀ ਆ, ਮੈਂ ਹੁਣ ਮੇਰੇ ਹਸਬੈਂਡ ਦੀ ਡੈਥ ਹੋ ਗਈ, ਮੈਂ ਤੁਹਾਨੂੰ ਦੱਸਦੀ ਆ, ਮੈਂ ਸੀ ਬੇਟੀ ਮੇਰੀ ਵੈਲ ਐਜੂਕੇਟਿਡ MA ਆ। ਮੈਂ ਬੇਟੀ ਨੂੰ ਇਹ ਗੱਲ ਕਹਿੰਦੀ ਆ, ਉਹ ਅਜੇ ਉਹ ਤੋਂ ਛੋਟਾ ਆ, ਜੋ ਉਹਨੇ ਘਰ ਰਨ ਕੀਤਾ 1 ਤੋਂ 4 ਤੇ 4 ਤੋਂ 20 ਜੋ ਉਸਨੇ ਬਣਾ ਦਿੱਤੇ ਆ, ਬਾਹਰ ਘੁੰਮ ਫਿਰ ਕੇ ਜਾਂ ਕਿਸ ਤਰ੍ਹਾਂ ਲਾਇਕ ਬੱਚੇ ਨੇ, ਵੱਡਾ ਪੁਲਿਸ 'ਚ ਆ। ਏਦਾਂ ਨਹੀਂ ਮੈਂ ਗੱਲ ਕੀਤੀ। ਮੈਂ ਕਹਿੰਦੀ ਆ ਠੀਕ ਹੈ, ਪਰ ਵੀ ਆਪਾਂ ਘਰੇ ਬੈਠੀਆਂ ਏਦਾਂ ਨਹੀਂ ਸੂਝਵਾਨ ਹੋ ਸਕਦੀਆਂ। ਉਹਦੀ ਵੀ ਗੱਲ ਸੁਣੋ। ਮੈਂ ਇਸ ਤਰ੍ਹਾਂ ਨਹੀਂ ਕਿਹਾ ਵੀ ਬਰਾਬਰ ਤੇ ਨਹੀਂ ਗੇ ਹੋ ਸਕਦਾ। ਉਹ ਸਗੋਂ ਕਹਿੰਦਾ ਵੀ ਮਾਮਾ ਵੀ ਮੈਂ ਤੁਹਾਡੇ ਨਾਲ ਹੀ ਅਗਾਂਹ ਪਹੁੰਚ ਸਕਿਆ, ਜੇ ਮੈਂ ਇਕੱਲਾ ਹੁੰਦਾ ਮੈਂ ਨਾ ਪਹੁੰਚਦਾ। ਮੈਂ ਏਦਾਂ ਨਹੀਂ ਕਹਿੰਦੀ, ਮੈਂ ਕਹਿੰਦੀ ਆ ਦੋਵੇਂ ਜਾਣੇ ਬਰਾਬਰ ਤੇ। ਤੁਸੀਂ ਕਹਿੰਦੇ ਆ ਲੇਡੀਜ਼ ਬਹੁਤ ਸੂਝਵਾਨ ਆ। ਤੁਸੀਂ ਜਾਣਦੇ ਹੋਣੇ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਲੇਡੀ ਆ, ਕੇਰਲਾ ਦੇ ਵਿੱਚ ਜਿਹੜੀ CM ਆ ਉਹ ਸੀਗੀ, ਤੇ ਇੱਥੇ ਸਕਾਟਲੈਂਡ ਦੇ ਵਿੱਚ ਆਹ ਸਟਰਜਨ ਹੈਗੀ ਆ। ਜਿੰਨਾ ਇਹਨਾਂ ਨੇ ਕਰੋਨਾ ਵਾਇਰਸ ਨੂੰ ਨਾਈਸਲੀ ਕੀਤਾ, ਉਹਨਾਂ ਬੰਦਿਆਂ ਨੇ ਨਹੀਂ ਕੀਤਾ। ਸੋ ਇਹ ਨਹੀਂ ਕਹਿ ਸਕਦੇ ਹੈਗੇ ਕਿ ਸਾਰੇ ਬੰਦੇ ਚੰਗੇ ਤੇ ਸਾਰੀਆਂ ਲੇਡੀਜ਼ ਨੂੰ ਸੂਝਵਾਨ ਆ, ਏਦਾਂ ਨਹੀਂ ਹੈਗਾ ਜੀ। ਹਾਂਜੀ, ਨਹੀਂ ਥੈਂਕ ਯੂ ਜੀ। ਚਲੋ ਗੱਲ ਬਹੁਤ ਲੰਬੀ ਹੋਈ ਜਾਂਦੀ ਆ। ਆਈ ਥਿੰਕ ਇਸ ਥੈਂਕ ਯੂ ਤੁਹਾਡਾ ਸਾਰਿਆਂ ਦਾ, ਥੈਂਕ ਯੂ। ਪੁਆਇੰਟ ਤੁਸੀਂ ਸਾਰਿਆਂ ਨੇ, ਮੈਂ ਤਾਂ ਪਤਾ ਕੀ ਗੱਲ, ਰੱਬ ਵੱਲੋਂ ਹੈ ਮੇਰੇ ਮਾਲਕ, ਮੈਂ ਤਾਂ ਦੋਨਾਂ ਨੂੰ ਹੀ ਰਿਸਪੈਕਟ ਦਿੰਦੀ ਆ, ਕੁੜੀਆਂ ਨੂੰ ਵੀ ਤੇ ਕਿੰਨਾ ਮੁੰਡਿਆਂ ਨੂੰ। ਮੇਰੀਆਂ ਤਾਂ ਮੈਂ ਤਾਂ ਰੱਬ ਕੋਲੋਂ ਪੋਤੇ ਵੀ ਨਹੀਂ ਮੰਗਦੀ, ਮੇਰੇ ਕੋਲ 5 ਪੋਤੀਆਂ ਨੇ। ਤੇ ਮੈਂ ਇਸ ਤਰ੍ਹਾਂ ਨਹੀਂ ਕਹਿੰਦੀ ਵੀ, ਮੈਂ ਤੇ ਇਹ ਗੱਲ ਕਿਹਾ ਹੀ ਆ ਕਿ ਕਈ ਵਾਰੀ ਆਦਮੀ ਕੁੜੀਆਂ ਤੁਹਾਡੀ ਸੇਵਾ ਕਰਨਗੀਆਂ, ਫਿਕਰ ਨਾ ਕਰੋ। ਕੁੜੀਆਂ ਤਾਂ ਤੁਸੀਂ ਤਾਂ ਲੱਕੀ ਬਹੁਤ ਆ, 5 ਜਣੀਆਂ ਆ ਕੇ ਸੇਵਾ ਕਰਿਆ ਕਰਨਗੀਆਂ। ਠੀਕ ਹੈ ਜੀ, ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਕਿਉਂਕਿ ਓਕੇ ਜੀ, ਥੈਂਕ ਯੂ। ਜਸਵੀਰ ਕੌਰ ਨੇ ਵੀ ਬਹੁਤ ਵਧੀਆ ਪੁਆਇੰਟ, ਪਰ ਦੇਖੋ ਡਿਸਕਸ਼ਨ ਹੁੰਦੀ ਆ, ਉਹਦੇ ਵਿੱਚ ਕਈ ਸਾਡੇ ਜਿਹੜੇ ਸਮਾਜਿਕ ਕੁਰੀਤੀਆਂ ਹੈਗੀਆਂ ਨਾ, ਉਹਨਾਂ ਨੂੰ ਹਾਈਲਾਈਟ ਕਰਨਾ ਸਾਨੂੰ ਚਾਹੀਦਾ ਆ। ਤੇ ਜਿੱਦਾਂ ਹੁਣ ਸਾਡਾ ਏਜ ਗਰੁੱਪ ਆ, ਉਹਨਾਂ ਦੇ ਵਿੱਚ ਇਹ ਕੁਝ ਚੀਜ਼ਾਂ ਭਰੀਆਂ ਆ, ਜਿਹੜੇ ਗਾਹਾਂ ਦੀਆਂ ਜਨਰੇਸ਼ਨ ਆ ਉਹਨਾਂ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ, ਅਨਲੈਸ ਕਿ ਅਸੀਂ ਪੁਸ਼ ਕਰਕੇ ਉਹਨਾਂ ਨੂੰ ਵੀ ਦੇਣਾ ਚਾਹੀਏ। ਕੁਝ ਬਹੁਤ ਲੋ ਪਰਸੈਂਟੇਜ ਆ, ਪਰ ਹੈਗੇ ਅਜੇ ਉਸ ਕਹ ਲਓ ਟਾਈਪ ਦੇ ਯੰਗਸਟਰ ਵੀ ਤਕਰੀਬਨ ਹੈਗੇ ਆ। ਠੀਕ ਹੈ ਜੀ, ਪਰ ਉਹਦੇ ਨਾਲ ਇੱਦਾਂ ਆ ਵੀ ਜਿਹੜੀ ਦੁਨੀਆ ਚੱਲ ਰਹੀ ਆ ਨਾ, ਇਹਦੇ ਵਿੱਚ ਬਰਾਬਰਤਾ ਹਰੇਕ ਦੀ ਹੈਗੀ ਆ, ਔਰ ਮੰਗ ਦੇ ਵੀ ਜਿੱਥੇ ਨਹੀਂ ਬਰਾਬਰਤਾ ਆ ਰਹੀ ਆ ਤਾਂ ਉੱਥੇ ਡਿਮਾਂਡ ਹੋ ਰਹੀ ਆ। ਤੇ ਠੀਕ ਹੈ ਜੀ, ਠੀਕ ਆਪਣੇ ਸੌਰੀ ਆਵਾਜ਼ ਤਾਂ ਬੋਲ ਘਟ ਗਿਆ, ਆਵਾਜ਼ ਨਹੀਂ ਆਉਂਦੀ। ਹਾਂਜੀ, ਆਉਂਦਾ ਨਹੀਂ ਹੈਗਾ, ਸਲੋ ਹੋ ਗਈ, ਆਵਾਜ਼ ਨਹੀਂ ਆ ਰਹੀ ਤੁਹਾਡੀ। ਅੱਛਾ ਜੀ, ਹਾਂ ਚਲੋ ਇਦਾਂ ਕਰਦੇ ਜੀ, ਹੁਣ ਆਪਾਂ ਸਮਾਪਤੀ ਕਰ ਦਿੰਦੇ, ਕਿਉਂਕਿ ਹੋਰ ਤਾਂ ਮੇਰਾ ਖਿਆਲ ਹੋਰ ਕੋਈ ਨਹੀਂ ਹੈ ਜਿਹੜਾ ਅਨਮਿਊਟ ਹੋਏ ਆ। ਠੀਕ ਹੈ, ਆਪਾਂ ਕੱਲ ਨੂੰ ਆਵਾਂਗੇ ਜੀ ਮੁੜ ਕੇ। ਸੌਰੀ ਜੇ ਆਵਾਜ਼ ਘਟ ਗਈ ਆ, ਮੈਨੂੰ ਪਤਾ ਨਹੀਂ ਕੀ ਗੱਲ ਹੋਈ ਆ। ਨਹੀਂ ਘਟ ਗਈ ਤੁਹਾਡੀ, ਬੋਲ ਬਸ ਸੁਣਦਾ ਨਹੀਂ ਹੈਗਾ। ਚਲੋ ਮੈਂ ਵੀ ਇੱਕ ਪੁਆਇੰਟ ਕਰਨਾ, ਚਲ ਹੁਣ ਫਿਰ ਕੱਲ ਨੂੰ ਸਹੀ। ਠੀਕ ਹੈ, ਤੁਹਾਡੀ ਆਵਾਜ਼ ਆ ਰਹੀ ਨਹੀਂ ਉਹ ਮੈਂ ਕਿਹਾ ਜਿਹੜੀ ਭੈਣ ਜੀ ਇੰਡੀਆ ਤੋਂ ਬੋਲਦੇ ਆ, ਜਿਹੜੇ ਆਪ ਗੱਲ ਚੱਕ ਕਰਦੇ ਇੰਡੀਆ ਤੋਂ ਬੋਲਦੇ ਕਿ ਇੱਥੇ ਰਹਿਣ ਵਾਲੇ ਆ? ਇੱਥੇ ਹੀ ਆ ਜੀ, ਇੱਥੇ ਰਹਿੰਦੇ ਆ। ਅੱਛਾ, ਚਲੋ ਹਾਂ, ਨਹੀਂ ਉਹ ਮੈਨੂੰ ਲੱਗਦਾ ਹੈਗੇ ਬਹੁਤ ਸਿਆਣੇ ਆ, ਬਹੁਤ ਸੋਹਣੀ ਗੱਲਾਂ ਕਰਦੇ ਆ। ਆਈ ਥਿੰਕ ਬੇਸਿਕਲੀ ਇਹ ਜਿੱਦਾਂ ਭੈਣ ਜੀ ਕਹਿੰਦੇ, ਆਲ ਅਬਾਊਟ ਕੰਪਰੋਮਾਈਜ਼, ਯਾਨੀ ਕਿ ਸਾਨੂੰ ਕਰਨਾ ਪੈਂਦਾ। ਉਹਨਾਂ ਦਾ ਇਹ ਮਤਲਬ ਹੈ ਬੰਦਿਆਂ ਦੇ ਨਾਲ, ਉਹ ਵੱਡੇ ਨਹੀਂ ਕਹਿੰਦੀ ਹੈਗੀ ਨਾ ਛੋਟੇ ਕਹਿੰਦੀ ਆ, ਯਾਨੀ ਕੰਪਰੋਮਾਈਜ਼ ਕਰਨਾ ਆਪਾਂ ਉਹਨਾਂ ਦੇ ਨਾਲ, ਵੀ ਜਾਣੀ ਫਿਰ ਗੱਡੀ ਸੋਹਣੀ ਚੱਲਦੀ ਰਹਿੰਦੀ ਆ। ਇਹੀ ਗੱਲ ਆ ਭੈਣ ਜੀ। ਕੰਪਰੋਮਾਈਜ਼ ਕੀ ਕਰਨਾ ਭੈਣ ਜੀ, ਸਾਡੇ ਬੰਦੇ ਤਾਂ ਵੈਸੇ ਹੀ ਡੋਮੀਨੇਟਿੰਗ ਸੀਗੇ, ਬਹੁਤ ਜ਼ਿਆਦਾ ਆ। ਜਿਹਨਾਂ ਦੇ ਹੈਗੇ ਹੁਣ ਵੀ ਹੈਗੇ ਭੈਣ ਜੀ, ਉਹ ਚੇਂਜ ਨਹੀਂ ਹੋਣ ਵਾਲੇ। ਜਿਹੜੇ ਬੋਰਨ ਬ੍ਰੌਟ ਅਪ ਸੀਗੇ ਇੰਡੀਆ ਦੇ, ਉਹ ਤੇ ਬਹੁਤ ਡੋਮੀਨੇਟਿੰਗ ਸੀਗੇ, ਬਹੁਤ ਜ਼ਿਆਦਾ ਹੀ ਸੀਗੇ। ਉਹਨਾਂ ਦੇ ਨਾਲ ਤੇ ਸਾਨੂੰ ਸਟਰਗਲ ਕਰਨਾ ਪਿਆ ਆਪਣੀ ਇੰਡੀਪੈਂਡੈਂਸ ਜੀ। ਜਿੱਦਾਂ ਗਾਹਾਂ ਹੁਣ ਸਾਡੇ ਆਪਣੀ ਵੀ ਗੁੱਡੀ ਹੈਗੀ, ਆਪਾਂ ਉਹਨੂੰ ਫਿਰ ਇਹੀ ਮੱਤ ਦੇਈਦੀ ਆ ਵੀ ਮੇਰਾ ਪੁੱਤ ਤੁਸੀਂ ਘਰ ਚਲਾਉਣਾ ਆ, ਵੀ ਕੰਪਰੋਮਾਈਜ਼ ਕਰਨਾ ਹੀ ਪੈਣਾ। ਬਿਲਕੁਲ
ਮੈਂ ਤਾਂ ਨਾ ਜੇ ਭੈਣ ਜੀ ਹੁਣ ਕੰਪਰੋਮਾਈਜ਼ ਨਾ ਕਰਾਂਗੇ ਤੇ ਉਹ ਗੱਡੀ ਨਹੀਂ ਚੱਲਣੀ ਹੈਗੀ। ਜੇ ਹੁਣ ਮੇਰੀ ਕੁੜੀ ਆ, ਉਹਦਾ ਹਸਬੰਡ ਚਾਰਟਰਡ ਅਕਾਊਂਟੈਂਟ ਆ, ਤੇ ਜੇ ਮੈਂ ਉਹਨੂੰ ਕਹਾਂ ਹਾਂ ਬਈ ਤੂੰ ਉਹਨੂੰ ਏਦਾਂ ਕਹਿ, ਉਹ ਚੱਲ 12-12 ਘੰਟੇ ਲਾ ਕੇ ਆਉਂਦਾ। ਜੇ ਮੇਰੀ ਕੁੜੀ ਨੇ ਮੋਹਰੇ ਚੀਜ਼ ਬਣਾ ਕੇ ਰੱਖ ਵੀ ਦਿੱਤੀ ਆ, ਪਰ ਏਦਾਂ ਇੱਕ ਕੰਪਰੋਮਾਈਜ਼, ਜੇ ਉਹਨੂੰ ਡਿਨਰ ਬਣਾ ਕੇ ਦਿੱਤਾ, ਉਹ ਨਿਆਣਿਆਂ ਦਾ ਦੇਖਭਾਲ ਕਰਦਾ, ਹਨਾ, ਨਿਆਣੇ ਨਹਾਉਂਦਾ ਕਰਦਾ, he puts to bed and that, so it's a compromise thing, ਹਨਾ। that's what ਭੈਣ ਜੀ saying ਕਰਦੇ ਇੱਥੇ ਦੇ ਮੁੰਡੇ ਸਭ ਕੁਝ ਕਰਦੇ ਨਾਲ। ਹਾਂਜੀ ਹਾਂਜੀ, ਏਦਾਂ ਆ। ਹੁਣ ਮੇਰੇ ਬੇਟੇ ਵੀ ਆ, ਜੇ ਉਹ ਨਾ ਕਰੂਗੇ ਉਹਨਾਂ ਦੇ ਘਰ ਨਹੀਂ ਚੱਲਣੇ ਹੈਗੇ। ਘਰ ਕਿੱਦਾਂ ਚੱਲੂਗੇ, ਹਨਾ। ਇੱਥੇ ਦੀ ਕੁੜੀਆਂ ਬਰੋਬਰ ਕੰਮ ਕਰਦੀਆਂ, ਇੱਥੇ ਦੇ ਮੁੰਡੇ ਵੀ ਨਾਲ ਕਰਾਉਂਦੇ ਆ। ਹਾਂਜੀ ਬਿਲਕੁਲ, ਕਰਨੇ ਪੈਣਾ ਆ। ਅਸੀਂ ਦੇਖਦੇ ਆ ਕਿ ਸਾਡੇ ਹਸਬੰਡ ਚ ਤੇ ਸਾਡੇ ਮੁੰਡਿਆਂ ਦੇ ਵਿੱਚ ਕਿੰਨਾ ਫਰਕ ਆ। ਬਹੁਤ ਜ਼ਿਆਦਾ ਭੈਣ ਜੀ, 100%। ਉਹ ਆਟੋਮੈਟਿਕਲੀ ਕਰਦੇ ਆ। ਹਾਂਜੀ, ਕਰਨਾ ਪੈਂਦਾ ਭੈਣ ਜੀ। ਸਾਡੇ ਟਾਈਮ ਤੇ ਸਾਡੇ ਬੰਦਿਆਂ ਨੇ ਕਦੇ ਨਾਪੀ ਥੋੜੇ, ਉਹ ਇਦਾਂ ਦੀ ਗੱਲ ਹੈ ਹੀ ਨਹੀਂ ਸੀਗੀ। ਹੁਣ ਨਿਆਣੇ ਆ ਪੂਰੇ ਬਰੋਬਰ ਕੰਮ ਕਰਦੇ ਆ, ਨਾਪੀਆਂ ਲਾਉਂਦੇ, ਸਾਰਾ ਕੁਝ ਕਰਦੇ ਆ। ਬਿਲਕੁਲ ਬਿਲਕੁਲ। ਹੁਣ ਚੇਂਜ ਤਾਂ ਆ ਗਈ ਆ, ਚੇਂਜ ਬਹੁਤ ਆ ਗਈ ਆ। ਪਰ ਜੇ ਉਹਨਾਂ ਨੇ ਘਰ ਚਲਾਉਣੇ, ਆਪਣੇ ਮੈਰਿਜ ਸਕਸੈਸਫੁਲ ਕਰਨੀ ਆ, they have to compromise, they cannot, ਉਹ ਉਧਰ ਹੋ ਨਹੀਂ ਸਕਦੇ ਭੈਣ ਜੀ। ਗੱਡੀ ਏਦਾਂ ਹੀ ਚੱਲਣੀ ਆ। ਅਸੀਂ ਭੈਣ ਜੀ ਉਹ ਇਹੀ ਕਹਿੰਦੇ ਆ, ਉਹਦਾ ਮਤਲਬ ਇਹੀ ਆ ਵੀ ਜਾਣ ਕੇ ਵੀ ਵਿੱਚੋਂ ਇਹ ਆ ਵੀ ਹਾਂ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਣਾ। ਏਦਾਂ ਹੋਰ ਕੋਈ ਹੈ ਹੀ ਨਹੀਂਗਾ, ਨਹੀਂ। ਇੱਥੇ ਜਨਾਨੀਆਂ ਨੂੰ ਨਹੀਂ, ਇੱਥੇ ਬੰਦਿਆਂ ਨੂੰ ਵੀ, ਅੱਜ ਕੱਲ ਦੇ ਮੁੰਡਿਆਂ ਨੂੰ ਵੀ ਕੰਪਰੋਮਾਈਜ਼ ਕਰਨਾ ਪੈਂਦਾ। ਭੈਣ ਜੀ ਜਾਣਾ ਪੈਂਦਾ, ਉਹਨਾਂ ਨੂੰ ਆਪਣੇ ਮਾਂ ਪਿਓ ਛੱਡ ਕੇ ਉਹਨਾਂ ਨੂੰ ਜਾਣਾ ਪੈਂਦਾ। ਕੁੜੀਆਂ ਦੇ ਜਿੱਥੇ ਕੁੜੀ ਰਹਿੰਦੀ ਉੱਥੇ ਜਾਣਾ ਪਊਗਾ, ਜੇ ਉਹਨੂੰ ਘਰ ਚਲਾਉਣਾ ਆਪਣੇ, ਹਨਾ। ਠੀਕ ਹੈ ਜੀ, ਆਪਾਂ ਇੱਥੇ ਸਮਾਪਤੀ। ਚਲੋ ਹੁਣ ਠੀਕ ਆ। ਮੈਂ ਤਾਂ ਫਿਰ ਮੈਨੂੰ ਪਤਾ ਨਹੀਂ ਸੀ ਕਾਹਦੀ ਡਿਸਕਸ਼ਨ ਚੱਲਦੀ ਹੈ। ਮੈਂ ਤਾਂ ਹੁਣੇ ਜੁਆਇਨ ਕੀਤਾ, ਥੋੜਾ ਚਿਰ ਹੀ ਹੋਇਆ ਮੈਨੂੰ। ਮੈਂ ਤਾਂ ਆਪ ਗੁਰਦੁਆਰੇ ਗਈ ਹੋਈ ਸੀਗੀ। ਚਲੋ ਠੀਕ ਆ ਭੈਣ ਜੀ, ਓਕੇ ਜੀ। ਸਾਰੇ ਮੇਰੇ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੱਲ ਨੂੰ ਮਿਲਦੇ ਜੀ, ਕੱਲ ਨੂੰ। ਹਾਂਜੀ ਬਿਲਕੁਲ, ਮੁੜ ਕੇ ਆਣੇ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।